हाँ जी कि नहीं? वाहेगुरु जी का खालसा वाहेगुरु जी की फतेह। पिता पार ब्रह्म प्रभतनि पिता पार ब्रह्म प्रभतनि पिता पार ब्रह्म प्रभतनि पिता पार ब्रह्म मोहे निस्तारो मोहे निस्तारो निर्गुणी पिता पार ब्रह्म प्रभतनि पिता पार ब्रह्म मूल ना बूझे आप ना सूझे मूल ना बूझे आप ना सूझे परम व्यापी अहं मनि परम व्यापी अहं मनि पिता पार ब्रह्म प्रभतनि पिता पार ब्रह्म मोहे निस्तारो मोहे निस्तारो निर्गुणा पार ब्रह्म ओ पत पर लो प्रभ ते हो ओ पत पर लो प्रभ ते हो बिचारी हर जनी ये बिचारी हर जनी पिता पार ब्रह्म प्रभतनि पिता
पार ब्रह्म नाम प्रभु के जो रंग राते नाम प्रभु के जो रंग राते कल मैं सुखी से गने कल मैं सुखी से गने पिता पार ब्रह्म प्रभतने पिता पार ब्रह्म अवर न कोई सूझे अवर कोई सूझे नानक तरिए गुर बचने नानक तरिए गुर बचने पिता पार ब्रह्म प्रभतने पिता पार ब्रह्म प्रभतने पिता पार ब्रह्म मोहे निस्तारो मोहे निस्तारो निर्गुणी पिता पार ब्रह्म प्रभतने पिता पार ब्रह्म वाहिगुरु जी का खालसा वाहिगुरु जी की फतेह। ਹੁਣੇ ਮੇਰ ਸਿੰਘ ਨੇ ਇੱਕ ਸ਼ਬਦ ਗਾਣਾ ਹੈ, ਉਸ ਤੋਂ ਬਾਅਦ ਫਿਰ ਵੀਰ ਜੀ ਔਰ ਯੂ ਕੈਨ ਸਟਾਰਟ। गुर मिला था जी गुर मिला था जी राम प्यारा राम राम प्यारा राम तन मन दित्तेड़ा तन मन दित्तेड़ा वारो वारा राम तन मन दित्ता पाओ जल जित्ता तन मन दित्ता पाओ जल जित्ता चूकी कान जमानी चूकी का अमृत पिया अस्थिर थिया अमृत पिया रया आवन जानी सोकर लब्धा से जिस मद्दा हर का नाम आधारा कौन नानक सुकुमार ने रलिया
गुरपूरे को नमस्कारा, गुरपूरे को नमस्कारा। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਗਨੀਵ ਜੀ ਦੇ ਤੇ ਮੈਂ ਇਹਨਾਂ ਦਾ ਨਾਮ ਪੁਸ਼ਪਿੰਦਰ ਜੀ ਕੀ ਹੈਗਾ? ਮੇਹਰ ਸਿੰਘ। ਹਾਂ, ਮੇਹਰ ਸਿੰਘ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਨਾਲ ਗੁਰਬਾਣੀ ਦਾ ਇੱਕ ਕੀਮਤੀ ਸ਼ਬਦ ਸਾਂਝ ਕੀਤਾ। ਤੇ ਆਈ ਥਿੰਕ ਜੋ ਕਿ ਕਲਾਸ ਦਾ ਮੀਨਿੰਗ ਹੈ ਉਹ ਵੀ ਇਹੀ ਹੈ ਕਿ ਵੀ ਇੱਥੇ ਏਜ, ਕਾਸਟ, ਕ੍ਰੀਡ ਕੋਈ ਮੈਟਰ ਨਹੀਂ ਕਰਦੀ ਹੈ। ਜਦੋਂ ਅਸੀਂ ਕਲਾਸ ਵਿੱਚ ਬੈਠਦੇ ਹਾਂ ਤਾਂ ਅਸੀਂ ਸਾਰੇ ਵਿਦਿਆਰਥੀ ਹੀ ਹੈਗੇ ਹਾਂ, ਔਰ ਜਦੋਂ ਅਸੀਂ ਸਿੱਖ ਦਾ ਕਨਸੈਪਟ ਸਿੱਖਦੇ ਹਾਂ ਤੇ ਮੈਂ ਬੈਠਾ ਸੀ ਤਾਂ ਮੈਨੂੰ ਇਹ ਗੱਲ ਯਾਦ ਆ ਰਹੀ ਸੀ ਕਿ ਬਹੁਤ ਵਾਰੀ ਲੋਕੀ ਇੰਝ ਕਹਿੰਦੇ ਨੇ ਕਿ ਬੜੀ ਗੱਲ ਦੀ ਰੈਪੀਟੀਸ਼ਨ ਕੀਤੀ ਜਾਂਦੀ ਹੈ ਜਾਂ ਸਾਨੂੰ ਕੋਈ ਗੱਲ ਬਾਰ-ਬਾਰ ਦੱਸੀ ਜਾਂਦੀ ਹੈ। ਸੋ ਆਈ ਵਾਸ ਥਿੰਕਿੰਗ ਕਿ ਜੇ ਕੋਈ ਮਨੁੱਖ ਸਿੱਖਣਾ ਚਾਹੇ ਤਾਂ ਕਿਸੇ ਵੀ ਗੱਲ ਵਿੱਚ ਕਦੀ ਕੋਈ ਰੈਪੀਟੀਸ਼ਨ ਨਹੀਂ ਹੁੰਦੀ। ਔਰ ਇਹ ਸੈਟਰਡੇ ਦਾ ਉਦਮ ਵੀ ਇੱਕ ਐਫਰਟ ਹੈ ਕਿ ਅਸੀਂ ਹਰ ਚੀਜ਼ ਵਾਸਤੇ ਆਪਣਾ ਟਾਈਮ ਡਿਵੋਟ ਕਰਦੇ ਹਾਂ, ਆਪਣਾ ਇੰਪੋਰਟੈਂਟ ਔਰ ਕੀਮਤੀ ਟਾਈਮ ਕੱਢ ਕੇ ਜਿਹੜੇ ਬੰਦੇ ਦਾ ਖੇਡ ਵਿੱਚ ਰੁਚੀ ਹੁੰਦੀ ਹੈ ਉਹ ਖੇਡਣ ਵਾਸਤੇ ਜਾਂਦਾ ਹੈ। ਜੇ ਕੋਈ ਵਾਜਾ ਵਜਾਣਾ ਸਿੱਖਣਾ ਚਾਹੁੰਦਾ ਹੈ ਜਾਂ ਕਿਸੇ ਵੀ ਤਰੀਕੇ ਦਾ ਉਹਦਾ ਸ਼ੌਂਕ ਹੈ, ਉਸ ਸ਼ੌਂਕ ਦੀ ਕੰਪਲੀਸ਼ਨ ਵਾਸਤੇ ਉਹ ਆਪਣੇ ਘਰੋਂ ਨਿਕਲਦਾ ਹੈ, ਉਹਦੇ ਵਾਸਤੇ ਪੈਸੇ ਵੀ ਖਰਚਦਾ, ਉਹਦੇ ਵਾਸਤੇ ਐਫਰਟਸ ਵੀ ਕਰਦਾ ਹੈ ਤਾਂ ਕਿ ਉਹ ਉਸ ਚੀਜ਼ ਵਿੱਚ ਨਿਪੁੰਨ ਹੋ ਸਕੇ। ਸੋ ਆਈ ਥਿੰਕ ਇਹ ਜਿਹੜੀ ਕਲਾਸ ਹੈ ਇਹ ਵੀ ਇੱਕ ਐਫਰਟ ਹੈ ਕਿ ਵੀ ਜੇ ਮੇਰੇ ਅੰਦਰ ਇੱਕ ਬਲਦੀ ਚਿੰਗਿਆਰੀ ਹੈ ਕਿ ਮੈਂ ਇੱਕ ਚੰਗਾ ਮਨੁੱਖ ਬਣਾ, ਕਿ ਮੇਰੇ ਅੰਦਰ ਜਿਹੜੀਆਂ ਮੇਰੀਆਂ ਕਮੀਆਂ ਨੇ ਮੈਨੂੰ ਉਹ ਦੇਖਣ ਦੀ ਜਾਂਚ ਆ ਜਾਏ, ਮੈਨੂੰ ਲੋਕਾਂ ਨੂੰ ਮਾਫ ਕਰਨ ਦਾ ਹਿਰਦਾ ਬਣ ਜਾਏ। ਉਹਦੇ ਵਾਸਤੇ ਅਸੀਂ ਗੱਲ ਸੁਣਦੇ ਹਾਂ ਔਰ ਫਿਰ ਜਿਸਨੂੰ ਗੁਰੂ ਪਾਤਸ਼ਾਹ ਕਹਿ ਰਹੇ ਨੇ ਬੰਦੇ ਖੋਜ ਦਿਲ ਹਰ ਰੋਜ਼। ਜਦੋਂ ਤੱਕ ਸਾਨੂੰ ਇਹ ਗੱਲ ਪਤਾ ਹੀ ਨਹੀਂ ਹੋਏਗੀ, ਬਿਲਕੁਲ ਹੂਬਹੂ ਉਸੇ ਤਰੀਕੇ ਦੇ ਨਾਲ ਹੈ ਕਿ ਇੱਕ ਕ੍ਰਿਕਟ ਦਾ ਖਿਡਾਰੀ ਕ੍ਰਿਕਟ ਦੇ ਮੈਦਾਨ ਉੱਤੇ ਕ੍ਰਿਕਟ ਖੇਡ ਰਿਹਾ ਹੈ, ਪਰ ਜੇਕਰ ਉਸਨੂੰ ਕਿਸੇ ਸਿਚੁਏਸ਼ਨ ਬਾਰੇ, ਕਿਸੇ ਪਰਟੀਕੂਲਰ ਗੇਮ ਬਾਰੇ ਪਤਾ ਹੀ ਨਹੀਂ ਹੈ ਤਾਂ ਉਹ ਕਿਵੇਂ ਖੇਡੇਗਾ? ਸੋ ਗੁਰੂ ਪਾਤਸ਼ਾਹ ਸਾਨੂੰ ਆਪਣੀ ਕੀਮਤੀ ਗੋਦ ਵਿੱਚ ਬਿਠਾ ਕੇ ਬੜਾ ਹੀ ਕੀਮਤੀ ਸੁਨੇਹਾ ਦਿੰਦੇ ਨੇ ਜਿਹਦੇ ਨਾਲ ਮੈਨੂੰ ਇਹ ਜ਼ਿੰਦਗੀ ਦੀ ਖੇਡ ਖੇਡਣ ਦੀ ਜਾਂਚ ਆ ਸਕੇ, ਤਾਂ ਕਿ ਮੈਂ ਉਸ ਮਨੁੱਖ ਦੀ ਤਰ੍ਹਾਂ ਨਾ ਹੋਵਾਂ ਜਿਹਦੇ ਬਾਰੇ ਅਸੀਂ ਸਾਰਿਆਂ ਨੇ ਕਹਾਣੀ ਸੁਣੀ ਹੋਈ ਹੈ। ਇਹ ਕਹਾਣੀ ਨੂੰ ਅਸੀਂ ਸ਼ੇਅਰ ਕਰਕੇ ਆਈ ਵੁੱਡ ਰਿਕੁਐਸਟ ਵੀਰ ਜੀ ਕਿ ਉਹ ਸਾਡੇ ਨਾਲ ਅੱਜ ਸਿਮਰਨ ਦਾ ਟੌਪਿਕ ਸ਼ੇਅਰ ਕਰਨ। ਕਿ ਉਹ ਮਨੁੱਖ ਲਿਖਦਾ ਹੈ ਕਿ ਉਹ ਡੈਥ ਬੈੱਡ ਤੇ ਲੇਟਾ ਹੋਇਆ ਤੇ ਉਹ ਕਹਿ ਰਿਹਾ ਕਿ ਮੈਂ ਜਦੋਂ ਥੋੜਾ ਜਿਹਾ ਵੱਡੀ ਉਮਰ ਦਾ ਸੀ ਤਾਂ ਮੈਂ ਸੋਚਦਾ ਸੀ ਕਿ ਮੈਂ ਆਪਣੀ ਕੰਟਰੀ ਨੂੰ ਚੇਂਜ ਕਰ ਲਵਾਂ ਤੇ ਆਈ ਵੁੱਡ ਡੂ ਸਮਥਿੰਗ ਗੁੱਡ ਫॉर द सोसाइटी। ਬਟ ਦੈਨ ਹੀ ਸੈਡ ਕਿ ਜਦੋਂ ਮੈਂ ਐਫਰਟਸ ਕਰਨੇ ਸ਼ੁਰੂ ਕੀਤੇ ਦੈਨ ਆਈ ਰਿਅਲਾਈਜ਼ਡ ਕਿ ਆਈ ਐਮ ਨਾਟ ਕੈਪੇਬਲ, ਮੇਰੀ ਇੰਨੀ ਪਹੁੰਚ ਨਹੀਂ ਹੈ ਕਿ ਮੈਂ ਕੰਟਰੀ ਚੇਂਜ ਕਰਾਂ। ਤਾਂ ਕਹਿੰਦਾ ਉਹਨੇ ਮੈਂ ਸੋਚਿਆ ਕਿ ਮੈਂ ਆਪਣਾ ਸਟੇਟ ਚੇਂਜ ਕਰ ਲਵਾਂ ਤਾਂ ਮੇਰੇ ਲਈ ਬੈਨੀਫਿਟ ਹੋਏਗਾ। ਤੇ ਫਿਰ ਇਹ ਕਰਦੇ ਕਰਦੇ ਉਹ ਮਨੁੱਖ ਕਹਿੰਦਾ ਹੈ ਕਿ ਉਹ ਸਟੇਟ ਵੀ ਨਹੀਂ ਬਦਲ ਸਕਿਆ। ਫਿਰ ਉਹ ਕਹਿੰਦਾ ਮੈਂ ਸੋਚਿਆ ਆਪਣੇ ਘਰਦਿਆਂ ਨੂੰ ਬਦਲਾਂ, ਪਰ ਉਹ ਆਪਣੇ ਘਰਦਿਆਂ ਨੂੰ ਵੀ ਨਹੀਂ ਬਦਲ ਸਕਿਆ। ਬਟ ਨਾਓ ਹੀ ਇਜ਼ ਔਨ ਦ ਡੈਥ ਬੈਡ ਐਂਡ ਹੀ ਇਜ਼ ਰਾਈਟਿੰਗ, ਆਈ ਥਿੰਕ ਜੇਕਰ ਮੈਂ ਆਪਣੇ ਆਪ ਨੂੰ ਬਦਲਣ ਵਾਸਤੇ ਐਫਰਟ ਕੀਤਾ ਹੁੰਦਾ, if I would have spent all these years on improvising and improving myself, ਤਾਂ ਮੈਨੂੰ ਅੰਦਰੋਂ ਚਾਨਣਾ ਹੋ ਸਕਦਾ ਸੀ। ਸੋ ਇਹ ਖੇਡ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਸਾਨੂੰ ਬਾਰ-ਬਾਰ ਹੈਲਪ ਕਰਦੇ ਨੇ ਕਿ ਸਾਡਾ ਚਿੱਤ ਬਾਰ-ਬਾਰ ਬਾਹਰ ਵਾਲੇ ਲੋਕਾਂ ਵੱਲ ਜਾਂਦਾ ਹੈ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ, ਅਰਦਾਸ ਵਿੱਚ ਵੀ ਅਸੀਂ ਰੋਜ਼ ਕਹਿੰਦੇ ਹਾਂ, ਵੇਖ ਕੇ ਅੰਡਿਤ ਕੀਤਾ। ਹੋਰ ਵੀ ਇੱਕ ਜਗ੍ਹਾ ਗੁਰੂ ਪਾਤਸ਼ਾਹ ਕਹਿੰਦੇ ਨੇ, ਔਗੁਣ ਕੋ ਨਾ ਚਿਤਾਰਦਾ, ਗੱਲ ਸੇਤੀ ਲਾਇਕ। ਸੋ ਇਸ ਤਰ੍ਹਾਂ ਦੇ ਗੁਣ ਜਦੋਂ ਅਸੀਂ ਆਪਣੇ ਅੰਦਰ ਇੰਬਾਈਬ ਕਰਦੇ ਹਾਂ ਤਾਂ ਸਾਨੂੰ ਅੰਦਰੋਂ ਦੀ ਸੁੱਖ, ਚੈਨ, ਆਰਾਮ ਮਿਲਦਾ ਹੈ। ਇਸ ਵਾਸਤੇ ਅਸੀਂ ਇਹ ਸੈਟਰਡੇ ਦੀ ਕਲਾਸ ਔਰ ਐਫਰਟ ਕਰਦੇ ਹਾਂ ਤਾਂ ਕਿ ਅਸੀਂ ਸਾਰੇ ਆਪਣਾ ਇੱਕ ਰੈਲੇਵੈਂਟ ਐਫਰਟ ਪਾਈਏ ਜਿਹਦੇ ਨਾਲ ਇੱਕ ਦੂਜੇ ਦੀ ਹੈਲਪ ਹੋ ਸਕੇ, ਜਿਹਦੇ ਨਾਲ ਅਸੀਂ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦਾ ਰੀਜ਼ਨ ਬਣ ਸਕੀਏ।
ਸੋ ਅਸੀਂ ਲਾਸਟ ਵੀਕ ਤੁਹਾਡੇ ਸਾਰਿਆਂ ਨਾਲ ਇਹ ਸ਼ੇਅਰ ਕੀਤਾ ਸੀ ਕਿ ਹੱਕ ਹਲਾਲ ਦੀ ਕਮਾਈ ਕੀ ਹੁੰਦਾ ਹੈ, ਜਿਸ ਵਿੱਚ ਵੀਰ ਜੀ ਨੇ ਇੱਕ ਨਵਾਂ ਐਂਗਲ ਸਾਡੇ ਸਾਰਿਆਂ ਨਾਲ ਸ਼ੇਅਰ ਕੀਤਾ ਸੀ ਕਿ ਹੱਕ ਹਲਾਲ ਡਜ਼ਨਟ ਮੀਨਸ ਕਿ 9 ਤੋਂ 5 ਜਦੋਂ ਮੈਂ ਕੰਮ ਕਰਕੇ ਆਪਣੇ ਘਰ ਆ ਜਾਂਦਾ ਔਰ ਮੈਂ ਕੋਈ ਰਿਸ਼ਵਤ ਨਹੀਂ ਲੈਂਦਾ ਔਰ ਮੈਂ ਆਪਣੇ ਬਿਲਕੁਲ ਸਿਸਟਮ ਦੇ ਅਨੁਸਾਰ ਪੈਸੇ ਕਮਾਉਂਦਾ। ਪਰ ਜੇ ਮੈਂ ਆਪਣੇ ਫੈਮਿਲੀ ਦੇ ਵਿੱਚ ਇੱਕ ਸ਼ਮਸ਼ਾਨ ਬਣਾਇਆ ਹੋਇਆ ਹੈ, ਜੇ ਮੈਂ ਆਪਣੀ ਫੈਮਿਲੀ ਨੂੰ ਪ੍ਰੋਪਰਲੀ ਟਰੀਟ ਨਹੀਂ ਕਰਦਾ ਤਾਂ ਮੈਂ ਉਹਨਾਂ ਨੂੰ ਉਹਨਾਂ ਦਾ ਮਹਿਤਾਨਾ ਨਹੀਂ ਦਿੰਦਾ ਹਾਂ। ਸੋ ਇੱਥੋਂ ਹੀ ਅੱਜ ਦੀ ਅਸੀਂ ਆਪਣੀ ਇਹ ਜਰਨੀ ਸ਼ੁਰੂ ਕਰਾਂਗੇ। ਨਾਓ ਆਈ ਵੁੱਡ ਰਿਕੁਐਸਟ ਵੀਰ ਜੀ ਕਿ ਪਲੀਜ਼ ਉਹ ਸਾਡੇ ਨਾਲ ਅੱਜ ਦਾ ਇਹ ਟੌਪਿਕ ਸਾਂਝ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नमस्कार, अस्सलाम वालेकुम, गुड इवनिंग। आवाज ठीक है मेरी? ठीक है जी। हाँ जी, अमन जी तुसी पहला बच्चियां दा धन्नवाद कीता, थैंक्स। गनीत कौर और मेहर सिंह ने बहुत सोहना शब्द गाया, दोनों दी मेहरबानी है। ते जिहड़ा तुसी सारा रीकैप कीता है, असी अपना टॉपिक लेके चल रहे हैं सिमरन दियां बरकतां। सिमरन दियां बरकतां ते असी किस तरह पहुंचे, क्योंकि 4-5 हफ्ते पहला साडे सिमरन की हुंदा है, किवें करीदा है, ते असी ये समझदे हां कि सारी बाणी ही सानू सिमरन सिखांदी है। ते बाणी अंदर अनेकां पंक्तियां ने, नाम जपो, सिमरन करो, गुरु सेवो, गुरु ध्यावो, इस तरीके ਦੀਆਂ ਬਹੁਤ ਪੰਕਤੀਆਂ ਆਉਂਦੀਆਂ ਹਨ। ਤੇ ਅਸੀਂ ਉਹਨਾਂ ਸਾਰਿਆਂ ਦੀ ਜਿਸਟ ਵਿੱਚ ਜਾ ਕੇ ਜੋ ਸਮਝ ਸਕੇ ਹਾਂ ਕਿ ਅਸੀਂ ਹਮੇਸ਼ਾ ਸਿਮਰਨ ਦੀ ਅਵਸਥਾ 'ਚ ਕਿਵੇਂ ਰਹਿ ਸਕਦੇ ਹਾਂ, ਉਹਦੇ ਵਾਸਤੇ ਅਸੀਂ ਜਾਚ ਸਿੱਖ ਰਹੇ ਹਾਂ। ਸੋ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਲੜੀਵਾਰ ਅਸੀਂ ਇਹ ਸਿੱਖ ਰਹੇ ਹਾਂ ਕਿ ਜੇਕਰ ਮੈਂ ਇਹ ਵਾਲਾ ਗੁਣ ਜੀਂਦਾ ਹਾਂ ਤਾਂ ਮਾਨੋ ਮੈਂ ਸਿਮਰਨ ਦੀ ਅਵਸਥਾ 'ਚ ਹਾਂ। पर बगल में छुरी मुंह में राम राम जे मैं करा तां फिर मैं वो अमली जीवन नहीं जी रहा, तां फिर मैं बारों बारों अपनी जुबान नाल लोकां नूं दिखा रहा। ये हर किसी दा हक है कि वो किस तरह जीना चाहता है। सो असी सिमरन करन तो बाद उहदे सिमरन दी अवस्था च रहन दे कारण ਉਹਦੇ ਜਿਹੜੇ ਆਫਟਰ ਇਫੈਕਟ ਹੁੰਦੇ ਨੇ, ਅਸੀਂ ਉਸ ਅਵਸਥਾ ਦੀ ਗੱਲ ਅੱਜ ਕਰ ਰਹੇ ਹਾਂ ਕਿ ਜੇਕਰ ਮੈਂ ਸਿਮਰਨ ਦੀ ਅਵਸਥਾ 'ਚ ਹਾਂ ਤਾਂ ਮੈਂ ਕਿਹੜਾ ਗੁਣ ਜੀਂਦਾ ਹਾਂ। ਬਾਣੀ ਸਾਨੂੰ ਸਿਖਾਉਂਦੀ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇ ਹਿਆ, जिनको भगवान का नाम भूलता नहीं है वो कैसे होते हैं। Those who don't forget God's name, जिन्ना ना विसरे नाम से किने है, भेद ना जानो मूल साईं जी है, वो फिर गॉड लाइक क्वालिटीज ਨੂੰ ਪ੍ਰੈਕਟਿਸ ਕਰਦੇ ਨੇ। ਔਰ ਜੇ ਅਸੀਂ ਗॉड ਲਾਈਕ ਕੁਆਲਿਟੀਜ਼, ਜਿਸ ਨੂੰ ਅਸੀਂ ਸਪਿਰਿਚੁਅਲਿਟੀ ਕਹਿ ਸਕਦੇ ਹਾਂ, ਆਈਡੀਅਲਸ ਕਹਿ ਸਕਦੇ ਹਾਂ, ਵਰਚੂਸ ਕਹਿ ਸਕਦੇ ਹਾਂ, निर्मल कर्म दे चंगे गुण कह सकते हैं, वो जो असी सुभाव करके जदों जीना शुरू कर देंदे हाँ तां फिर मानो असी रब नूं नहीं विसार रहे, फिर असी रब्बी गुणां नूं जी रहे हां। गुरबाणी दा जिहड़ा कॉन्सैप्ट है कि रब, तां गुरबाणी यही कहंदी है कि रब दा मतलब रब तेरे अंदर वसदा है, होरां दे अंदर भी देखिया कर रब नूं। पर गुरबाणी ये नहीं मनती है कि भी आसमान ते किधरे कोई रब अलग बैठा होया ते वो तमाशा कर रहा है, वो खेडां खेड रहा है ते वो लोकां नूं माया विच फसा रहा है। इस किस्म दा मैजिशियन टाइप ऑफ रब, डराण वाला रब, नरकां च सुट्टण वाला, हिसाब किताब रखण वाला रब, ये गुरमत नहीं मनती है। गुरमत सानू लविंग गॉड सिखांदी है। ओदा मतलब ये है कि तू लविंग बीइंग बनना है। सो जदों गुरमत सानू सिखाती है, मीठ बोलड़ा जी हर सज्जन स्वामी मोरा, कोई आसमान ते बैठा है रब मिठा बोल रहा है, ऐसा तो है नहीं है।
सो मिठ बोलड़ा जी हर सज्जन स्वामी मोरा हो संभल थकी जी वो कदे ना बोले कौड़ा। फिर मैनू ये सिखाया जा रहा कि ये वाला जिहड़ा रब दा गुण डिस्कस किया गया है, मिठ बोलड़ा तू जीना है। जे तू है मिठ बोलड़ा वाला जीवन जी रहा है, यू आर लिविंग विद दिस गुड क्वालिटी कि मिठा बोलो, तो इस क्वालिटी दे नाल जीण दा मतलब है रब नाल एक मिकता, वरना असी रब तो दूर हो गए। सो असी जदों ये वाले गुणा दे नाल जींदे आ ना, तो असी ये मनदे हाँ कि असी रब जी नूं याद रखिया है। जे असी रब जी नूं याद रखिया है, रब्बी गुणा नाल जींदे हाँ, तां ये साडे उत्ते मानो सानू बरकत प्राप्त हो रही है, गॉड दा गिफ्ट प्राप्त हो रहा, तां असी अपने जीवन विच प्रफुल्लत हो रहे हैं। जे असी रब्बी गुण नाल नहीं जींदे हाँ, तां असी प्रफुल्लत नहीं होंदे हाँ, साडे जीवन विच प्रॉस्पैरिटी नहीं आती। सो असी प्रॉस्पैरिटी समझदे सी कि पैसे दे नाल आंदी है, असी प्रॉस्पैरिटी समझदे सी कि मेरा बिजनेस लाख तो 10 करोड़ का हो गया तब प्रॉस्पैरिटी है। असी प्रॉस्पैरिटी काउंट करते सी मकान बड़े सारे हो जाए, असी प्रॉस्पैरिटी चंगे सी, असी प्रॉस्पैरिटी घर औलाद हो गई है ते पुत्र हो गए ने, असी इसनूं समझदे सी। सो प्रॉस्पैरिटी है कि मनु सुचज्जी जीवन जाच आ गई है, रिगार्डलेस मैं कितने कमांदा हाँ, रिगार्डलेस मेरा मकान है कि नहीं है, मकान है या नहीं, पैसे हन या नहीं, स्टेटस केड़ा है, जेंडर केड़ा है, केड़ी कंट्री च रहिंदा, केड़े मजहब नूं मनदा, ये गल्लां नहीं। जे मैं सुचज्जी जीवन जाच नूं जींदा हाँ, ऐ मैनू बरकत प्राप्त हुई। जे मैं सुचज्जी इंसानियत भरपूर जीवन जाच जींदा हाँ, मैं सिमरन दी स्टेट विच हां। सो गुरबाणी सानू सुचज्जी जीवन जाच सिखाती है, साडा सुभाव फिक्स करती है। गुरबाणी ऊपर बैठे किसी गॉड किसी गुरु नूं खुश करन वास्ते नहीं बनाई गई है। गुरबाणी दुनिया दे हर मनुख नूं इंसानियत भरपूर जीवन जीना, ताकि ओदे कारण ओदा अपना अते ओदा चारों पासे दा समाज सुखी हो सके। सो असी जदों रियल सेंस विच धर्म सिखदे हां, तां ओनूं कहंदे ने हर को नाम जप निर्मल करम। असी रब्बी गुणां नूं दृढ़ करदे हां, हर को नाम जप, जप दा मतलब दृढ़ करना, गॉड लाइक क्वालिटीज नूं अपने सुभाव च जीना, निर्मल कर्म करने, ऐ सर्व धर्म में श्रेष्ठ धर्म है। सारी दुनिया का ये धर्म सबसे बढ़िया है कि आप आइडियल भाव मोरैलिटी वाला जीवन जीते हैं। जो असी गुरबाणी चों हर शब्द दे अर्थ अपने ते टुका टुका के सीखांगे ना, समझांगे, तो साडे सुभाव ते फर्क पेगा। जे असी ये कहांगे कोई करदा सी 500 साल पहला करदा सी, 1000 साल पहला करदा सी, आजकल कोई कुछ इंज करदा है, तो वो फिर ना वो शिफ्ट हो जाएगी। असी अपने ते रिस्पॉन्सिबिलिटी लैनी है कि मन्नू भी ऐसे ख्याल आंदे ने, असंख मूर्ख अंध घोर, असंख चोर हराम खोर, असंख मर कर जाए जोर, असंख गल वड हत्या कमाए, असंख पापी पाप कर जाए। ये लोकां बारे गल नहीं चल रही है, मन्नू भी ऐसे मंदे ख्याल आंदे ने। हाँ, हाउ डू आई मैनेज? आई मैनेज सब्जेक्ट टू सतगुर दी बाणी मैनू सिखाती है, तेनू जे मंदे फुरने मंदे ख्याल आंदे ने, उन्हां नू तू फिक्सअप कर। जे तू फिक्सअप नहीं करदा, जो तै मारन मुक्कियां तिन्हां ना मारे घूम, तू उन्हां नू रिटैलीएट नहीं करदा। तेनू जेड़ा मंदा फुरना आए ओनू उठ उठ मन कसवट्टी लावे वाला जीवन असी जीना है। सो असी इस लड़ी विच लगातार सिमरन दियां बरकतां नू सिख रहे हां, तां साडे अंदर प्रॉस्पैरिटी आंदी है, तां साडी खुशहाली हो रही है। ये लफज नू असी बार बार रिपीट कीता है। इस लड़ी विच
ਪਿਛਲੇ ਤੋਂ ਪਿਛਲੇ ਹਫਤੇ ਤੋਂ ਅਸੀਂ ਲੈ ਰਹੇ ਸੀ ਕਿ ਵੰਡ ਛਕਣਾ, ਜੇ ਮੈਂ ਵੰਡ ਛਕਣਾ ਕਰਦਾ, ਵੰਡ ਛਕਣਾ ਸਿਰਫ ਪੈਸਾ ਨਹੀਂ ਹੁੰਦਾ, ਵੰਡ ਛਕਣਾ ਤੁਸੀਂ ਤੁਹਾਡਾ ਭਾਵ ਹੁੰਦਾ ਹੈ, ਭਾਵ ਦੇ ਨਾਲ ਹੀ ਸਭ ਕੁਝ ਨਿਕਲਦਾ ਹੈ। ਜੇ ਇਟ ਕੈਨ ਬੀ ਬਾਈ ਐਨੀ ਮੀਨਸ, ਜ਼ਰੂਰੀ ਨਹੀਂ ਹੈ ਵੰਡ ਛਕਣਾ ਕਿਸੇ ਨੂੰ ਕੋਈ ਚੀਜ਼ ਹੀ ਦੇਣੀ। तो ਅਸੀਂ ਇਹ ਵੀ ਡਿਸਕਸ ਕੀਤਾ ਸੀ ਕਿ ਮਾਨਯੋਗ ਗੁਣਵੰਤ ਕੌਰ ਮੰਮੀ ਜੀ ਨੇ ਆਪਣੇ ਬੋਡੀ ਨੂੰ ਸਾਇੰਸ ਦੀ ਖੋਜ ਵਾਸਤੇ ਦਿੱਤਾ, ਤਾਂ ਉਹ ਆਉਣ ਵਾਲੀਆਂ ਨਸਲਾਂ ਨੂੰ ਉਹਦਾ ਫਾਇਦਾ ਹੋਏਗਾ। ਉਹਨਾਂ ਨੇ ਆਪਣੇ ਤਨ ਦਾ ਇੱਕ ਇੱਕ ਰੋਮ, ਇੱਕ ਇੱਕ ਅੰਗ ਵੰਡ ਛਕਣਾ ਕਰ ਲਿਆ ਇਨਸਾਨੀਅਤ ਦੇ ਭਲੇ ਵਾਸਤੇ। ਇਹਦਾ ਮਤਲਬ ਅਸੀਂ ਆਪਣਾ ਦਾਇਰਾ ਵੀ ਚੌੜਾ ਰੱਖਾਂਗੇ। ਉਹਨੂੰ ਕਹਿੰਦੇ ਨੇ ਹਿਰਦੈ ਗਰੀਬੀ ਤੇ ਨਿਮਰਤਾ ਤਾਰਨੀ। ਜੇ ਮੈਂ ਨਿਮਰਤਾ ਚ ਹਾਂ, ਜੇ ਮੈਂ हम्बल हाँ और मेरे अंदर गरीबी है, तो मैं हमेशा सिखांगा। सो असी ये वंड छकना दा ये वाला पॉइंट भी सिक्ख्या। इस तो बाद असी सिक्ख्या हक लाल दी कमाई करना। सो हर किसी दा हक है कि वो सुचज्जे चंगे जीवन दे गुणां नूं जीवे, पर कोई अपना हक नहीं लेना चाहता, यह ओदी मर्जी है। सो हक लाल दी कमाई असी इस नूं मैं कोशिश करांगा कि असी इहदे उत्ते पूरा सैमीनार करिए। सो आने वाले समय च असी इहदे उत्ते पूरा सैमीनार करन दी यतन करांगे। सो असी फिलहाल इत्थे तक समझिया सी कि सुचज्जे गुण कमाना हक लाल दी कमाई है, हर मनुख कमा सकता है। यह वाला पॉइंट साडा बहुत जरूरी विचारन वाला है हर किसी दा। अगर हम किसी भी मजहब के हैं, अपने धर्म की पुस्तकें या ग्रंथ हम पढ़ते हैं तो पढ़ो, उनको गाते हैं गाओ, उनको यहां से ज़बानी याद करके पाठ करते हो करो, पर एक बात याद रखनी है कि ये वाला जो मैसेज निकल के आ रहा है वो मैसेज मेरे ऊपर अप्लाई होना है। अगर मेरे ऊपर अप्लाई नहीं होता तो फिर तो मैं तो हर मैसेज से अपनी छुट्टी ले लूंगा और दूसरों के ऊपर रेफर कर करके, दूसरों के साथ लिंक कर करके अपने आप को यही समझता रहूंगा, मैं तो धर्मी हाँ, मैं तो शरीफ आदमी हाँ, मैं तो पायस हाँ, मैं तो रब नाल जुड़िया ही होया हाँ, आई एम रिलीजियस पर्सन। फिर असी सिमरन दी बरकतां नहीं प्राप्त कर रहे। मानो असी उन्होंने शंट लगा दिता, मानो असी उन्होंने रोक दिता। सो अपना भांडा हमेशा इंज रखना है कि मैं सीखना है, अपने आप को इंप्रूव करना है दिनों दिन। उन्हें भी मैं कई लोगों को माफ नहीं करता, उन्हें भी मैं कई लोगों के बारे मंदा सोचना। अगला जिहड़ा इसका पॉइंट आएगा वो कि असी सिमरन दी बरकतां भाव सिमरन दी स्टेट विच हाँ। अज दा अगला पॉइंट साडा असी इत्थों रीकैप करके विचार रहे हैं। हाँ जी, साडा अगला पॉइंट दिखाओ जी स्क्रीन पे। किसी दा बुरा ना चितवना, नॉट विशिंग ईवल फॉर एनीवन। है जिहड़े इंग्लिश लिखते ने इतना उन्होंने छोटे जे अखरां विच बयान करन दी कोशिश करते ने, तो मैं सारे लिविंग ट्रेजर दी टीम दा धन्नवादी हाँ कि असी अपने आप नूं सिर्फ इंग्लिश दी लैंग्वेज लैंग्वेज इज जस्ट टू कन्वे द मैसेज, और मैसेज मेरे कन्नां नूं नहीं, मैसेज मेरे मन नूं जाना चाहिए। सो वो भाव दे नाल असी उस इंटेंशन दे नाल उसनूं सुनिए कि कन्वे कीता जा रहा। सो असी दूसरिਆਂ ਦੇ बारे चंगी विश रखते हैं तो मानो असी सिमरन कर रहे हैं। रब जी कहते हैं दयालु ने, असी कहते हैं रब जी कृपालु ने, सब कुछ कहते हैं। सो बाणी जदों असी पढ़ रहे हैं तो असी बाणी पढ़ पढ़ के हर शब्द नूं, हर टर्म नूं अपने ते टुकाना है। सो अज दा जिहड़ा पॉइंट आया किसी दा बुरा ना चितवना, मैं इस स्टेट विच रवां हर वेले तो मानो मैं सिमरन कर रहा, मानो मनु सिमरन दी बरकत प्राप्त हुई है।
ਤਾਂ ਮਾਨੋ ਮੈਂ ਉਹ ਐਕਮੀ ਆਫ ਸਪਿਰਿਚੁਅਲ ਲੈਵਲ ਤੇ ਉੱਥੇ ਉੱਪਰ ਹਾਂ। ਜੇ ਮੈਂ ਨਾ ਕਰਾਂ, ਕਿਸੇ ਦਾ ਬੁਰਾ ਚਿਤਵਾਂ, ਕਿਸੇ ਦੇ ਬਾਰੇ ਬੁਰਾ ਵਿਸ਼ ਕਰਾਂ, ਤਾਂ ਮੈਂ ਆਪਣੇ ਲੈਵਲ ਤੋਂ ਗਿਰ ਗਿਆ, ਤਾਂ ਮੈਂ ਰੱਬ ਜੀ ਤੋਂ ਦੂਰ ਹੋ ਗਿਆ। ਐਲੀਵੇਸ਼ਨ ਮੀਨਸ ਰੱਬ ਜੀ ਦੇ ਨਾਲ, ਡਿਕਲਾਈਨਿੰਗ, ਡਿਪਿੰਗ, ਡੁੱਬਦੇ ਆ, ਡਿੱਗਦੇ ਆ, ਮਾਨੋ ਰੱਬ ਜੀ ਤੋਂ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਰੱਬ ਜੀ ਕਿਸੇ ਨੂੰ ਦੂਰ ਨਹੀਂ ਕਰਦੇ। ਜਿਹੜੇ ਕੁਦਰਤ ਦੇ ਖਰੇ ਨਿਯਮ ਨੇ, ਇਹ ਸਾਰੇ ਸਾਡੇ ਸਾਰਿਆਂ ਵਾਸਤੇ ਨੇ। ਅਸੀਂ ਇਸ ਰਜ਼ਾ 'ਚ ਰਹਿੰਦੇ ਹਾਂ, ਇਹਨਾਂ ਨਿਯਮਾਂ ਦੇ ਅਨੁਸਾਰ ਜੀਣ ਦੀ ਚਾਹਤ ਸਿੱਖਦੇ ਹਾਂ। ਇਹਨਾਂ ਨਿਯਮਾਂ 'ਚ ਕਿਸੇ ਦੇ ਨਾਲ ਬੁਰਾ ਨਹੀਂ ਕੀਤਾ ਜਾਂਦਾ। ਇਹਨਾਂ ਨਿਯਮਾਂ ਦੇ ਨਾਲ ਅਸੀਂ ਸੋਚ ਰਹੇ ਹੁੰਦੇ ਆ ਕਿ ਬਈ ਇੰਡੀਆ ਬਹੁਤ ਗਰਮੀ ਪੈ ਗਈ, ਫਲਾਣੀ ਜਗ੍ਹਾ ਗਰਮੀ ਪੈ ਗਈ ਤੇ ਬੜਾ ਬੁਰਾ ਹੋ ਗਿਆ, ਰੱਬ ਨੇ ਸਜ਼ਾ ਦੇ ਦਿੱਤੀ। ਐਸਾ ਨਹੀਂ ਹੈ। ਇਹ ਕਿਸੇ ਜਗ੍ਹਾ ਸਰਦੀ ਪੈ ਰਹੀ, ਕਿਸੇ ਜਗ੍ਹਾ ਗਰਮੀ ਪੈ ਰਹੀ ਹੈ, ਕਿਸੇ ਜਗ੍ਹਾ ਵਿਚਕਾਰਲਾ ਮੌਸਮ ਹੈ। ਇਹ ਸਭ ਕੁਝ ਕੁਦਰਤ ਦੇ ਨਿਯਮ ਨੇ। ਅਸੀਂ ਕੁਦਰਤ ਦੇ ਨਿਯਮਾਂ ਨੂੰ ਕੁਝ ਵੀ ਟੌਂਟ ਕਰਕੇ, ਗਿਲਾ ਸ਼ਿਕਵਾ ਕਰਕੇ, ਕਈ ਲੋਕ ਕਹਿੰਦੇ ਉਹ ਟੁਡੇ ਗॉड ਇਜ਼ ਕ੍ਰੇਜ਼ੀ, ਇਸ ਤਰ੍ਹਾਂ ਕਈ ਲੋਕ ਬੋਲਦੇ ਨੇ। ਤਾਂ ਉਹ ਮਾਨੋ ਰੱਬ ਜੀ ਦੇ ਨਿਯਮਾਂ ਤੋਂ, ਸੱਤ ਦੇ ਨਾਮ ਤੋਂ, ਕੁਦਰਤ ਦੇ ਖਰੇ ਨਿਯਮ ਤੋਂ ਮੁਨਕਰ ਹੋ ਰਹੇ ਨੇ। ਇੰਝ ਹੀ ਅਸੀਂ ਬਾਣੀ ਪੜ੍ਹਦੇ ਹਾਂ। ਬਾਣੀ ਸ਼ੁਰੂ ਚ ਆਉਂਦਾ ਹੈ ਇੱਕ ਓੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ। ਅਮਨ ਜੀ ਸਾਡੀ ਇਹਦੀ ਪੁਸਤਕ ਬਣੀ ਹੋਈ ਹੈ ਗॉड ਲਾਈਕ ਕੁਆਲਿਟੀਜ਼, ਔਰ ਪੰਜਾਬੀ ਚ ਬਣੀ ਹੋਈ ਹੈ ਰੱਬੀ ਗੁਣ। ਇੱਕ ਓੰਕਾਰ ਤੋਂ ਗੁਰਪ੍ਰਸਾਦ ਦੀ ਇਹ ਪੁਸਤਕ 1997 ਦੇ ਕਰੀਬ, ਮੇਰੇ ਖਿਆਲ ਜਾਂ 98 ਚ ਅਸੀਂ ਸੰਗਤਾਂ ਨਾਲ ਸਾਂਝ ਕੀਤੀ ਸੀ। ਇਸ ਤੋਂ ਬਾਅਦ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਪੁਸਤਕ ਬਣੀ ਸੀ। ਉਹਦਾ ਨਾਂ ਅਸੀਂ ਰੱਖਿਆ ਸੀ ਰੱਬੀ ਰਜ਼ਾ। ਫਿਰ ਇਹ ਵਾਲੀ ਪੁਸਤਕ ਤੋਂ ਬਾਅਦ ਸਾਡੀ ਪੁਸਤਕ ਆਈ ਸਚਿਆਰਾ ਕਿਵੇਂ ਬਣੀ ਹੈ, ਜਿਹੜਾ ਪੂਰਾ ਜਪਜੀ ਸਾਹਿਬ ਅਸੀਂ ਸਮਝਿਆ। ਸਾਰੀ A to Z, ਉੱਪਰ ਵਾਲਾ ਸ਼ਲੋਕ, ਆਖੀਰ ਵਾਲਾ ਸ਼ਲੋਕ ਅਤੇ 38 ਪੌੜੀਆਂ, ਸਾਰੀ ਮੇਰੀ ਜਰਨੀ ਹੋਣੀ ਚਾਹੀਦੀ ਹੈ ਕਿ ਮੈਂ ਸਚਿਆਰਾ ਬਣਨਾ ਚਾਹੁੰਦਾ ਹਾਂ। ਇਹਦਾ ਮਤਲਬ ਹਰ ਗੱਲ ਮੈਂ ਆਪਣੇ ਤੇ ਟੁਕਾਵਾਂਗਾ। ਜੇ ਮੈਂ ਸਿੰਪਲੀ ਕਹਿ ਦਿਆਂ ਕਿ ਰੱਬ ਨਿਰਵੈਰ ਹੈ, ਤਾਂ ਉਹ ਅਸਮਾਨ ਤੇ ਬੈਠਾ, ਉਹ ਨਿਰਵੈਰ ਹੈ, ਤਾਂ ਉਹ ਫਿਰ ਮੇਰੇ ਤੇ ਤਾਂ ਟੁਕਿਆ ਨਹੀਂ। ਮੈਂ ਤੇ ਲੋਕਾਂ ਨਾਲ ਵੈਰ ਪਾਲਦਾ। ਸੋ ਕਨਸੈਪਟ ਆਫ ਗॉड, ਰੱਬ, ਗੁਰਬਾਣੀ ਚ ਇਹੀ ਹੋਇਆ ਕਿ ਉਹ ਤੇਰੇ ਅੰਦਰ ਵਸਦਾ, ਤੂੰ ਵੈਸੇ ਵਾਲਾ ਬਣਨਾ ਹੈ। ਤੇਰੇ ਮਨ ਨੇ ਉਸ ਮੈਸੇਜ ਦੇ ਨਾਲ, ਉਹ ਸਤਿਗੁਰ ਦੇ ਮੈਸੇਜ ਦੇ ਨਾਲ ਵਨਨੈਸ ਪ੍ਰਾਪਤ ਕਰਨੀ ਹੈ। ਸੋ ਜਿਹੜਾ ਵਿਜ਼ਡਮ ਦਾ, ਟਰੂਥਫੁਲ ਲਿਵਿੰਗ ਦਾ ਮੈਸੇਜ ਹੁੰਦਾ ਹੈ ਨਾ, ਉਹਦੇ ਨਾਲ ਜਦੋਂ ਅਸੀਂ ਵਨਨੈਸ ਪ੍ਰਾਪਤ ਕਰਦੇ ਹਾਂ, ਗੁਰਬਾਣੀ ਇਹਨੂੰ ਹੀ ਰੱਬ ਨਾਲ ਇਕਮਿਕਤਾ ਕਹਿੰਦੀ ਹੈ। ਜੀਂਦੇ ਜੀ ਸੋ ਜਦੋਂ ਅਸੀਂ ਇਸ ਤਰ੍ਹਾਂ ਜੀਂਦੇ ਜੀ ਆਪਣੇ ਬਾਰੇ ਸੋਚਾਂਗੇ ਕਿ ਮੈਂ ਸਾਰੀ ਉਮਰ ਤੇ ਵੈਰ ਕਰਦਾ ਰਿਹਾ, ਵੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਹਾਲੋਭ, ਧ੍ਰੋਹ, याहू जुगत बिहाने कई जन्म। फर्ज करो मेरी लाइफ 80 साल है, मैं पूरे जिंदगी दे 80 साल हर पल इस तरह लोकां नाल वैर करदा रहा, ऐ मैं एक जन्म लिया, क्रोध करदा रहा, ऐ एक मैं जन्म लिया, मैं नफरत कर लिया। देखने च मेरे 80 साल की उम्र का कैलेंडर ईयर जिहड़ा है, जो मेरा लिखिया जाता है कि इन्ने ईयर ते पैदा होए सी, इन्ने ईयर मर गए सी, उन्हां दी उम्र 80 साल सी, तो वो मैं हर पल मरदा सी, हर पल नेगेटिव्स नाल वैर पालदा सी। मैं किसी नूं बख्शदा ही नहीं। आई नेवर फॉरगिव। विरोध, मनु ऑपोजिशन करके, बहस करके बड़ा मजा आता है। और खास तौर ते रब दे जेड़े गुण ने, जेड़े नियम ने, सच दे, स्पिरिचुअलिटी दे, आइडियल्स दे, मैं उन्हां दा विरोध करदा रहना।
मैं रब्बी गुणा दे नाल एडजस्ट ही नहीं करदा, है ना। बैर विरोध काम क्रोध मोह ਇਹ ਸਾਰੇ ਮੈਨੂੰ ਬੌਦਰ ਕਰਦੇ ਨੇ। ਝੂਠ ਵਿਕਾਰ ਈਵਲਸ ਮਹਾ ਲੋਭ ਧਰੋਹ, ਮੈਂ ਧੱਕਾ ਵੀ ਕਰਦਾ ਔਰ ਗਰੀਡੀ ਵੀ ਹਾਂ। याहू this way by these methods बिहाने कई जन्म, मैं अपने 80 साल की उम्र लखा जन्म बिताए। ਇਹਦਾ मतलब माया मोह प्रीत है काम क्रोध अंकार है, जम की सिरकार है, इन्हों उपर जम का दंड करा। मनु हर वेले जदों भी जम सतांदा सी मैं लोकां नाल वैर करदा सी, करदा हां, रोज पढ़दा हां रब निर्वैर है। सो किसी दा बुरा ना चितवना, रब किसी दा बुरा नहीं चितवदा। कई लोगों को मैं अपनी जबान दे नाल पाठ करदिया देखिया होया, उन्होंने गुटका भी हाथ पकड़िया होया और वो पाठ करन वेले अपने गुटके च इंज अंगूठा रख के जदों किसी बारे कहंदे ने उन्होंने मेरे नाल इंज कीता, रब उन्हां दा दस गिरा दे, रब उहदा नौजवान पुत्र नूं मार देवे, रब करे उन्हां दा ये नुकसान हो जाए, रब करे उन्हां दा रिश्ता टूट जाए। इस तरह लोकी बड़ियां गल्लां करदे ने, असी भी करदे हां, साडे मन अंदर भी आंदा हाय वो कामयाब ना होवे, हाय वो कामयाब क्यों हो गया, उहदी कामयाबी ते ही मैनूं जैलसी हो गई। इंज असी सारे ना ऐसे ऐसे ख्यालां नाल जदों जींदे हां ना तां असी वैर पाल रहे हां, तां असी सिमरन दी अवस्था च नहीं हां। किसी दा बुरा ना चितवना, किसी ने मेरे नाल कुछ कीता, हो सकदा है बचपन च कीता, फिर मेरी स्कूलिंग तो जदों मैं कॉलेज गया उत्थे भी कीता, पॉसिबल है, आस पास साडा समाज है। किसी ने इंटेंशनली कीता या अनइंटेंशनली कीता, है ना। हो सकता है किसी को बड़ा इंपॉर्टेंट सी कि उन्हें बस पकड़नी है, पर मैं भी बस चढ़ रहा सी, पर उन्हें मेरा मनु परे करके आप चढ़ गया, मनु बुरा लगा। उन्हें मैनू नहीं पता कि उसकी इंपॉर्टेंस की सी बस पकड़न, पर मैं ਉਹਦੇ ਵਾਸਤੇ नफरत पाल ली। बचपन जिन्हें कीता सी ਉਹਦੇ ਵਾਸਤੇ नफरत वैर मन अंदर पाल लिया। इंज फिर मैं कॉर्पोरेट सैक्टर च आया, या मैं बिजनेस किया, या मैं नौकरी की, फिर करदे 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 मेरा विआह हो गया, फिर मेरा विआह, फिर मेरा इन लॉज, फिर ब्रदर इन लॉ, सिस्टर इन लॉ, उन्हां दी एक्सटेंडेड फैमिली, फिर वो वाले वैर पालने शुरू कर दिते। ये जिहड़े सारे वैर असी पालदे हां ना, तां असी निर्वैर गॉड तो टुट जाते हां। रब निर्वैर है, मैं निर्वैर नहीं हां, मैं किसी नूं बख्शदा नहीं हां। जदों किसी दे नाल वैर असी पाल लैंदे हां ना, हाँ जी अमन जी, कैन यू से यस और नो? यस नाल हाँ जी, जदों असी वैर पाल लैंदे हां ना, ਇਹ ਬੰਧਨ ਪੈ ਜਾਂਦਾ ਹੈ। ਰਾਈਟ, ਇਹ ਪੈਰਾਂ 'ਚ ਬੇੜੀਆਂ ਪੈ ਗਈਆਂ, ਹੱਥਾਂ 'ਚ ਹਥਕੜੀਆਂ ਲੱਗ ਗਈਆਂ, ਗਲੇ 'ਚ ਜੰਜੀਰੀ ਪੈ ਗਈ। ਨਾਨਕ ਅਵਗੁਣ ਜਿਤਨੇ ਤੇਤੇ ਗਲੀ जंजीर हो गया, जम ने गला पकड़ लिया, मेरी थॉट प्रोसेस दे मेरे वाल पकड़ ले, जो जम आए केस गया पटके, जम ने जींदे जी मेरे ए वाले वाल नहीं, मेरे थॉट प्रोसेस दे अंदरों सारे वाल पकड़ ले, मेरा सारा रोम रोम पकड़।
ਹੁਣ ਤੇਰਾ ਰੈਕਟ ਉਹਦੇ ਨਾਲ ਸ਼ੁਰੂ। ਸੋਲੂਸ਼ਨ, ਗੁਰਬਾਣੀ ਸਾਨੂੰ ਸੋਲੂਸ਼ਨ ਦਿੰਦੀ ਹੈ। ਬੰਧਨ ਤੋੜ ਭਏ ਨਿਰਵੈਰ। ये बंधन तोड़ दे, ये कड़ी को तोड़ दे, ये वैर पालने वाली आदत का स्वभाव छोड़ दे। अगर तेरी मेमोरी में ये वायरस आ गया तो इस वायरस को बार बार याद मत कर, इसके ऊपर एक्शन लेना है। तो इसको फेड होने के लिए तू उसके लिए चंगा गुण कमाना शुरू कर दे, उसके लिए गुड विश करनी शुरू कर दे। एनू सिमरन दी बरकत कहंदे ने। फरीदा बुरे दा भला कर। तेनू किसी बारे बुरा ख्याल आ रहा, अपना ख्याल भला कर ले। तू ਉਹਦੇ ਵਾਸਤੇ ਕੁਝ ਕਰਨ ਜਾ ਜਾਂ ਨਾ ਜਾ, ਸਿਰਫ ਇੱਥੇ ਖਿਆਲ ਭਲਾ ਕਰ ਲੈ। ਅਮਨ ਜੀ, ਅਸੀਂ ਜਦੋਂ ਅਰਦਾਸ ਕਰਦੇ ਹਾਂ ਤਾਂ ਅਸੀਂ ਅਰਦਾਸ ਵਿੱਚ ਕਹਿੰਦੇ ਨਾ, ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਸਰਬੱਤ ਦਾ ਭਲਾ ਚ ਉਹ ਵੀ ਮਨੁੱਖ ਆ ਗਿਆ ਜਿਹਨੇ ਮੇਰੇ ਨਾਲ ਬੁਰਾ ਕੀਤਾ ਸੀ, ਭਾਵੇਂ ਇੰਟੈਂਸ਼ਨਲੀ ਭਾਵੇਂ ਅਨਇੰਟੈਂਸ਼ਨਲੀ। ਅਸੀਂ ਸਰਬੱਤ ਦਾ ਭਲਾ ਉਹਦਾ ਮੰਗ ਰਹੇ ਹਾਂ। ਮੈਨੂੰ ਕਿਸੇ ਨੇ ਪੁੱਛਿਆ ਸੀ, ਜਦੋਂ ਅਸੀਂ ਗੁਰਦੁਆਰੇ ਬੈਠ ਕੇ ਅਰਦਾਸ ਕਰ ਰਹੇ ਹਾਂ, ਕੋਈ ਪੇਸ਼ੈਂਟ ਆਲ ਇੰਡੀਆ ਮੈਡੀਕਲ ਵਿੱਚ ਪਿਆ ਹੋਇਆ, ਹਸਪੀਟਲ ਵਿੱਚ ਪਿਆ ਹੋਇਆ, ਉਹ ਸਾਡੀ ਅਰਦਾਸ ਗੁਰਦੁਆਰੇ ਰਜੌਰੀ ਗਾਰਡਨ ਕੀਤੀ ਹੈ, ਉਹ ਕਿਵੇਂ ਠੀਕ ਹੋ ਜਾਏਗਾ? ਮੈਨੂੰ ਲੋਕੀ ਪੁੱਛਦੇ ਨੇ। ਮੈਨੂੰ ਨਹੀਂ ਪਤਾ ਹੈ ਕਿ ਸਾਡੀ ਅਰਦਾਸ ਦੇ ਨਾਲ ਉਹ ਪੇਸ਼ੈਂਟ ਠੀਕ ਹੋਏਗਾ ਕਿ ਨਹੀਂ ਹੋਏਗਾ, ਪਰ ਜਿਹੜੇ ਇੱਥੇ ਪ੍ਰੈਜ਼ੈਂਟ ਨੇ, ਜਿਹੜੇ ਇਸ ਅਰਦਾਸ ਵਿੱਚ ਪ੍ਰੈਜ਼ੈਂਟ ਹੋ ਕੇ ਬੋਲ ਰਹੇ ਨੇ ਤੇਰੇ ਭਾਣੇ ਸਰਬੱਤ ਦਾ ਭਲਾ, ਉਹਨਾਂ ਨੂੰ ਜਾਂਚ ਆ ਜਾਏਗੀ ਕਿ ਸਾਰਿਆਂ ਵਾਸਤੇ ਭਲਾ ਕਿਵੇਂ ਮੰਗੀਦਾ ਹੈ। ਸਿਮਰਨ ਦੀਆਂ ਬਰਕਤਾਂ, ਯੂ ਆਰ ਇਨ ਸਟੇਟ ਆਫ ਸਿਮਰਨ। ਤੁਸੀਂ ਇਹ ਨਹੀਂ ਸੋਚ ਰਹੇ ਉਹ ਫਲਾਣੇ ਨੂੰ ਕੋਵਿਡ ਹੋ ਗਿਆ, ਰੱਬ ਕਰੇ ਸ਼ੁਕਰ ਹੈ ਇਹ ਜਾਵੇ ਉੱਥੇ ਮਰ ਜਾਏ, ਇੰਜ ਅਸੀਂ ਕਦੀ ਨਹੀਂ ਸੋਚਦੇ। ਅਸੀਂ ਕੀ ਸਿੱਖਦੇ ਹਾਂ? ਨਾ ਕੋ ਬੈਰੀ नहीं बिगाना, सगल संग हमको बन्याई। सगल संग ऐजा सीखते हैं ना जी। ना को मेरा दुश्मन रहा, ना हम किसके बैराई। कोई मेरे बारे मंदा सोच सकता है, कोई मेरे नाल रिवेंज लैंड दे मंसूबे बना सकती, मेरे कर सकता है। कोई मेरे बारे अपनी प्लानिंग विच बैक स्टैबिंग कर सकता है, ओनू मैं नहीं कुछ कह सकता। हाँ, पर मैं मानत नो मन अपने ते बुरा मिटाना कर लिया। जे मैं करने कामयाब हो जा, ऐ सिमरन है। ਜਦੋਂ ਸਾਡੇ ਨਾਲ ਕਦੀ ਕੋਈ ਬੁਰਾ ਕਰਦਾ ਹੈ ਨਾ, ਤਾਂ ਅਸੀਂ ਜ਼ਰੂਰੀ ਨਹੀਂ ਹੈ, ਭਾਵੇਂ ਉਹ ਸਾਡੇ ਘਰ ਦਾ ਕੋਈ ਮੈਂਬਰ ਹੋਵੇ, ਭਾਵੇਂ ਰਿਸ਼ਤੇਦਾਰ ਹੋਵੇ, ਭਾਵੇਂ ਫਰੈਂਡ सर्कल हो, समाज ਵਿੱਚ ਕੋਈ, ਅਸੀਂ ਜਾ ਕੇ अच्छा मैंने तुम्हें माफ कर दिया जी, आओ आओ जफ्फी पाए, इंज नहीं कहते। माफ करना पता की है, मैं तुहाडे बारे बुरा नहीं सोचता, क्योंकि मेरा रब बुरा नहीं सोचता। मेरे अंदर दा रब, जदों मेरा मन उहदे नाल मर्ज हो गया, मन अपने ते बुरा मिटाना, पेखै सगल सृष्ट साजना, सारे मेरे प्रीतम हो गए, प्यारे हो गए। सो जिस मनुख नूं असी बुरा नहीं चितवदे आ ना, मानो असी उहनूं माफ कर दिता, असी उहदे बारे कोई बैड एक्शन नहीं करदे, माफ कर दिता। असी उहदे बारे कोई बैड विश नहीं करदे, हम कर दिता। माफ इत्थे करना है, इत्थे करना है। किसी दा बुरा ना चितवना। सो बचपन तो असी जेड़े जेड़े मनुखा दे नाल नफरत पाल के चलते हैं, उन्हां दे वास्ते बैड विश करते हैं, उन्हां दी ढैंदियां गल्लां च खुश होंदे हैं, उन्हां नूं डिफेम करके खुश होंदे हैं। इस करके सानू एक नवा बंधन पै जांदा है। अमन जी, जी
ਪਹਿਲਾ ਤੇ ਬੰਧਨ ਪਿਆ ਕਿ ਮੈਂ ਉਹਦੇ ਨਾਲ ਨਫ਼ਰਤ ਕੀਤੀ, ਦੂਜਾ ਬੰਧਨ ਪਿਆ ਕਿ ਮੈਂ ਉਹਦੇ ਨਾਲ ਵੈਰ ਪਾਲਦਾ ਹਾਂ, ਤੀਜਾ ਬੰਧਨ ਪਤਾ ਕੀ ਪੈ ਗਿਆ, ਮੈਂ ਉਹਦੀ ਨਿੰਦਾ ਕਰਦਾ ਹਾਂ। ਨਿੰਦਾ ਕਰਨ ਵੇਲੇ ਆਈ ਟਰਾਈ ਟੂ ਸ਼ੋ ਮੈਂ ਬਹੁਤ ਸ਼ਰੀਫ ਹਾਂ, ਮੈਂ ਬਹੁਤ ਓਨੈਸਟ ਹਾਂ ਔਰ ਮੈਂ ਬੜਾ ਧਰਮੀ ਹਾਂ। ਸਾਰਾ ਤਾਂ ਪਾਪ ਉਹਨੇ ਕੀਤਾ ਹੈ, ਸਾਰੀ ਤੇ ਗਲਤੀ ਉਹਦੀ ਹੈ। ਸੋ ਤੀਜਾ ਇੱਕ ਹੋਰ ਜੰਮ ਆ ਗਿਆ ਨਾ। ਸੋ ਜਦੋਂ ਅਸੀਂ ਵੈਰ ਪਾਲਾਂਗੇ, ਗੁੱਡ ਵਿਸ਼ੇਸ ਨਹੀਂ ਕਰਾਂਗੇ, ਬਲਕਿ ਅਸੀਂ ਉਹਨੂੰ ਡਿਫੇਮ ਕਰਨ ਵਾਸਤੇ ਨਿੰਦਾ ਵੀ ਸ਼ੁਰੂ ਕਰ ਦਿਆਂਗੇ। ਸੋ ਅਸੀਂ ਜੇ ਸਿਮਰਨ ਦੀਆਂ ਬਰਕਤਾਂ ਲੈਣਾ ਚਾਹੁੰਦੇ ਹਾਂ, ਜੇ ਅਸੀਂ ਆਪਣੇ ਅੰਦਰ ਖੁਸ਼ਹਾਲੀ ਔਰ ਪ੍ਰੋਸਪੈਰਿਟੀ ਚਾਹੁੰਦੇ ਹਾਂ, ਤਾਂ ਮੈਨੂੰ ਮੇਰਾ ਮਨ ਖਿੜਿਆ ਹਰਿਆ ਬਾਗ ਬਣਾਉਣਾ ਪਏਗਾ। ਅਮਨ ਜੀ, ਇਹ ਗੱਲਾਂ ਰਿਪੀਟੀਟਿਵ ਲੱਗਦੀਆਂ ਨੇ ਤਾਂ ਕੋਈ ਗੱਲ ਨਹੀਂ। ਸਾਰਾ ਦਿਨ ਅਸੀਂ ਰਿਪੀਟੀਟਿਵ ਰੈਪੀਟੀਸ਼ਨ ਸੁਣਦੇ ਹਾਂ ਸਾਰੇ ਚੈਨल्स ਤੇ, ਉਹ ਲਗਾਤਾਰ ਚੈਨਲ चलता रहता है, सब दसता रहता है, वहां पर इतने मर गए, इतने मार दिए, इतने को लूटा, बेटे ने माँ को मार दिया, माँ ने पति को मार दिया, सास को मार दिया, वहां से ननाण ने कर दिया, उसने लूट लिया। हर वेले ही गल्लां करते हैं। चंगियां गल्लां क्यों नहीं रिपीट करते? चंगियां गल्लां रिपीट करांगे तो सानू इंस्पिरेशन मिलेगी। चंगियां गल्लां रिपीट करांगे। जिवें गुणवंत मम्मी जी दे बारे जदों असीं सारे ने रल के रजौरी गार्डन प्रोग्राम कीता सी, उत्थे मैं उन्हां दे परिवार दी सांझ कीती सी ना। सो ਉਹ ਚੰਗੀਆਂ ਗੱਲਾਂ ਨੇ, ਉਹ ਸਿਰਫ ਗੁਣਵੰਤ ਕੌਰ ਮੰਮੀ ਜੀ ਦੇ ਨਾਲ ਨਹੀਂ ਜੁੜਦੀਆਂ ਨੇ। ਹਾਂ, ਪਰ ਉਹ ਗੱਲਾਂ ਨੂੰ ਅਸੀਂ ਹਾਈਲਾਈਟ ਕਰਨ ਵੇਲੇ ਸਾਨੂੰ बोलना पै रहा है, वीर जी की मम्मी, गुणवंत कौर जी मम्मी, जगत की मम्मी, लिविंग ट्रेजर वाली गुणवंत कौर जी। और भी बहुत लोग अच्छा वाला जीवन जींदे होणगे, पर वो एक चांस है वो गल करन दा, बाई चांस वो प्लेटफॉर्म बन गया जिथों असीं ये गल डिस्पले करिए कि गुणवंत कौर मम्मी जी दी अपनी वो आप जठानी सी और उन्हां दी दरानी सी, दोवां दी कदी लड़ाई नहीं हुई। और मैं कोल रह के देखिया उन्हां दी अपनी सस नाल भी कदी लड़ाई नहीं हुई, उन्हां दी अपनी ननाण नाल भी कदी लड़ाई नहीं हुई। सारे टब्बर दे विचकार आपस विच इतना प्यार, वो अपने देर नूं बड़ा प्यार करदे सी, देर दे राणी नूं, उन्हां दे बच्चियां नूं। अगों जदों नूंहां आईयां ने, उन्होंने भी अडॉप्ट कर लिया। जो नूंहां ने भी ये सारा घर दा प्यार दा, हारमनी दा, डिसिप्लिन ज्वाइन कीता ना, अगों फिर बच्चे भी वैसे बनने शुरू हो गए, है ना। असीं ये गल्लां डिस्कस करया करिए। सो चंगियां गल्लां नूं रिपीट करना माड़ी गल नहीं है। दिन रात ते असीं अवगुणियारियां गल्लां ही करदे रहंदे हां। चंगियां गल्लां नूं दृढ़ करीदा है, चंगे चंगे गुणां ਦੀਆਂ ਮਿਸਾਲਾਂ ਲਈਦਾ ਹੈ। ਸਾਨੂੰ ਬਾਣੀ ਜਾਤ ਸਿਖਾਉਂਦੀ ਹੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੇ, ਜੇ ਗੁਣ ਹੋਵਨ ਸਾਜਨਾ ਵਿੱਚ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚਲੀਏ, ਪੈਰੇ ਪਟੰਬਰ ਕਰ ਡੰਬਰ ਆਪਣਾ, ਜਿੱਥੇ ਜਾਏ ਬਈ ਇਹ ਭੱਲਾ ਕਹੀਏ। ਇਹ ਸਾਨੂੰ ਸਿਖਾਉਂਦੀ ਹੈ ਬਾਣੀ। ਤਾਂ ਅਸੀਂ ਸਿਮਰਨ ਦੀ ਸਟੇਟ ਵਿੱਚ ਆ। ਸੋ ਅਸੀਂ ਜਦੋਂ ਨਿਰਵੈਰ ਰਹਿਣਾ ਸਿੱਖਦੇ ਹਾਂ ਨਾ, ਤਾਂ ਫਿਰ ਅਸੀਂ ਉਹਦਾ ਬੁਰਾ ਨਹੀਂ ਚਿਤਵਾਂਗੇ। ਜੇ ਵੈਰ ਪਾਲ ਰਹੇ ਹਾਂ ਤਾਂ ਗੁੱਸਾ ਮਨ ਹੰਡਾ ਰਿਹਾ। ਬਾਣੀ ਸਿਖਾ ਰਹੀ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਸੋ ਸਾਡੀ ਤੱਕਣੀ, ਸਾਡੀ ਸੋਚਣੀ, ਸਾਡੀ ਮੱਥੇ ਦੀ ਤਿਉੜੀ, ਸਾਡੀ ਬਾਡੀ ਲੈਂਗੁਏਜ, ਸਭ ਕੁਝ ਚੇਂਜ ਹੋ ਜਾਂਦਾ ਜੇ ਵੈਰ ਪਾਲੀਏ। ਸਾਡੀ ਉਸ ਮਨੁੱਖ ਦੇ ਨਾਲ ਦੂਰੀ ਵੱਧਦੀ ਜਾਂਦੀ ਹੈ, ਡਿਸਹਾਰਮਨੀ ਹੁੰਦੀ ਜਾਂਦੀ ਹੈ। ਔਰ ਫਿਰ ਸਾਨੂੰ ਨਿੰਦਾ ਕਰਨ ਵਾਲੇ ਔਰ ਨਿੰਦਾ ਸੁਣਨ ਵਾਲੇ ਚੰਗੇ ਲੱਗਦੇ ਨੇ, ਅਸੀਂ ਉਹਨਾਂ ਨਾਲ ਜੁੜ ਬੈਠਦੇ ਹਾਂ। ਕੋਵਿਡ ਵਿੱਚ ਸੋਸ਼ਲ ਡਿਸਟੈਂਸਿੰਗ ਤੇ ਹੋ ਗਈ, ਪਰ ਜਿਨ੍ਹਾਂ ਦੇ ਨਾਲ ਅਸੀਂ ਨਿੰਦਾ ਕਰਦੇ ਹਾਂ ਉਹਨਾਂ ਨਾਲ ਫੋਨ ਤੇ ਲੰਬੀਆਂ ਨਿੰਦਾ ਕਰ ਲੈਂਦੇ ਹਾਂ। ਮੈਂਟਲ ਡਿਸਟੈਂਸਿੰਗ ਨਹੀਂ ਹੋਈ।
कोविड कोलों बच गए मास्क लगा के, पर इत्थों जुबान तो बुरा चितव लिया, जुबान तो निंदा कर ली, सारा वायरस अंदर चला गया। सूंघ भी लिया, अखां तो भी चला गया, मूंह तो भी चला गया, कन्ना तो भी चला गया। सानू ते कोविड हजारां सालां तो है। साडी ब्रीदिंग प्रॉब्लम है, ਅਸੀਂ ਪਵਨ ਗੁਰੂ ਨੂੰ ਬਰੀਦ ਨਹੀਂ ਕਰਦੇ, ਹੈ ਨਾ ਜੀ। ਅਸੀਂ ਆਪਣੇ ਆਪ ਨੂੰ ਕੋਵਿਡ ਤੋਂ ਬਚਾ ਲਿਆ, ਪਰ ਮਨ ਉੱਤੇ ਜਿਹੜਾ ਕੋਵਿਡ ਲੱਗ ਗਿਆ ਉਸ ਨੂੰ ਛੁਡਾਉਣ ਦੀ ਗੱਲ ਚੱਲ ਰਹੀ ਹੈ। ਕਿਸੇ ਦਾ ਬੁਰਾ ਨਾ ਚਿਤਵਨਾ, ਉਹਦੇ ਵਾਸਤੇ ਪਹਿਲੀ ਗੱਲ ਮਨ ਆਪਣੇ ਤੇ ਬੁਰਾ ਮਿਟਾਣਾ। ਮਿਟਾਓ ਯਾਰ ਇਸ ਬਾਤ को। ਅਸੀਂ ਕਹਾਂਗੇ ਮੈਮਰੀ ਤੋਂ ਮਿਟਦਾ ਨਹੀਂ ਹੈ, ਯੈਸ ਮੈਡੀਕਲ ਟਰਮਸ में ਮਿਟਦਾ ਨਹੀਂ ਹੈ, ਪਰ ਅਸੀਂ ਉਸ ਨੂੰ ਇਗਨੋਰ ਤੇ ਕਰ ਸਕਦੇ ਹਾਂ। ਅਸੀਂ ਉਹਨੂੰ ਥਾਟ ਪ੍ਰੋਸੈਸ ਵਿੱਚ ਸਿਰ ਤੇ ਚੁੱਕ ਕੇ ਹਰ ਵੇਲੇ ਇੱਥੇ ਉਹ ਕਾਊਂਟ ਤੇ ਨਹੀਂ ਨਾ ਕਰਦੇ ਰਹਾਂਗੇ। ਉਹਨੂੰ ਚਿਤਵਨਾ ਕਹਿੰਦੇ ਨੇ। ਹਰ ਵੇਲੇ ਯਾਦ ਰੱਖਣਾ ਉਹੀ ਗੱਲ ਨੂੰ, ਉਹਨੇ ਇੰਜ ਕੀਤਾ ਸੀ, ਉਹਨੇ ਸਾਨੂੰ ਧੋਖਾ ਦਿੱਤਾ ਹੈ, ਉਹਨੇ ਸਾਨੂੰ ਚੀਟ ਕੀਤਾ ਹੈ, ਉਹਨੇ ਮੇਰੀ ਕੀਤੀ ਨਹੀਂ ਜਾਣੀ, ਉਹ ਮੇਰੇ ਨਾਲ ਥੈਂਕਲੈਸ ਹੈ, ਉਹਨੇ ਮੇਰੀ ਇਹ ਗੱਲ ਨਹੀਂ ਸੁਣੀ, ਇੰਜ ਕਹਿੰਦੇ ਆ। ਰਾਈਟ, ਹੋਲਡ ਆਨ ਪਲੀਜ਼। ਹੁਣੇ ਸਾਡੇ ਨਾਲ ਵੀਰ ਜੀ ਇਸ ਟੌਪਿਕ ਬਾਰੇ ਸਾਂਝ ਕਰ ਰਹੇ ਨੇ, ਤੇ ਮੈਨੂੰ ਯਾਦ ਹੈ ਕਿ ਕੁਝ ਚਿਰ ਪਹਿਲੇ ਵੀਰ ਜੀ ਨੇ ਹੱਕ ਲਾਲ ਬਾਰੇ ਇੱਕ ਸੈਮੀਨਾਰ 'ਚ ਵੀ ਪੁਆਇੰਟ ਲਿਆ ਸੀ, ਤੇ ਉਹ ਬੜਾ ਇੰਪੋਰਟੈਂਟ ਪੁਆਇੰਟ ਸੀ। ਉਹਦੇ ਵਿੱਚ ਵੀਰ ਜੀ ਨੇ ਡਿਸਕਸ ਕੀਤਾ ਸੀ ਕਿ ਹੀ ਨੋਟਿਸਡ ਕਿ ਜਿਹੜਾ ਇੰਡੀਆ ਦੇ ਵਿੱਚ ਰਿਕਸ਼ਾ ਪੁੱਲਰ ਅਸੀਂ ਦੇਖਦੇ ਹਾਂ, ਤਾਂ ਉਹਨਾਂ ਨੇ ਨੋਟਿਸ ਕੀਤਾ ਕਿ ਵੀ ਜੇ ਸਾਡੇ ਕੋਲ ਕੋਈ ਵੱਡੀ ਕਾਰ ਹੈ, ਸਕੂਟਰ ਹੈ ਜਾਂ ਬਾਈਕ ਹੈ, ਤਾਂ ਉਹ ਬੰਦਾ ਵਿਚਾਰਾ ਗਰਮੀ ਦੇ ਵਿੱਚ ਬੜਾ ਜ਼ੋਰ ਲਗਾ ਕੇ ਆਪਣੀ ਇੱਕ ਸਪੀਡ ਬਣਾ ਕੇ ਲਿਆ ਰਿਹਾ ਹੁੰਦਾ। ਪਰ ਜੇ ਅਸੀਂ ਇੱਕਦਮ ਤੇਜ਼ ਉਹਨੂੰ ਓਵਰਟੇਕ ਕਰਕੇ ਕੱਟ ਮਾਰ ਲੈਂਦੇ ਹਾਂ, ਤਾਂ ਫਿਰ ਅਸੀਂ ਉਹਦਾ ਉਸ ਟਾਈਮ ਹੱਕ ਮਾਰ ਲੈਂਦੇ ਹਾਂ। ਸੋ ਆਈ ਥਿੰਕ ਅਸੀਂ ਆਪਣੀ ਲਾਈਫ ਦੇ ਵਿੱਚ ਜਦੋਂ ਇੱਕ ਤਾਂ ਫਿਜ਼ੀਕਲ ਅੱਖਾਂ ਹੈਗੀਆਂ ਨੇ, ਪਰ ਜਦੋਂ ਅਸੀਂ ਆਪਣੀ ਮਨ ਦੀਆਂ ਅੱਖਾਂ ਖੁੱਲੀਆਂ ਨਹੀਂ ਰੱਖਦੇ ਹਾਂ, ਤਾਂ ਸਾਨੂੰ ਇਹ ਦਿਖਦਾ ਨਹੀਂ ਹੈ ਕਿ ਅਕਸਰ ਲੋਕਾਂ ਦਾ ਸਵਾਲ ਇਹ ਆਉਂਦਾ ਬਾਰ-ਬਾਰ ਕਿ ਲੋਕ ਮੇਰੇ ਨਾਲ ਧੱਕਾ ਕਰਦੇ ਨੇ, ਲੋਕ ਮੇਰੇ ਨਾਲ ਮਾੜਾ ਕਰਦੇ ਨੇ। ਪਰ ਗੁਰਬਾਣੀ ਸਾਨੂੰ ਇਹ ਆਖ ਦਿੰਦੀ ਹੈ ਕਿ ਮੈਂ ਕਿਵੇਂ ਇਹ ਨਾ ਕਰ ਸਕਾਂ। ਜਿਵੇਂ ਵੀਰ ਜੀ ਨੇ ਇੱਕ ਸੈਮੀਨਾਰ ਤੇ ਵੀ ਪੁਆਇੰਟ ਲਿਆ ਸੀ ਕਿ ਪਤਾ ਨਹੀਂ ਸਾਨੂੰ ਕਿਹੜੀ ਅਕਲ ਆ ਗਈ ਹੈ, ਔਰ ਅਸੀਂ ਕਿਵੇਂ ਇੰਨੇ ਜ਼ਿਆਦਾ ਸਾਡੇ ਦਿਮਾਗ ਨੇ ਮੈਸੇਜ ਲੈ ਲਿਆ ਕਿ ਅਸੀਂ ਲੋਕਾਂ ਦੀਆਂ ਕਮੀਆਂ ਦੇਖਣ ਦੇ ਲਾਇਕ ਬਣ ਜਾਂਦੇ ਹਾਂ। ਸੋ ਬੈਕ ਟੂ ਵੀਰ ਜੀ। ਥੈਂਕ ਯੂ ਅਮਨ ਜੀ, ਥੈਂਕਸ ਫॉर ਸ਼ੇਅਰਿੰਗ। ਸੋ ਅਸੀਂ ਨਾ ਜਦੋਂ ਕਿਸੇ ਦੇ ਬਾਰੇ ਬੁਰਾ ਚਿਤਵਦੇ ਹਾਂ ਨਾ, ਔਰ ਜੇ ਬੁਰਾ ਹਰ ਵੇਲੇ ਥਾਟ ਪ੍ਰੋਸੈਸ ਵਿੱਚ ਕਾਊਂਟ ਕਰਦੇ ਰਹਿੰਦੇ ਹਾਂ, ਹਰ ਵੇਲੇ ਉਸੇ ਗੱਲ ਨੂੰ ਚਿੱਥਦੇ ਰਹਿੰਦੇ ਹਾਂ, ਉਹਨੂੰ ਇਥੋਂ ਦੰਦਾਂ ਨਾਲ ਪੀਸ ਕੇ ਇਸ ਤਰ੍ਹਾਂ ਉਹਨੇ ਕੀਤਾ ਮੇਰੇ ਨਾਲ ਇੰਝ, ਦੰਦ ਪੀਸਦੇ ਆ ਨਾ, ਅੱਖਾਂ ਪੀਸਦੇ ਆ ਨਾ, ਤਾਂ ਮਾਨੋ ਅਸੀਂ ਉਹ ਨਫ਼ਰਤ ਵਾਲਾ, ਬੁਰਾ ਚਿਤਵਨ ਵਾਲਾ, ਬੈਡ ਵਿਸ਼ ਵਾਲਾ ਨਾ ਉਹ ਬੀਜ ਖਾ ਰਹੇ ਹਾਂ, ਉਹ ਭੋਜਨ ਖਾ ਰਹੇ ਹਾਂ, ਉਹਨੂੰ ਮੁਰਦਾਰ ਕਹਿੰਦੇ ਨੇ। बैर विरोध काम क्रोध मोह झूठ विकार महान लोभ ਧਰੋ। ਮੇਰਾ ਅੰਦਰੋਂ ਖੂਨ ਗੰਦਾ ਹੋ ਰਿਹਾ ਹੈ, ਮੈਨੂੰ ਪਤਾ ਹੀ ਨਹੀਂ ਇਹਦੇ ਨਾਲ ਮੈਨੂੰ ਕੀ ਨੁਕਸਾਨ ਹੋ ਰਹੇ ਨੇ, ਮੇਰੇ ਮਨ ਦੀ ਸ਼ਾਂਤੀ ਭੰਗ ਹੋ ਰਹੀ ਹੈ। ਸੋ ਬਾਹਰੋਂ ਸਾਰੀ ਦੁਨੀਆ 'ਚ ਸ਼ਾਂਤੀ ਹੋ ਜਾਏ ਕਹਿਣ ਨਾਲ ਨਹੀਂ ਹੋਏਗਾ। ਮੇਰੇ ਇੱਥੇ ਸ਼ਾਂਤੀ ਹੈ, ਮੇਰੇ ਇੱਥੇ ਸ਼ਾਂਤੀ ਹੋ ਜਾਏ। ਮਨੂੰ ਅੱਜ ਸਿਮਰਨ ਦੀਆਂ ਬਰਕਤਾਂ ਰਾਹੀਂ ਸਿਖਾਇਆ ਜਾ ਰਿਹਾ, ਸਿਮਰਨ ਕਰ। ਰੱਬ ਕਿਸੇ ਦਾ ਬੁਰਾ ਨਹੀਂ ਚਿਤਵਦਾ, ਤੂੰ ਨਾ ਬੁਰਾ ਚਿਤਵਿਆ ਕਰ। ਰੱਬ ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਤੂੰ ਸਜ਼ਾ ਦੇਣਾ ਛੋੜ।
ਤੂੰ ਉਹਦੇ ਬਾਰੇ ਮੰਦੀ ਰਾਏ ਬਣਾ ਕੇ ਬੈਡ ਪਲੈਨਿੰਗ ਨਾ ਕਰ। ਜੈ ਸਿਰ ਰਚ ਰਚ ਬਾਂਧਤ ਪਾਗ ਸੋ ਸਿਰ ਚੁੰਚ ਸਵਾਰੇ ਕਾ। ਤੈਨੂੰ ਕਾਂ ਬੌਦਰ ਕਰ ਰਹੇ ਨੇ, ਕਰਨਗੇ ਮਰਨ ਤੋਂ ਬਾਅਦ ਨਹੀਂ, ਕਰ ਰਹੇ ਨੇ। ਜੈ ਸਿਰ ਰਚ ਰਚ ਬਾਂਧਤ ਪਾਗ, ਪਾਗ ਮਤਲਬ ਪਗੜੀ ਨੂੰ ਨਹੀਂ ਕਹਿੰਦੇ। ਪਾਗ ਦਾ ਮਤਲਬ ਹੁੰਦਾ ਜਿਹੜੇ ਫੁੱਟ ਸਟੈਪਸ ਜੋ ਤੂੰ ਪਲਾਨਿੰਗ ਕਰ ਰਿਹਾ ਕਿ ਮੈਂ ਕਿਸ ਤਰ੍ਹਾਂ ਨਿੰਦਾ ਕਰਨੀ ਹੈ, ਕਿਸ ਤਰ੍ਹਾਂ ਡਿਫੇਮ ਕਰਨਾ ਹੈ, ਕਿਸ ਤਰ੍ਹਾਂ ਬਦਲਾ ਲੈਣਾ ਹੈ, ਕਿਸ ਤਰ੍ਹਾਂ ਰਿਵੈਂਜ ਲੈਣਾ ਹੈ, ਕਿਸ ਤਰ੍ਹਾਂ ਉਹਦਾ ਬੁਰਾ ਚਿਤਵਨ ਹੈ, ਇਸ ਤੋਂ ਛੁੱਟ। ਰਾਈਟ ਹੈ ਨਾ। ਜੀ ਸੋ ਅੱਜ ਇਸ ਤੋਂ ਬਾਅਦ ਤੁਸੀਂ ਵਿੰਦਰੀ ਭੂਆ ਜੀ ਜਾਂ ਵਿੰਦਰੀ ਭੂਆ ਜੀ, ਜਸਮੀਤ ਸਿੰਘ ਜਾਂ ਸੁਖਵਿੰਦਰ ਸਿੰਘ ਕੁਐਸਚਨਸ ਹੀ ਨੇ, ਅਗਰ ਤੁਸੀਂ ਇੰਦਰਪਾਲ ਕੌਰ ਹੈ, ਮਹਿੰਦਰਪਾਲ ਸਿੰਘ ਹੈ, ਜਾਂ ਜੋ ਕੋਈ ਵੀ ਹੈ, ਉਹਨਾਂ ਦੀ ਸ਼ੇਅਰਿੰਗ ਜਿਹੜੀ ਤੁਸੀਂ ਲੈਣੀ ਹੈ ਇਸ ਤੋਂ ਬਾਅਦ ਲੈਣਾ। ਮੈਂ ਅੱਜ ਇਸ ਪੁਆਇੰਟ ਨੂੰ ਬਾਰ-ਬਾਰ ਚਿੱਥ ਰਿਹਾ, ਹੈ ਨਾ। ਜਦੋਂ ਪੋਜ਼ਿਟਿਵਲੀ ਚਿੱਥੋ ਨਾ ਕਿਸੇ ਪੁਆਇੰਟ ਨੂੰ, ਉਹ ਵੀ ਚਿਤਵਨ ਹੈ। ਉਹਨੂੰ ਕਥਨਾ ਪਰ ਪੋਜ਼ਿਟਿਵਲੀ ਚੰਗੇ ਗੁਣ ਕੱਥ ਸਕਦੇ ਆ। ਸੋ ਅੱਜ ਦਾ ਚੰਗਾ ਗੁਣ ਜਿਹਦੇ ਨਾਲ ਮੈਨੂੰ ਸਿਮਰਨ ਆ ਸਕਦਾ ਹੈ, ਮੈਂ ਸਿਮਰਨ ਦੀਆਂ ਬਰਕਤਾਂ ਪ੍ਰਾਪਤ ਕਰ ਸਕਦਾ, ਮੈਂ ਅੰਦਰੋਂ ਪ੍ਰਫੁੱਲਤ ਪ੍ਰੋਸਪਰਸ ਹੋ ਸਕਦਾ, ਉਹ ਹੈ ਮਨ ਖਿੜਿਆ ਹਰਿਆ ਬਾਗ ਬਣਾ। ਇਹਦੇ ਚ ਕੰਡੇ ਨਾ ਉਗਾ, ਇਹਦੇ ਚ ਕਿੱਕਰ ਨਾ ਉਗਾ, ਇਹਦੇ ਚ ਨਿੰਮ ਵਾਲੀ ਕੁੜਤਨ ਨਾ ਰੱਖ। ਰਾਈਟ। ਇਹਦੇ ਵਿੱਚ ਬਾਹਰੋਂ ਹਿਪੋਕ੍ਰੇਸੀ ਕਰਕੇ ਉੱਤੋਂ ਨੂੰ ਨਾ ਦਿਖਾ ਕੇ ਮੈਂ ਤੇਰਾ ਮਿੱਤਰ ਆ, ਪਰ ਅੰਦਰੋਂ ਤੂੰ ਉਹਦੀਆਂ ਜੜ੍ਹਾਂ ਵੱਟ ਰਿਹਾ, ਹੈ ਨਾ। ਇਸ ਤਰ੍ਹਾਂ ਕਿਸੇ ਦਾ ਬੁਰਾ ਨਾ ਚਿਤਵਨਾ, ਹੈ ਨਾ। ਕਦੀ ਨਹੀਂ ਅਸੀਂ ਕਹਨਾ ਜ਼ਿੰਦਗੀ ਚ ਚੰਗਾ ਹੋਇਆ ਇਹਦੇ ਨਾਲ ਇੰਝ ਹੋਇਆ, ਇਹਨੇ ਮੇਰੇ ਨਾਲ ਇੰਝ ਕੀਤਾ ਸੀ ਨਾ, ਦੇਖਿਆ ਰੱਬ ਨੇ ਇਹਨੂੰ ਸਬਕ ਸਿਖਾਇਆ ਨਾ। ਇਸ ਸੋਚ ਤੋਂ ਅਸੀਂ ਛੁੱਟਣਾ ਹੈ। ਮਨ ਆਪਣੇ ਤੇ ਬੁਰਾ ਮਿਟਾਨਾ ਹੈ। ਇਹਨੂੰ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਤੋਟ, ਕਥੀ ਕੋਟੀ ਕੋਟ। ਜਿੰਨਾ ਤੂੰ ਚੰਗੇ ਗੁਣ ਨੂੰ ਕਥੇਗਾ ਨਾ, ਇਹਦੀ ਤੋਟ ਨਹੀਂ ਆਏਗੀ। ਚੰਗੇ ਗੁਣਾਂ ਨੂੰ ਕਥੋ ਨਾ, ਇਹ ਵੱਧਦੇ ਨੇ। ਇਹਨਾਂ ਨੂੰ ਦੂਜੇ ਨਾਲ ਸ਼ੇਅਰਿੰਗ ਕਰਨ ਦਾ, ਵੰਡ ਛਕਣਾ ਸਵਾਦ ਆਉਂਦਾ ਹੈ। ਇਹ ਰੱਬੀ ਗੁਣ ਹੈ। ਇਹਦੇ ਨਾਲ ਸਮਾਜ ਦਾ ਭਲਾ ਹੁੰਦਾ ਹੈ, ਇਹਦੇ ਨਾਲ ਦੁਨੀਆ ਦਾ ਭਲਾ ਹੁੰਦਾ ਹੈ। ਸੋ ਜਿਤਨਾ ਅਸੀਂ ਦੂਜੇ ਦੇ ਵੈਲ ਵਿਸ਼ਰ ਬੰਦੇ ਜਾਂਦੇ ਨਾ, ਸਾਰੇ ਸਾਡੀ ਗਲਵੱਕੜੀ ਚ ਆ ਜਾਂਦੇ ਨੇ। ਫਿਰ ਅਸੀਂ ਧਰਤੀ ਬਣ ਜਾਂਦੇ ਹਾਂ। ਜਿਉਂ ਬਸਦਾ ਕੋਈ ਖੋਦਾ, ਕੋਈ ਚੰਦਨ ਲੈ, ਕੋਈ ਇਹਦੇ ਤੇ ਥੁੱਕ ਸੁੱਟ ਦਿੰਦਾ ਜ਼ਮੀਨ ਉੱਤੇ, ਕੋਈ ਗੋਬਰ ਕਰ ਦਿੰਦਾ, ਕੋਈ ਇਹਦੇ ਤੇ ਕੁਝ ਕਰਦਾ, ਕੋਈ ਕੁਝ ਕਰਦਾ, ਪਰ ਉਹ ਵਾਲੀ ਧਰਤੀ ਬਣ ਗਈ। ਸਭ ਦਾ ਭਲਾ, ਉਹ ਵਾਲੀ ਧਰਤੀ ਮਨ ਨਾਲ ਬਣਾ ਨਹੀਂ ਹੈ। ਕਿਸੇ ਦਾ ਬੁਰਾ ਨਾ ਚਿਤਵਨਾ। ਅਮਨ ਜੀ, ਤੁਸੀਂ ਕਾਰਪੋਰੇਟ ਸੈਕਟਰ ਵਿੱਚ ਹੋ, ਤੁਸੀਂ ਦੇਖਿਆ ਹੋਏਗਾ ਕਿ ਪਹਿਲਾਂ ਨਾ ਜਿਹੜੀਆਂ ਐਡਸ ਬਣਦੀਆਂ ਸੀ, ਉਹ ਐਡਸ ਦੇ ਅੰਦਰ ਨਾ ਦੂਜੀ ਕੰਪਨੀ ਦੀ ਨਿੰਦਾ ਕੀਤੀ ਜਾਂਦੀ ਸੀ ਜੀ। ਰਾਈਟ। ਆਸਤਾ ਲਾਜ਼ ਬਣ ਗਏ ਨੇ ਕਿ ਤੁਸੀਂ ਦੂਜੀ ਕੰਪਨੀ ਦਾ ਨਾਮ ਲੈ ਕੇ ਉਹਦੀ ਪ੍ਰੋਡਕਟ ਦੀ ਨਿੰਦਾ ਨਹੀਂ ਕਰ ਸਕਦੇ। ਅੱਜ ਕੱਲ ਵੀ ਤੁਸੀਂ ਟੀਵੀ ਤੇ ਦੇਖਣਾ, ਕਦੀ ਉਹ ਬੜੀ ਲਪੇਟ ਕੇ ਦੂਜੀ ਕੰਪਨੀ ਦੀ ਪ੍ਰੋਡਕਟ ਨੂੰ ਨਾ ਰਿਜੈਕਟ ਕਰ ਦਿੰਦੇ ਨੇ, ਹੈ ਨਾ। ਇਹ ਨਿੰਦਾ ਹੈ। ਉਹ ਜਿਹੜੀ ਐਡਵਰਟਾਈਜ਼ਮੈਂਟ ਕੰਪਨੀ ਹੈ ਨਾ, ਉਹਦਾ ਜਿਹੜਾ ਸਕ੍ਰਿਪਟ ਲਿਖ ਰਿਹਾ ਹੈ ਨਾ, ਲਿਖਣ ਵਾਲਾ, ਉਹ ਵੈਰ ਕਮਾ ਰਿਹਾ ਹੈ। ਉਹ ਦੂਜੀ ਕੰਪਨੀ ਦੀ ਨੂੰ ਪ੍ਰੋਡਕਟ ਨੂੰ ਡੀਫੇਮ ਕਰਕੇ ਆਪਣੀ ਪ੍ਰੋਡਕਟ ਨੂੰ ਉੱਚਾ ਕਰਨਾ ਚਾਹ ਰਿਹਾ ਹੈ। ਇਹਦਾ ਮਤਲਬ ਜਦੋਂ ਅਸੀਂ ਬਿਜ਼ਨਸ ਵਰਲਡ ਵਿੱਚ ਆਵਾਂਗੇ, ਐਡਵਰਟਾਈਜ਼ਮੈਂਟ ਕੰਪਨੀ ਚ ਆਵਾਂਗੇ, ਆਪਣੀ ਪ੍ਰੋਡਕਟ ਦੀ ਵਡਿਆਈ ਕਰਾਂਗੇ ਤਾਂ ਦੂਜੇ ਦੀ ਨਿੰਦਾ ਨਹੀਂ ਕਰਾਂਗੇ। ਜਦੋਂ ਅਸੀਂ ਉੱਥੇ ਵੀ ਸਿਮਰਨ ਕਰ ਸਕਦੇ ਹਾਂ, ਹੈ ਨਾ। ਮੈਂ ਵਿਆਹ ਕੇ ਕਿਸੇ ਦੇ ਘਰ ਆਈ ਹਾਂ, ਮੈਂ ਆਪਣੀ ਸੱਸ ਨੂੰ ਨਿੰਦਾ ਕਰ ਕਰਕੇ ਆਪਣੀ ਮਾਂ ਦੀ ਵਡਿਆਈਆਂ ਨਹੀਂ ਕਰਾਂਗੀ, ਹੈ ਨਾ। ਤੇ ਜਦੋਂ ਆਪਣੇ ਘਰ ਜਾਵਾਂ, ਮੇਰੀ ਮਾਂ ਚ ਕੋਈ ਨੁਕਸ, मम्मी आप भी क्या हो, वहां देखो ना मेरी सासू जी कैसे, उन्होंने ये किया वो आज भी कर दिया। नो नीड टू कंपेयर, नो नीड टू क्रिटिसाइज, नो नीड टू डिवैल्यू एनीवन। बस बेस्ट विशेस दे नाल जीना, किसी दा बुरा ना चितवना। बंधन छुट गए, बंधन तोड़ पे
निर्वैर। अच्छा, निर्वैर होना अज असी सीख रहे हैं। निर्वैर हो गए सिमरन दियां बरकतां, निर्वैर हो गए खुशहाली, निर्वैर हो गए प्रॉस्पेरस, निर्वैर हो गए रब जी दी इकमिकता, निर्वैर हो गए यू आर इन स्टेट ऑफ सिमरन। ਰਾਈਟ आज दा मैसेज क्लियर है? ਜੀ ਵੀਰ ਜੀ ਜਿਵੇਂ ਤੁਸੀਂ ਸਾਨ ਕਰ ਰਹੇ ਹੋ ਤਾਂ ਮੈਨੂੰ ਯਾਦ ਹੈ ਤੁਸੀਂ ਇੱਕ ਵਾਰੀ ਇਹਦੇ ਬਾਰੇ ਜੋਕ ਵੀ ਲਿਆ ਸੀਗਾ ਕਿ ਜਿਹੜੇ ਲੋਕਾਂ ਦਾ ਬਹੁਤ ਮਾੜਾ ਚਿਤਵਦੇ ਨੇ, ਤਾਂ ਇੱਕ ਬੰਦਾ ਬਹੁਤ ਕੋਈ ਰੱਬ ਦੀ ਪ੍ਰਸ਼ੰਸਾ ਕਰਦਾ ਹੈ ਤਾਂ ਉਹ ਜੋ ਕਿ ਕਹਿੰਦਾ ਕਿ ਵੀ ਰੱਬ ਪ੍ਰਗਟ ਹੁੰਦਾ ਹੈ ਤੇ ਕਹਿੰਦਾ ਜਸ ਤੇਰੀ ਕੀ ਖਾਹਿਸ਼ ਹੈ, ਕਹਿੰਦਾ ਮੇਰੇ ਨਾਲ ਪੜੋਸੀਆਂ ਦਾ ਬੁਰਾ ਹੋਏ ਜਿਵੇਂ ਮਰਜ਼ੀ ਕਰਕੇ। ਰੱਬ ਕਹਿੰਦਾ ਵੀ ਮੈਂ ਤੇ ਕਿਸੇ ਦਾ ਬੁਰਾ ਕਰਦਾ ਨਹੀਂ, ਇਹ ਤੇ ਮੈਂ ਕੁਝ ਕਰ ਨਹੀਂ ਸਕਦਾ, ਪਰ ਜੋ ਵੀ ਤੂੰ ਮੰਗੇਗਾ ਨਾ ਉਸ ਦਾ ਡਬਲ ਤੇਰੇ ਪੜੋਸੀਆਂ ਨੂੰ ਮਿਲੇਗਾ। ਤਾਂ ਕਹਿੰਦਾ ਅੱਛਾ, ਫਿਰ ਉਹ ਕਹਿੰਦਾ ਅੱਛਾ ਇੰਜ ਕਰੋ ਮੇਰੀ ਇੱਕ ਅੱਖ ਚਲੀ ਜਾਏ ਤਾਂ ਕਿ ਪੜੋਸੀ ਦੀਆਂ ਦੋਨੋਂ ਚਲੀਆਂ ਜਾਣਗੀਆਂ। ਤਾਂ ਉਹ ਕਹਿੰਦਾ ਮੇਰਾ ਅੱਧਾ ਮਕਾਨ ਗਿਰ ਜਾਏ ਤਾਂ ਕਿ ਪੜੋਸੀ ਦਾ ਪੂਰਾ ਗਿਰ ਜਾਏਗਾ। ਸੋ ਜਿਹੜਾ ਬੰਦਾ ਲੋਕਾਂ ਵਾਸਤੇ ਮਾੜਾ ਸੋਚਦਾ, ਇਹ ਨਹੀਂ ਸੋਚ ਰਿਹਾ ਹੁੰਦਾ ਕਿ ਮੇਰੇ ਅੰਦਰ ਉਹਦੇ ਨਾਲ ਮੇਰੀ ਇੱਕ ਅੱਖ ਜਾ ਰਹੀ ਹੈ, ਮੇਰਾ ਕੀ ਨੁਕਸਾਨ ਹੋ ਰਿਹਾ ਹੈ। ਹੀ ਇਜ਼ ਮੋਰ ਕੰਸਰਨਡ ਅਬਾਊਟ ਕਿ ਸਾਹਮਣੇ ਵਾਲੇ ਦਾ ਕੁਝ ਨੁਕਸਾਨ ਹੋਣਾ ਚਾਹੀਦਾ। हाँ, ਜਦੋਂ ਅਸੀਂ ਕਹਿੰਦੇ ਨਾ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਤਾਂ ਜਦੋਂ ਮੈਂ ਕਿਸੇ ਦੀ ਗਲਤੀ ਦੀ ਸਜ਼ਾ ਉਹਨੂੰ ਦੇਣ ਵਾਸਤੇ ਉਹਨੂੰ ਮਾਫ ਨਹੀਂ ਕਰ ਰਿਹਾ, ਜਦੋਂ ਕਿਸੇ ਦੀ ਗਲਤੀ ਦੀ ਸਜ਼ਾ ਇੱਥੇ ਰਿਵੈਂਜ ਲੈਣ ਵਾਸਤੇ ਵੈਰ ਪਾਲ ਰਿਹਾ, ਉਹਦਾ ਮੈਂ ਨੁਕਸਾਨ ਕਰ ਸਕਾਂ ਜਾਂ ਨਾ ਸਕਾਂ, ਮੇਰੀ ਅੰਦਰ ਦੀ ਸਾਰੀ ਖੇਤੀ ਸੜ ਗਈ। ਪਹਿਲਾਂ ਆਪਣਾ ਨੁਕਸਾਨ ਹੋਏਗਾ, ਪਰਸੈਂਟੇਜ ਦੀ ਨਹੀਂ ਗੱਲ ਚੱਲ ਰਹੀ, अपना तो सारा गया, ओदा पता नहीं कितने परसेंट नुकसान होएगा, एब्सोल्युटली अपना सारा बर्बाद कर लिया। सो सिमरन दियां बरकतां प्राप्त करनियां हन, सिमरन दी स्टेट विच रहना है, तां असी बंधन वैर करन वाला, बैड विशेस वाला, निंदा करन वाला, बदले लैण वाला तोड़ दियांगे। बंधन तोड़ भय निर्वैर, अनदिन पूजो गुर के पैर। मनु पंक्ति शायद ठीक ना याद है, मीन्स एस चाल चलन नु जीवो ना, इस फुटस्टेप्स नु जीवो दिन रात। तुसी सिमरन कर रहे हो, ठीक है ਜੀ। ਸਾਡੇ ਕੋਲ ਇੱਕ ਸਵਾਲ ਵੀ ਹੈ ਅੱਜ ਕਿ ਦੋ ਤਿੰਨ ਸਵਾਲ ਨੇ, ਜਿਨ੍ਹਾਂ ਵਿੱਚੋਂ ਪਹਿਲਾ ਸਵਾਲ ਸਾਨੂੰ ਆਇਆ ਕਿ ਜਿਵੇਂ ਤੁਸੀਂ ਐਕਸਪਲੇਨ ਕਰ ਰਹੇ ਹੋ, ਅਗਰ ਅਸੀਂ ਉਸ ਨੂੰ ਇਸ ਤਰ੍ਹਾਂ ਜੀਵਾਂਗੇ ਤਾਂ ਲੋਕ ਅਕਸਰ ਸਾਡਾ ਫਾਇਦਾ ਉਠਾਉਂਦੇ ਨੇ ਔਰ ਸਾਨੂੰ ਪੰਚਿੰਗ ਬੈਗ ਸਮਝਦੇ ਨੇ ਔਰ ਕੋਈ ਵੀ ਆ ਕੇ ਸਾਨੂੰ ਕੁਝ ਵੀ ਕਹਿ ਜਾਂਦਾ ਹੈ। ਇਹਦੇ ਬਾਰੇ ਅਸੀਂ ਸਾਡੇ ਲਿਵਿੰਗ ਟ੍ਰੇਜਰ ਦਾ ਜਿਹੜਾ ਬੰਗਲਾ ਸਾਹਿਬ ਸਟਾਲ ਲੱਗਾ ਸੀ, ਉਹਦੇ ਚ ਅਸੀਂ ਇਹਦੇ ਬਾਰੇ 1 ਪੇਜ ਆਰਟੀਕਲ ਤਾਂ ਨਾਲ ਸ਼ੇਅਰ ਕੀਤਾ ਸੀ, ਪੰਜਾਬੀ ਚ ਵੀ ਔਰ ਇੰਗਲਿਸ਼ ਚ ਵੀ। ਉਹ ਸਾਰਿਆਂ ਨੂੰ ਤੁਸੀਂ ਲਿੰਕ ਫਾਰਵਰਡ ਕਰ ਦਿਓ, ਠੀਕ ਹੈ ਜੀ। ਤੇ ਦੂਜੀ ਗੱਲ, ਅਸੀਂ ਆਪਣੀ ਕਪੈਸਿਟੀ, ਜੋ ਸਿਆਣਾ ਇਨਸਾਨ ਹੁੰਦਾ ਹੈ ਉਹ ਦੂਜਿਆਂ ਦੇ ਕ੍ਰਿਟਿਸਿਜ਼ਮ ਦੀਆਂ ਸਾਰੀਆਂ ਇੱਟਾਂ ਦੇ ਨਾਲ ਆਪਣੀ ਫਾਊਂਡੇਸ਼ਨ ਬਣਾਉਂਦਾ ਹੈ। तो जितने लोग सानू वट्टे मारते ने इट्टां, ਉਹਦੇ ਨਾਲ ਅਸੀਂ ਹਰਟ ਹੋਣ ਦੀ ਬਜਾਏ ਆਪਣੀ ਫਾਊਂਡੇਸ਼ਨ ਬਣਾਣੀ ਹੈ ਸਬਰ ਦੀ, ਟੋਲਰੈਂਸ ਦੀ, करेक्ट, ताकि मैं स्ट्रॉन्ग फुटिंग पे खड़ा हो सका, मैं अपना क्रिटिसिज्म सुन सका, मैं अपनी निंदा सुन के झांक के बह ना जावा, है ना, बल्कि मैं ए इंस्पिरेशन लवा कि मैं अपनी पॉलिश करनी है, अपना अवगुण सुधारना है। I have to fix up my flaws, my deficiencies, right, ठीक है। लोगों को ਅਸੀਂ फिक्स कर ही नहीं रहे। जे मैं फिक्सअप होवां और मैं ठेका चुक ला, रब जी देखो मैं फिक्सअप हो गया, मैं तुहाडी बाणी ते चलदा, हुण लोकां नूं भी ठीक करो, ऐसे तो कोई है ही नहीं है, कंडीशन ही नहीं है। हाँ, मैं ना किसी नाल बदला नहीं लेना, मैं किसी दे बारे बैड विश नहीं करनी, मैं किसी दा बिगाड़ नहीं सोचना, है ना। जे मैनू समा लगे, मौका मिले
ਤਾਂ ਮੈਂ ਭਲਾ ਜ਼ਰੂਰ ਕਰ ਦਿਆਂਗਾ, ਜੇ ਫਿਜ਼ੀਕਲੀ ਵੀ, ਫਾਈਨੈਂਸ਼ਲੀ ਵੀ, ਜਾਂ ਬਾਈ ਐਨੀ ਮੀਨਸ ਮੇਰੇ ਵੱਲੋਂ ਭਲਾ ਕਰਨ ਦਾ ਚਾਂਸ ਆਇਆ, ਮੈਂ ਉਹ ਮੌਕਾ ਮਿਸ ਨਹੀਂ ਕਰਾਂਗਾ। ਪਰ ਅੱਜ ਘਰ ਬੈਠਾ ਮੈਂ ਭਲਾ ਮੰਗ ਰਿਹਾ, ਸਰਬੱਤ ਦਾ ਭਲਾ ਮੰਗ ਰਿਹਾ, ਸਰਬੱਤੀ ਚ ਉਹਦਾ ਵੀ ਭਲਾ ਮੰਗ ਰਿਹਾ, ਹੈ ਨਾ। ਸੋ ਇਹ ਸਰਬੱਤ ਦਾ ਭਲਾ ਦੀ ਜਿਹੜੀ ਅਰਦਾਸ ਦੀ ਜਾਂਚ ਹੈ ਨਾ, ਇਹ ਬੜਾ ਕੀਮਤੀ ਟੂਲ ਹੈ ਆਪਣੇ ਆਪ ਨੂੰ ਫਿਕਸ ਅਪ ਕਰਨ ਦਾ, ਹੈ ਨਾ। ਸੋ ਕਿਸੇ ਬਾਰੇ ਵੀ ਮੰਦਾ ਨਹੀਂ ਚਿਤਵਨਾ, ਬਸ ਅਸੀਂ ਤੇਰੇ ਨਾਲ ਪਿਆਰ ਕਰਦੇ ਹਾਂ, ਕਿਉਂਕਿ ਇਸ ਤਰ੍ਹਾਂ ਮੰਦਾ ਨਹੀਂ ਚਿਤਵਦੇ। ਜ਼ਰੂਰੀ ਥੋੜ੍ਹਾ ਮੈਨੂੰ ਜਾ ਕੇ ਕਹਾਂ ਮੈਂ ਤੈਨੂੰ ਮਾਫ ਕੀਤਾ, ਆਮ ਜੱਫੀ ਪਾ, ਇਹਦੀ ਨਹੀਂ ਗੱਲ ਚੱਲ ਰਹੀ। ਮੰਦਾ ਨਾ ਚਿਤਵਨਾ ਪਿਆਰ ਕਰਨਾ ਹੈ, ਮੰਦਾ ਨਾ ਚਿਤਵਨਾ ਸਰਬੱਤ ਦਾ ਭਲਾ ਮੰਗਣਾ ਸਿਮਰਨ ਹੈ। ਆਪਣਾ ਬੰਧਨ ਤੋੜ ਲਿਆ, ਵੈਰ ਪਾਲਣ ਦਾ, ਵੈਰ ਨੂੰ ਕੈਰੀ ਕਰਨ ਦਾ। ਕਲੀਅਰ ਜੀ? ਕੈਨ ਆਈ ਆਸਕ ਯੂ ਵਨ ਰੀਅਲ ਟਾਈਮ ਸਿਚੁਏਸ਼ਨ ਕਿ ਜਿਵੇਂ ਮੈਂ ਗੱਡੀ ਚਲਾ ਰਿਹਾ ਔਰ ਬਾਈ ਚਾਂਸ ਮੈਂ ਅੱਗੇ ਕਿਸੇ ਦੀ ਗੱਡੀ ਨੂੰ ਹਿੱਟ ਕਰ ਦਿੱਤਾ, ਠੋਕ ਦਿੱਤਾ, ਤਾਂ ਉਹ ਬੰਦਾ ਇੱਕਦਮ ਬਾਹਰ ਨਿਕਲ ਕੇ ਆਏ ਔਰ ਮੇਰੇ ਉੱਤੇ ਮਤਲਬ ਬਹੁਤ ਗਾਲਾਂ ਕੱਢਣ ਲੱਗ ਜਾਏ ਔਰ ਮਤਲਬ ਹੀ ਇਜ਼ ਵੈਰੀ ਹੌਟ, ਤਾਂ ਉਸ ਟਾਈਮ ਕੀ ਕਰਨਾ ਚਾਹੀਦਾ? ਤੁਸੀਂ ਉਹਨੂੰ ਠੋਕਿਆ ਕਿਉਂ? ਮੈਂ ਗੱਡੀ ਚਲਾ ਸੀ, ਮੈਂ ਬਾਈ ਚਾਂਸ ਆਪਣਾ ਫੋਨ ਦੇਖ ਰਿਹਾ ਸੀ ਤੇ ਹਾਂ, ਫਿਰ ਉਹਨੂੰ ਕਹਿਣਾ ਚਾਹੀਦਾ ਤੁਸੀਂ ਮੈਨੂੰ ਮਾਫ ਕਰ ਦਿਓ, ਲਾਜ਼ ਮੁਤਾਬਕ ਜਿਹੜੀ ਮੇਰੀ ਸਜ਼ਾ ਹੈ ਉਹ ਮੈਨੂੰ ਦੇ ਦਿਓ। ਪਰ ਹਾਂ, ਮੈਨੂੰ ਸਮਝ ਆ ਰਹੀ ਹੈ ਕਿ ਪਹਿਲੀ ਪ੍ਰੋਬਲਮ ਮੇਰੇ ਤੋਂ ਸ਼ੁਰੂ ਹੋਈ ਹੈ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਨਾ ਆਪਣੇ, ਜੋ ਮੈਂ किया सो मैं पाया ते लॉज ਨੂੰ प्रॉपर फॉलो नहीं ਕੀਤਾ। आई एम मिस्टेकन। बजाय इसके कैसे होते ना लड़ना शुरू करा, क्या है कोई लगी थोड़ना, इतना क्या हो गया, इतना क्या बोल रहा है, जरा सा टच ही तो हुआ है, कौन सा वो पड़ गया है, आसी ओनू तो नहीं टीच करांगे कुछ भी। राइट, ठीक है ना, वेरी वेल सर। ਹੁਣ ਜਸਮੀਤ किसी ने हैंड रेज ਕੀਤਾ, आई थिंक उन्होंने जाना भी है, ਤਾਂ आई वुड रिक्वेस्ट कि प्लीज ਅੱਜ ਦੇ ਟੌਪਿਕ ਬਾਰੇ ਉਹ ਸਾਡੇ ਨਾਲ ਕੋਈ ਪਹਿਲਾਂ ਆਪਣੇ ਇੱਕ ਮਿੰਟ, ਤੇਜਵੀਰ ਨੇ ਹੈਂਡ ਰੇਜ਼ ਕੀਤਾ ਜੀ। ਹਾਂਜੀ ਤੇਜਵੀਰ ਜੀ, ਮੈਂ ਤੁਹਾਨੂੰ ਅਨਮਿਊਟ ਕਰ ਰਿਹਾ ਜੀ। ਤੇਜਵੀਰ ਜੀ ਆਵਾਜ਼ ਬਹੁਤ ਹੈਲੋ, ਹੁਣ ਆ ਰਹੀ ਠੀਕ? ਹੁਣ ਠੀਕ ਆ। ਹਾਂਜੀ, ਜੋ ਤੁਸੀਂ ਹੁਣੇ ਇੱਕ ਐਗਜ਼ਾਮਪਲ ਦੇ ਰਹੇ ਸੀ ਉਹ ਮੇਰੀ ਹੱਡ ਬੀਤੀ ਹੈ। ਤਕਰੀਬਨ 3-4 ਸਾਲ ਦੀ ਗੱਲ ਹੈ, ਮੈਨੂੰ ਯਾਦ ਹੈ ਮੈਂ ਆਫਿਸ ਜਾ ਰਿਹਾ ਸੀ ਘਰੋਂ ਤੇ ਗੱਡੀ ਠੁੱਕ ਗਈ ਸੀ। ਮੇਰਾ ਥੋੜਾ ਮਤਲਬ ਐਰਰ ਮੇਰਾ ਹੀ ਸੀਗਾ, ਮਤਲਬ ਮੈਂ ਬ੍ਰੇਕ ਲੇਟ ਮਾਰੀ ਜਾਂ ਨਾਲ ਨਾਲ ਮੈਂ ਥੋੜਾ ਖਾ ਵੀ ਰਿਹਾ ਸੀ ਕੁਛ, ਇੱਕਦਮ ਹੀ ਉਹ ਹੋ ਗਿਆ ਕੀ ਤੇ ਮੇਰੇ ਕੋਲ ਆ ਗਿਆ, ਉਹਨੇ ਕਾਫੀ ਗੁੱਸੇ ਹੋਇਆ। ਹਾਲਾਂਕਿ ਮਤਲਬ ਇੰਨਾ ਜ਼ਿਆਦਾ ਨੁਕਸਾਨ ਨਹੀਂ ਮੈਨੂੰ ਲੱਗਿਆ ਸੀ ਕਿ ਉਹਦੀ ਗੱਡੀ ਦਾ ਹੋਇਆ, ਬਟ ਉਹ ਮੇਰੇ ਮਗਰ ਪੈ ਗਿਆ ਕਿ ਮੈਂ ਹੁਣੇ ਗੱਡੀ ਠੀਕ ਕਰਾਈ ਸੀ ਤੇ ਮੈਨੂੰ ਤੂੰ ਪੈਸੇ ਦੇ। ਮੈਂ ਕਿਹਾ ਸਰ ਤੁਹਾਨੂੰ ਤਾਂ ਇੰਸ਼ੋਰੈਂਸ ਦਾ ਕਲੇਮ ਮਿਲ ਹੀ ਜਾਏਗਾ, ਆਈ ਅਗਰੀ। ਹੁਣ ਗੱਡੀ ਚੱਲਦੀ ਹੈ ਤੇ ਠੁੱਕ ਤੇ ਜਾਂਦੀ ਹੈ, ਤੇ ਮੈਂ ਮਤਲਬ ਸੌਫਟ ਹੀ ਸੀ ਆਪਣੇ ਵੱਲੋਂ। बट ही वॉज वेरी वेरी एग्रेसिव। ਤੇ ਉਹਨੇ ਕਿਹਾ ਕਿ भैया ऐसे ऐसे ठुकी है, कितने पैसे लगेंगे? तो कर करा के उन्हें मैंने कहा 3000 रुपये लगेंगे, आप दो। मैं कहा मेरे पास है नहीं। कहती कोई बात नहीं, आसपास ATM होगा, मैं चलता हूँ। उन्हें उस वेले मेरे को 2 फोन होंगे सी, तो उन्हें चलाकी नाल एक फोन मेरे तो छीन लिया। तो कहना आप चलो आगे आगे, मैं आपको पीछे फॉलो करता हूँ, फोन मेरे पास है। मैं क्या तो मैं ऑफिस के लिए लड़ा, मैं बड़ी बेइज्जती की थी बट मनिया नहीं। फिर फाइनली ਉੱਥੇ ਜਿੱਥੇ ਜੀ ATM ਆਉਂਦਾ ਸੀ ਉੱਥੇ ਰੁਕਿਆ, 3000 ਰੁਪਏ ਕਢਾਏ, ਉਹਨੂੰ ਦਿੱਤੇ ਤੇ ਇਟ ਵਾਸ ਵੈਰੀ ਮਤਲਬ ਫਿਰ ਮੈਨੂੰ ਹੋਇਆ ਮਹਿਸੂਸ ਕਿ ਹਾਂ ਯਾਰ, ਜੇ ਅਸੀਂ ਲਿਵਿੰਗ ਚਾਰਜਿਸ ਸੁਣਦੇ ਹਾਂ ਤੇ ਜੇ ਮੇਰੀ ਗੱਡੀ ਕੋਈ ਠੋਕ ਜਾਂਦਾ ਤੇ ਮੈਂ ਇਤਨਾ ਜ਼ਿਆਦਾ ਉਹਦੇ ਮਗਰ ਨਹੀਂ ਲੱਗਦਾ ਕਿ ਤੂੰ ਮੈਨੂੰ ਪੈਸੇ ਦੇ ਐਵੇਂ ਕਰ। ਹੁਣ ਉਹਦੇ ਬਾਰੇ ਇਸ ਮੌਕੇ ਤੇ ਵੀ ਕੈਨੋਟ ਮਤਲਬ
ਉਹਨੂੰ ਨਹੀਂ ਕਹਿੰਦੇ ਕਿ ਤੂੰ ਐਵੇਂ ਨਾ ਕਰ, ਬਿਕੋਜ਼ ਐਂਡ ਆਫ ਦ ਡੇ if I am listening to any message कि how I can make myself better off, ਤੇ ਮੈਂ working ਆਪਣੇ ਉੱਤੇ ਕਰਨੀ ਹੈ। ਹਾਂ ਹੁਣ ਮੈਂ ਜੇ ਉਸ incident ਵਿੱਚ ਜੇ ਮੈਂ ਪੈ ਗਿਆ ਜਿੱਥੇ I am on the other side, I have done the something bad to pay for it, so ਉੱਥੇ ਉਹ ਹਿਊਮੈਨਿਟੀ ਵਾਲੀ ਗੱਲ ਮੈਨੂੰ ਲੱਗਦਾ ਨਹੀਂ ਚੱਲਦੀ। ਮਤਲਬ ਇਟ ਇਜ਼ ਕਿ ਹਾਂ ਜੇ ਨੁਕਸਾਨ ਹੋਇਆ ਔਰ ਜੋ ਮਗਰ ਲੱਗ ਗਿਆ ਬੰਦਾ, ਤੇ ਜੇ ਅੱਗੇ ਵਧਣਾ ਹੈ ਤੇ ਬੈਸਟ ਇਹੀ ਹੈ ਕਿ ਯਾਰ ਹੁਣ ਸੈਟਲ ਕਰ ਲਓ, ਜਿੰਨਾ ਕਹਿੰਦਾ ਹੈ ਜਿਵੇਂ ਵੀ ਕਹਿੰਦਾ ਉਹ ਕਰਕੇ ਕੰਮ ਮੁਕਾਓ। ਹਾਂ ਬੀ ਅਵੇਅਰ ਫਰਮ ਨੈਕਸਟ ਟਾਈਮ ਕਿ ਹਾਂ ਹੋਰ ਅਵੇਅਰਨੈਸ ਗੱਡੀ ਚਲਾਈ ਜਾਏ, ਇਸ ਤਰ੍ਹਾਂ ਦੇ ਓਕੇਜ਼ਨ ਨਾ ਬਣਨ। ਇਹ ਇੱਕਦਮ ਮੈਨੂੰ ਖਿਆਲ ਆਇਆ। ਨਹੀਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਸਾਨੂੰ ਐਟੀਟਿਊਡ ਬਹੁਤ, ਜੋ ਅਸੀਂ ਇੱਥੇ ਸਿੱਖ ਵੀ ਰਹੇ ਹਾਂ ਉਹੀ ਸਿੱਖ ਰਹੇ ਹਾਂ ਕਿ ਸਾਡਾ ਐਟੀਟਿਊਡ ਇਹ ਹੋਣਾ ਚਾਹੀਦਾ ਹੈ ਕਿ ਵੀ ਮੈਂ ਕਿਵੇਂ ਉਸ ਸਿਚੁਏਸ਼ਨ ਨੂੰ ਹੈਂਡਲ ਕਰਨਾ। ਫॉर श्योर ਵੀ ਕੈਨ ਨਾਟ ਟੇਕ ਰਿਸਪੌਂਸਿਬਿਲਿਟੀ ਆਫ ਦਾ ਅਦਰ ਪਾਰਟੀ। ਔਰ ਇੱਥੇ ਮੈਨੂੰ ਇੱਕ ਵੀਰ ਜੀ ਦਾ ਪੁਆਇੰਟ ਬਹੁਤ ਕੀਮਤੀ ਯਾਦ ਆਉਂਦਾ ਹੈ ਕਿ ਜਦੋਂ ਮਾਪਿਓ ਬੱਚਿਆਂ ਨੂੰ ਡਾਂਟਦੇ ਨੇ ਤਾਂ ਵੀਰ ਅਕਸਰ ਹੀ ਕਹਿੰਦੇ ਨੇ ਕਿ ਤੁਸੀਂ MBA ਕੀਤੀ ਹੈ ਜਾਂ BA ਕੀਤੀ ਹੋਈ ਹੈ, ਬੱਚਾ ਤੇ ਅਜੇ ਉਹਨੂੰ ਤੇ ਨਹੀਂ ਪਤਾ ਹੈਗਾ। ਸੋ ਆਈ ਥਿੰਕ ਸਾਡੀ ਲਾਈਫ ਵਿੱਚ ਹੀ ਸਾਡੇ ਨਾਲ ਹਰ ਵਕਤ ਇਹ ਮੁਜ਼ਾਹਰਾ ਬਣਦਾ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਵੀ ਸਭ ਕੁਝ ਪਰਫੈਕਟ ਔਰ ਸਿਸਟਮ ਬਿਲਕੁਲ, ਮਤਲਬ ਸੂਈ ਜਿੰਨੀ ਵੀ ਜਿਹੜੀ ਹੈ ਨਾ, ਅਸੀਂ ਕਿਸੇ ਨੂੰ ਮੌਕਾ ਨਹੀਂ ਦਿੰਦੇ ਰੀਅਲ ਲਾਈਫ ਦੇ ਵਿੱਚ ਕੋਈ ਗਲਤੀ ਕਰਨ ਦਾ। ਬਖਸ਼ਣਾ ਤੇ ਬਹੁਤ ਦੂਰ ਦੀ ਗੱਲ ਹੈ। ਜਸਮੀਤ ਜੀ ਕੀ ਸਾਡੇ ਨਾਲ ਪਲੀਜ਼ ਉਹ ਟੌਪਿਕ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਜੀ? ਆ ਰਹੀ। ਹਾਂਜੀ, ਸੌਰੀ ਮੈਂ ਜੁਆਇਨ ਕਰਦਿਆਂ ਥੋੜਾ ਲੇਟ ਹੋਇਆ, ਪਹਿਲੇ ਵਾਲਾ ਸੈਸ਼ਨ ਇੱਕ ਚੱਲਦਾ ਪਿਆ ਸੀ। ਜੋ ਵੀਰ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਕਰਦੇ ਪਏ ਸੀ, ਉਧਰ ਉਹਨਾਂ ਨੇ ਐਗਜ਼ਾਮਪਲ ਦਿੰਦਿਆਂ ਜਦੋਂ ਨਿਰਵੈਰਤਾ ਦੀ ਗੱਲ ਕੀਤੀ, ਉਸ ਤੋਂ ਪਹਿਲੇ ਉਹਨਾਂ ਨੇ ਐਗਜ਼ਾਮਪਲ ਕੋਟ ਕੀਤੀ ਕਾਂ ਦੀ। ਤੇ ਮੈਨੂੰ ਉਸ ਵਕਤ ਗੁਰੂ ਨਾਨਕ ਸਾਹਿਬ ਦਾ ਸ਼ਲੋਕ 12 ਤੇ ਵਧੇਕ ਇੱਕ ਬੜੀ ਪਿਆਰੀ ਐਗਜ਼ਾਮਪਲ ਹੈ, ਉਹ ਚੇਤੇ ਆਇਆ। ਗੁਰੂ ਨਾਨਕ ਸਾਹਿਬ ਇੱਕ ਚੀਜ਼ ਸਪਸ਼ਟ ਕਰਦੇ ਪਏ ਨੇ, ਕਲਰ ਕੇਰੀ ਛਪੜੀ ਕੌਆ ਮਲ ਮਲ ਨਾਏ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਪਸ਼ੂ ਪੰਛੀ ਨੇ ਨਹੀਂ ਪੜ੍ਹਨੀ, ਅਸਾਂ ਦੇਖਣਾ ਹੈ ਕਿ ਕਿਤੇ ਸਾਡਾ ਸੁਭਾਅ ਇਹੋ ਜਿਹਾ ਤੇ ਨਹੀਂ ਹੋ ਗਿਆ। ਹੰਸ ਐਗਜ਼ਾਮਪਲ ਵਰਤੀ ਗਈ, ਜਿਹਦੀ ਬਿਰਤੀ ਹੰਸ ਵਾਂਗ ਹੈ, ਜੋ ਅੰਦਰੋਂ ਤੇ ਬਾਹਰੋਂ ਇੱਕ ਹੈ, ਜਿਹਦੀ ਖੁਰਾਕ ਗੁਰਮਤਿ ਦੇ ਹੀਰੇ ਮੋਤੀ ਹੈ। ਬਗਲਾ ਵਰਤਿਆ ਗਿਆ, ਬਗਲਾ ਇਸ ਲਈ ਵਰਤਿਆ ਗਿਆ ਕਿ ਜਿਹੜਾ ਅੰਦਰੋਂ ਹੋਰ ਤੇ ਬਾਹਰੋਂ ਹੋ ਰਿਹਾ, ਬਾਹਰੋਂ ਭੇਖ ਤੇ ਪਾਇਆ ਹੋਇਆ ਹੈ ਪਰ ਅੰਦਰ ਛਲ ਕਪਟ ਹੈ। ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਪਿਲੋ ਬਸ ਪਾਣੀ ਵਾਲੀ ਬਾਤ ਹੈ। ਕਾਂ ਵਰਤਿਆ ਗਿਆ ਜਿਹੜਾ ਅੰਦਰੋਂ ਵੀ ਕਾਲਾ ਬਾਹਰੋਂ ਵੀ ਕਾਲਾ, ਜਿਹਨੂੰ ਗੰਦਗੀ ਪਸੰਦ ਹੈ, ਤੇ ਜਿਹੜਾ ਜਦੋਂ ਬੋਲਦਾ ਵੀ ਹੈ ਉਹ ਕਾਂ ਕਾਂ ਕਰਦਾ, ਕੋਈ ਜ਼ਿਆਦਾ ਦੇਰ ਤੱਕ ਕਾਂ ਨੂੰ ਸੁਣ ਨਹੀਂ ਸਕਦਾ। ਗੁਰੂ ਸਾਹਿਬ ਬੜੀ ਪਿਆਰੀ ਐਗਜ਼ਾਮਪਲ ਦਿੰਦੇ ਪਏ ਨੇ, ਕਲਰ ਕਿਹੜੀ ਛਪੜੀ ਕੌਆ ਮਲਮਲਣਾ ਹੈ। ਕਲਰਾਠੀ ਹੁੰਦੀ ਹੈ ਇੱਕ ਧਰਤੀ, ਜਿਵੇਂ ਫਰਟਾਈਲ ਲੈਂਡ ਹੁੰਦੀ ਹੈ, ਇਨਫਰਟਾਈਲ ਲੈਂਡ ਹੁੰਦੀ ਹੈ, ਜਿਵੇਂ ਕਲਰਾਠੀ ਇੱਕ ਧਰਤੀ ਹੁੰਦੀ ਹੈ, ਜਿਵੇਂ ਖਾਲਸ ਧਰਤੀ ਹੁੰਦੀ ਹੈ ਜੋ ਸਿੱਧਾ ਮਾਲਕ ਦੇ ਅਧੀਨ ਹੋਏ। ਕਲਰਾਠੀ ਉਹ ਧਰਤੀ ਹੁੰਦੀ ਹੈ ਜਿਹਦੇ ਅੰਦਰ ਪਾਣੀ ਜ਼ੀਰਦਾ ਨਹੀਂ, ਪਾਣੀ ਸਮਾਂਦਾ ਨਹੀਂ, ਪਾਣੀ ਉੱਤੇ ਖਲੋਤਾ ਰਹਿੰਦਾ ਹੈ। ਹੁਣ ਕਿਉਂਕਿ ਪਾਣੀ ਸਮਾਂਦਾ ਨਹੀਂ ਹੈ, ਖਲੋਤਾ ਰਹਿੰਦਾ, ਇਸ ਕਰਕੇ ਉਧਰ ਬਦਬੂ, ਉਧਰ ਬਿਮਾਰੀਆਂ, ਉਧਰ ਮੱਖੀ ਮੱਛਰ ਹੋਣੇ ਲਾਜ਼ਮੀ ਨੇ। ਤੇ ਜਿਹੜੀ ਕਾਂ ਹੈ ਉਹ ਤੁਹਾਨੂੰ ਅਕਸਰ ਉਧਰ ਨਜ਼ਰ ਆਏਗਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪਏ ਨੇ ਕਲਰ ਕੇਰੀ ਛਪੜੀ ਕੌਆ ਮਲ ਮਲ ਨਾਏ, ਤੇ ਅੱਗੇ ਕਹਿੰਦੇ ਪਏ ਨੇ ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ। ਹੇ ਸਿੱਖਾ, ਚੇਤਾ ਰੱਖੀ, ਤੂੰ ਇੱਕ ਵਾਰੀ ਸਵੈ ਪ੍ਰਚੋਲ ਕਰੀਂਗੀ, ਤੇਰੀ ਹਾਲਤ, ਤੇਰੀ ਅਵਸਥਾ, ਤੇਰਾ ਜੀਣਾ ਉਸ ਕਾਂ ਵਾਂਗ ਤੇ ਨਹੀਂ ਹੋ ਗਿਆ ਕਿ ਤੈਨੂੰ ਕੇਵਲ ਗੰਦਗੀ ਦੇ ਵਿੱਚ ਹੀ ਮਲ ਮਲ ਕੇ ਨਾ ਕੇ ਹੀ ਬੜਾ ਅੱਛਾ ਲੱਗਦਾ ਪਿਆ, ਕਿਉਂਕਿ ਤੇਰਾ ਮਨ ਤੇ ਤੇਰਾ ਤਨ ਭਾਵ, ਤੇਰਾ ਥਾਟ ਪ੍ਰੋਸੈਸ ਤੇ ਤੇਰਾ ਕਰਮ ਬਸ ਹਰ ਵਕਤ ਨਿੰਦਨ ਤੇ ਵਿੱਚ ਹੀ ਖੜੇ ਨੇ, ਹਰ ਵਕਤ ਡਿਸਟਰਕਟਿਵ ਖਿਆਲ ਵਿੱਚ ਖੜੇ ਨੇ, ਕੰਸਟਰਕਟਿਵ ਖਿਆਲਾਂ ਵੱਲ ਵੱਧਦਾ ਹੀ ਨਹੀਂ ਪਿਆ। ਤੂੰ ਪ੍ਰੋਬਲਮਸ ਤੇ ਡਿਸਕਸ ਕਰਦਾ ਪਿਆ ਪਰ ਸੋਲੂਸ਼ਨ ਵਾਲੇ ਪਾਸੇ ਵੱਧਦਾ ਹੀ ਨਹੀਂ ਪਿਆ। ਤੇ ਗੁਰੂ ਸਾਹਿਬ ਅੱਗੇ ਫਿਰ ਇੱਕ ਚੀਜ਼ ਹੋਰ ਸਪਸ਼ਟ ਕਰਦੇ ਪਏ ਨੇ, ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਸਾਕਤ ਕਿਸੇ ਬੰਦੇ ਨੂੰ ਨਹੀਂ ਕਿਹਾ ਗਿਆ, ਸਾਕਤ ਸੋਚ ਨੂੰ, ਥਾਟ ਪ੍ਰੋਸੈਸ ਨੂੰ ਕਿਹਾ ਗਿਆ। ਜਦੋਂ ਮੇਰੀ ਥਾਟ ਪ੍ਰੋਸੈਸ ਉਹ ਸਾਕਤ ਵਾਲੀ ਹੋ ਜਾਏਗੀ, ਫਿਰ ਉਹ ਗੰਦਗੀ ਮੈਨੂੰ ਇੰਨੀ ਪਸੰਦ ਆਏਗੀ
ਕਿ ਮੈਂ ਇੱਕ ਓਪਰਚੁਨਿਟੀ, ਜੋ ਵੀਰ ਜੀ ਜ਼ਿਕਰ ਕਰਦੇ ਪਏ ਸੀ, ਮੈਂ ਇੱਕ ਓਪਰਚੁਨਿਟੀ ਲੱਭਾਂਗਾ ਕਦੋਂ ਕੋਈ ਗਲਤੀ ਕਰੇ ਤੇ ਜਿਵੇਂ ਕਾਂ ਕਰਦਾ ਰਹਿੰਦਾ, ਬਸ ਉਸੇ ਢੰਗ ਨਾਲ ਮੈਂ ਵੀ ਕਾਂ ਕਰਦਾ ਰਹਾਂ। ਕਿਉਂ? ਕਿਉਂਕਿ ਹਰ ਵਕਤ ਮੈਨੂੰ ਇੱਕ ਪ੍ਰੋਬਲਮ ਨੂੰ ਤੇ ਪਕੜ ਕੇ ਰੱਖਣਾ, ਉਹਦੇ ਸੋਲੂਸ਼ਨ ਨਹੀਂ ਲੱਭਣੇ। ਜਦ ਤੱਕ ਅਸੀਂ ਸੋਲੂਸ਼ਨ ਓਰੀਐਂਟਡ, ਅਸੀਂ ਪ੍ਰੋਬਲਮ ਸੋਲਵਿੰਗ ਓਰੀਐਂਟਡ rather than only problem discussion oriented ਰਹਾਂਗੇ, ਤਦ ਤੱਕ ਜੋ ਸਾਡੀ ਬਿਰਤੀ ਹੈ ਉਹ ਹੰਸ ਬਿਰਤੀ ਨਹੀਂ ਬਣ ਪਾਏਗੀ। ਸਾਡੀ ਬਿਰਤੀ ਬਗਲੇ ਵਾਂਗ, ਜਿਹਦੇ ਵਿੱਚ ਦੋਗਲਾਪਨ ਹੈ, ਸਾਡੀ ਬਿਰਤੀ ਕਾਂ ਵਾਂਗ ਰਹੇਗੀ। ਸਾਡੀ ਬਿਰਤੀ ਉਹ ਵਾਲੀ ਕੂਕਰ ਨਹੀਂ ਹੋਏਗੀ ਜਿਹਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜ਼ਿਕਰ ਕਰਦੀ ਹੈ ਕਿ ਬੜਾ ਵਫਾਦਾਰ ਕੂਕਰ ਹੈ। ਸਾਡੀ ਬਿਰਤੀ ਉਹ ਵਾਲਾ ਕੂਕਰ ਬਣ ਜਾਏਗੀ ਜਿਹਦੇ ਅੰਦਰ ਲੋਭ ਹੈ, ਦੁਆਰੇ ਦੁਆਰ ਸਵਾਨ ਜੋ ਡੋਲਤ ਵਾਲੀ ਹਾਲਤ ਹੈ ਉਹ ਬਣੀ ਰਹੇਗੀ। ਜਦੋਂ ਅਸੀਂ ਇਹ ਚੀਜ਼ ਇੱਕ ਸਵੈ ਪ੍ਰਚੋਲ ਕੀਤੀ, ਅਸੀਂ ਸਮਝੀ ਅਸੀਂ ਕੇਵਲ ਪ੍ਰੋਬਲਮ ਡਿਸਕਸ਼ਨ ਤੱਕ ਨਹੀਂ, ਅਸੀਂ ਸੋਲੂਸ਼ਨ ਲੱਭਣ ਤੱਕ, ਅਸੀਂ ਡਿਸਟਰਕਟਿਵ ਖਿਆਲਾਂ ਵੱਲ ਨਹੀਂ, ਅਸੀਂ ਕੰਸਟਰਕਟਿਵ ਖਿਆਲਾਂ ਵੱਲ ਵਧਣੇ ਸ਼ੁਰੂ ਹੋਵਾਂਗੇ, ਫਿਰ ਜ਼ਰੂਰ ਸਾਡੀ ਬਿਰਤੀ ਵਿੱਚ ਗੁਰੂ ਸਾਹਿਬ ਜੋ ਇੱਕ ਇਤਨੇ ਐਗਜ਼ਾਮਪਲਸ ਵਰਤਦੇ ਪਏ ਨੇ, ਇਤਨੇ ਪਿਆਰ ਨਾਲ, ਕਦੀ ਕਾਂ ਦੀ, ਕਦੀ ਸੂਅਰ ਦੀ, ਕਦੀ ਕੁੱਤੇ ਦੀ, ਕਦੀ ਹਾਥੀ ਦੀ ਐਗਜ਼ਾਮਪਲ ਵਰਤਦੇ ਪਏ ਨੇ, ਪਰ ਉਹ ਸਾਰੀ ਦੀ ਸਾਰੀ ਐਗਜ਼ਾਮਪਲਸ ਮਨੁੱਖੀ ਮਨ ਲਈਏ, ਮਨੁੱਖੀ ਮਨ ਇਹਨਾਂ ਸਾਰੀਆਂ ਅਵਸਥਾ ਤੋਂ ਉੱਠ ਕੇ ਹੰਸ ਬਿਰਤੀ ਹੋ ਸਕਦਾ ਹੈ, ਜਿਹਨੂੰ ਕਹਿੰਦੇ ਪਏ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਬਾਕੀ ਮੈਨੂੰ ਨਹੀਂ ਲੱਗਦਾ ਮੈਨੂੰ ਐਡ ਕਰਨ ਦੀ ਕੋਈ ਮੇਰੇ ਅੰਦਰ ਕੋਈ ਸਮਰੱਥਾ ਵੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you, Jasmeet ji. Thanks for sharing quick, crisp and clear. Thanks. Thank you. So nice. ਹਾਂਜੀ ਅਮਨ ਜੀ। ਅਮਨ ਜੀ ਤੁਸੀਂ ਮਿਊਟ ਹੋਏ ਗਏ ਹੋ। ਵੀ ਜੀ ਇੱਕ ਸਾਡੇ ਕੋਲ ਸਵਾਲ ਆਇਆ ਹੋਇਆ ਹੈ, ਰਨ ਗੁਰਪ੍ਰੀਤ ਗਿੱਲ ਜੀ ਪੁੱਛ ਰਹੇ ਨੇ ਕਿ when someone backstabs financially, dragging him into court is wise or not? ਵੀ ਜੀ ਜੁਝਾਰੀ, I think ਵੀਰ ਜੀ is not available। ਅਸੀਂ ਲਵਲੀ ਵੀਰ ਜੀ ਨੂੰ ਪਹਿਲੇ, ਹਾਂਜੀ ਵੀਰ ਜੀ is there। ਹਾਂਜੀ ਵੀਰ ਜੀ ਉਹ ਪੁੱਛ ਰਹੇ ਨੇ ਕਿ ਜੇ ਤੁਹਾਨੂੰ ਕੋਈ ਲਵਲੀ ਜੀ ਨੂੰ ਪਹਿਲਾਂ ਲੈ ਲਓ ਨਾ, 에어ਪੋਰਟ ਨੇ ਉਹਨਾਂ ਨੇ ਨਿਕਲਣਾ ਹੋਏਗਾ। ਹਾਂਜੀ 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 ਵੀਰ ਜੀ ਆਵਾਜ਼ ਆ ਰਹੀ ਮੇਰੀ? ਜੀ ਆ ਹਾਂਜੀ ਹਾਂਜੀ मैं क्या बड़ा अच्छा बोले जसवीर जी। 2 मिनट ਤੇ ਹੁਣੇ ਅਮਨ ਨੇ ਤੇ ਜਿਹੜੀ ਗੱਲ ਕੀਤੀ ਸੀ ਵੀ ਕਾਰ ਦੇ ਵਿੱਚ ਐਕਸੀਡੈਂਟ ਹੋ ਗਿਆ, ਗਲਤੀ ਵੀ ਆਪਣੀ ਸੀ, ਪਰ ਮੈਂ ਤਾਂ ਇਹ ਸਮਝਦਾ ਹਾਂ ਗਲਤੀ ਆਪਣੀ ਹੋਵੇ ਜਾਂ ਨਾ ਹੋਵੇ, ਅਸੀਂ ਨਮਰਤਾ ਸੇ ਮਾਫੀ ਮੰਗ ਕੇ ਨਿਕਲ ਜਾਣਾ। ਗਲਤੀ ਭਾਵੇਂ ਆਪਣੀ ਹੈ ਭਾਵੇਂ ਉਹਦੀ ਹੈ, ਤਦ ਵੀ ਕੋਈ ਝਗੜਾ ਨਹੀਂ ਕਰਨਾ, ਪਿਆਰ ਨਾਲ ਮਾਫੀ ਮੰਗ ਕੇ ਤੇ ਉਸ ਸਿਚੁਏਸ਼ਨ ਤੋਂ ਨਿਕਲ ਜਾਣਾ ਚਾਹੀਦਾ। ਬਸ ਇੰਨਾ ਹੀ ਕਹਿਣਾ। Thank you, lovely. Thanks for sharing. So nice, sir. Thank you. ਜੀ ਜੁਝਾਰ ਜੀ। ਹਾਂਜੀ ਵੀਰ ਜੀ। ਵੀਰ ਜੀ ਇੱਕ ਸਵਾਲ ਆਇਆ ਹੈ ਗੁਰਪ੍ਰੀਤ ਗਿੱਲ ਜੀ ਦਾ ਕਿ when someone backstabs financially, dragging him into court is wise or not? ਇਹਦਾ ਕੀ ਜਵਾਬ? ਹਾਂਜੀ, ਇਹਦਾ ਨਾ ਕੋਈ ਕੜਿਆ ਕੜਵਾਇਆ ਸਾਡੇ ਕੋਲ ਗੁਰਬਾਣੀ ਦੀ ਪੰਕਤੀ ਦੇ ਨਾਲ ਐਸਾ ਕੋਈ ਜਵਾਬ ਨਹੀਂ ਹੈ। ਐਸੇ ਨਾ ਬੜੇ ਸਾਰੇ ਕੁਐਸਚਨਸ ਬਣ ਜਾਂਦੇ ਨੇ ਸਾਡੀ ਲਾਈਫ ਵਿੱਚ, ਔਰ ਹੋ ਸਕਦਾ ਹੈ ਕਿ ਉਸ ਸਿਚੁਏਸ਼ਨ ਨੂੰ ਮੈਂ ਕਿਵੇਂ ਹੈਂਡਲ ਕੀਤਾ ਸੀ, ਹੋ ਸਕਦਾ ਦੂਜਾ ਉਸ ਤਰ੍ਹਾਂ ਹੈਂਡਲ ਕਰੇ ਤਾਂ ਉਹ ਸੋਲਵ ਨਾ ਹੋਵੇ, ਹੋ ਸਕਦਾ ਹੈ ਕਿ ਮੈਂ ਹੈਂਡਲ ਠੀਕ ਨਹੀਂ ਕੀਤਾ ਸੀ, ਦੂਜੇ ਨੇ ਹੈਂਡਲ ਕੀਤਾ ਕਿਸੇ ਹੋਰ ਢੰਗ ਨਾਲ, ਉਹਦੀ ਸੋਲਵ ਹੋ ਗਈ। ਐਸੇ ਜਿਹੜੇ ਕੁਐਸਚਨਸ ਨੇ ਨਾ, ਇਹਨਾਂ ਕੁਐਸਚਨਸ ਤੋਂ ਨਾ ਪਹਿਲਾਂ ਅਸੀਂ ਕੁਝ ਸਿੱਖ ਰਹੇ ਹਾਂ। ਕੁਐਸਚਨ ਮੀਨਸ ਉਹ ਵਾਲਾ ਸੀਨ ਵਾਪਰਨ ਤੋਂ ਪਹਿਲਾਂ ਅਸੀਂ ਪਹਿਲਾਂ ਕੀ ਸਿੱਖ ਰਹੇ ਹਾਂ, ਮੈਂ ਸਪਿਰਿਚੁਅਲ ਕਿਵੇਂ ਬਣਨਾ ਹੈ, ਮੈਂ ਵਿਵੇਕ ਬੁੱਧੀ ਕਿਵੇਂ ਲੈਣੀ ਹੈ, ਮੈਂ ਆਈਡੀਅਲ ਇਨਸਾਨ ਕਿਵੇਂ ਬਣਨਾ ਹੈ, ਮੈਂ ਮਨ ਆਪਣੇ ਤੇ ਬੁਰਾ ਕਿਵੇਂ ਮਿਟਾਉਣਾ ਹੈ, ਮੈਂ ਸਿਮਰਨ ਦੀ ਸਟੇਟ ਵਿੱਚ ਕਿਵੇਂ ਰਹਿਣਾ। ਜਦੋਂ ਇਹਦੀ ਜਾਂਚ ਆਉਂਦੀ ਜਾਂਦੀ ਹੈ ਨਾ, ਫਿਰ ਐਸੇ ਜਿਹੜੇ ਐਗਜ਼ਾਮਪਲਸ ਸਾਡੇ ਨਾਲ ਵਾਪਰਦੇ ਨੇ ਨਾ, ਉਸ ਵੇਲੇ ਵੀ ਸਾਨੂੰ ਅੰਦਰੋਂ ਜਾਂਚ ਆ ਜਾਂਦੀ ਹੈ ਕਿ ਮੇਰੀ ਲਾਈਫ ਅੰਦਰ ਇਹ ਵਾਲੀ ਗੱਲ ਨੂੰ, ਇਹ ਵਾਲੀ ਮਿਸ ਹੈਪਨਿੰਗ ਨੂੰ ਮੈਂ ਕਿਸ ਤਰ੍ਹਾਂ ਡੀਲ ਕਰਾਂ। ਰਾਈਟ, ਕਈਆਂ ਦੇ ਕੋਰਟ ਤੇ ਜਾ ਕੇ ਵੀ ਹੱਲ ਨਹੀਂ ਹੁੰਦੇ ਨੇ, ਔਰ ਕਈ ਕਿਸੇ ਨੂੰ ਸਜ਼ਾ ਦਵਾ ਕੇ ਖੁਸ਼ ਹੋ ਜਾਂਦੇ ਨੇ, ਕਈਆਂ ਨੂੰ ਪੈਸੇ ਵਾਪਸ ਮਿਲ ਜਾਂਦੇ ਨੇ, ਔਰ ਕਈ ਕੋਰਟ ਤੋਂ ਬਾਹਰ ਹੀ ਸੈਟਲਮੈਂਟ ਕਰ ਲੈਂਦੇ ਨੇ। ਇਹ ਬਿਲਕੁਲ ਡਿਫਰੈਂਟ ਸਿਨੈਰੀਓਜ਼। ਅਸੀਂ ਸਿੱਖ ਰਹੇ ਹਾਂ ਮੈਂ ਸੁਧਰਨਾ ਕਿਸ ਤਰ੍ਹਾਂ ਹੈ ਨਾ। ਜੇ ਤੁਸੀਂ ਲਾਅ ਨੂੰ ਯੂਜ਼ ਕਰਨਾ, ਤੁਹਾਡੀ ਆਪਣੀ ਉਹ ਹੈ, ਫ੍ਰੀ ਵਿਲ ਹੈ। ਹਰ ਲਾਅ ਇਸੇ ਵਾਸਤੇ ਬਣਿਆ ਕਿ ਸਾਡੇ ਸਮਾਜ ਦੇ ਅੰਦਰ ਜੋ ਗੜਬੜ ਹੁੰਦੀ, ਬਟ ਹਾਊ, ਕਿਸ ਤਰ੍ਹਾਂ, ਜਿਸ ਤਰ੍ਹਾਂ ਮੈਂ ਇੱਕ ਵਾਰੀ ਸਾਂਝ ਕੀਤੀ ਸੀ ਕਿ ਬਈ
ਸਾਡੀ ਬੇਟੀ ਨੂੰ ਕੋਈ ਦਾਜ ਦੇ ਨਾਂ ਹੇਠਾਂ ਸਾੜ ਦੇਵੇ ਤਾਂ ਵੀ ਤਾਂ ਲਾਅ ਹੈ ਨਾ ਕਿ ਅਸੀਂ ਕੀ ਕਰਨਾ। ਤਾਂ ਦੂਜਾ ਉਹ ਵੀ ਢੰਗ ਹੈ ਕਿ ਜਦੋਂ ਅਮਰੀਕਾ ਕਿਸੇ ਦੇ ਬੱਚੇ ਨੂੰ ਕਾਰ ਥੱਲੇ ਐਕਸੀਡੈਂਟ ਨਾਲ ਡੈਥ ਹੋ ਗਈ ਸੀ ਤਾਂ ਉਹਨੇ ਲੋਕਾਂ ਨੂੰ ਭੋਗ ਤੇ ਇਕੱਠਿਆਂ ਕਰਕੇ ਇਹ ਕੋਸ਼ਿਸ਼ ਕੀਤੀ ਕਿ ਯੈਲੋ ਬੱਸ ਬਣ ਗਈ, ਅੱਗੋਂ ਤੋਂ ਬੱਚਾ ਬੱਸ ਤੋਂ ਉਤਰੇਗਾ, ਸਕੂਲ ਵਾਲਾ ਬੱਚਾ, ਤਾਂ ਉਹਦਾ ਐਕਸੀਡੈਂਟ ਹੋਣ ਦਾ ਚਾਂਸ ਨਹੀਂ ਹੈ ਕਿਉਂਕਿ ਕਾਰ ਕੋਈ ਰੁਕੇਗੀ। ਤਾਂ ਅਸੀਂ ਉਹ ਵਾਲੀ ਜਾਂਚ ਸਿੱਖਣੀ ਹੈ, ਇਹ ਵਿਵੇਕ ਬੁੱਧੀ ਲੈ ਕੇ ਇਹ ਸਪਿਰਿਚੁਅਲਿਟੀ ਨੂੰ ਜੀ ਕੇ ਆਪਣੇ ਆਪਣੇ ਉਹਦੇ ਤੇ ਸਿਨੈਰੀਓ ਆਪਣੇ ਆਪਣੇ ਫੀਲਡ ਦੇ ਅੰਦਰ, ਆਪਣੇ ਆਪਣੇ ਪਰਿਵਾਰ ਦੇ ਅੰਦਰ, ਸਮਾਜ ਦੇ ਅੰਦਰ ਅਸੀਂ ਕਿਸ ਤਰ੍ਹਾਂ ਹੈਂਡਲ ਕਰਨਾ। ਇਹ ਉਸੇ ਵੇਲੇ ਸਪੌਂਟੇਨੀਅਸ ਸਾਨੂੰ ਅੰਦਰੋਂ ਵਿਵੇਕ ਬੁੱਧੀ ਆਏਗੀ ਹਾਊ ਟੂ ਹੈਂਡਲ ਇਟ। ਹਰ ਕਿਸੇ ਵਾਸਤੇ ਇੱਕ ਜਨਰਲਾਈਜ਼ਡ ਆਨਸਰ ਨਹੀਂ ਹੈ ਤੇ ਕੁਐਸਚਨ ਵਾਕਈ ਬੜਾ ਮੁਸ਼ਕਲ ਹੈ ਮੈਨੂੰ ਇਹਦਾ ਆਨਸਰ ਆਉਂਦਾ ਹੈ। ਮੈਂ ਤੇ ਹੁਣ ਇਹ ਸਿੱਖ ਰਿਹਾ ਕਿ ਵੀ ਅਮਨ ਜੀ ਇੰਝ ਹੀ ਹੁੰਦਾ ਨਾ, ਕਿਉਂਕਿ ਜਦੋਂ ਅਸੀਂ ਮਿੱਠਾ ਬੋਲਣ ਦੀ ਗੱਲ ਕਰ ਰਹੇ ਹੁੰਦਾ ਤੇ ਪਤਨੀ ਆ ਕੇ ਪੁੱਛਦੀ ਹੈ ਨਾ ਮੈਂ ਮਿੱਠਾ ਬੋਲਦੀ ਨਾ ਤਾਂ ਮੇਰਾ ਪਤੀ ਆ ਸਾਹ ਸਿਰ ਤੇ ਚੜ ਜਾਏਗਾ, ਫਿਰ ਉਹ ਇਹ ਵਾਲਾ ਕੁਐਸਚਨ ਆ ਜਾਂਦਾ। ਫਿਰ ਜਦੋਂ ਅਸੀਂ ਪਤੀ ਨਾਲ ਗੱਲ ਕਰ ਰਹੇ ਹੁੰਦਾ, ਪਤੀ ਕਹਿੰਦਾ ਮੈਂ ਤੇ ਮਿੱਠਾ ਬੋਲਦੇ ਆ ਪਰ ਮੇਰੀ ਵਹੁਟੀ ਹਰ ਵੇਲੇ ਬੁੜ ਕਰਦੀ ਰਹਿੰਦੀ ਹੈ, ਫਿਰ ਉਹ ਵਾਲਾ ਕੁਐਸਚਨ ਆ ਜਾਂਦਾ। ਪਰ ਅਸੀਂ ਤੇ ਇਹ ਸਿੱਖ ਰਹੇ ਹਾਂ ਮੈਂ ਮਿੱਠਾ ਕਿਵੇਂ ਬੋਲਣਾ, ਮੈਂ ਉਹਨੂੰ ਮਾਫ ਕਿਵੇਂ ਕਰਨਾ, ਮੈਂ ਉਹਦੇ ਨਾਲ ਰਿਟੈਲੀਏਟ ਨਹੀਂ ਕਰਨਾ, ਔਰ ਮੈਂ ਆਪਣੀ ਸੁਚੱਜੀ ਜੀਵਨ ਵਾਲੀ ਪਰਸਨੈਲਿਟੀ ਵਾਲਾ ਐਟੀਟਿਊਡ ਕਰੈਕਟਰ ਕਿਵੇਂ ਬਣਾਉਣਾ। ਅਸੀਂ ਤੇ ਇਹ ਸਿੱਖ ਰਹੇ ਹਾਂ, ਉਹ ਫਿਰ ਇੰਡੀਵਿਜੂਅਲ ਨੂੰ ਆਪੇ ਹੈਂਡਲ ਕਰਨਾ ਆ ਜਾਏਗਾ। ਠੀਕ ਹੈ ਜੀ। ਆਈ ਥਿੰਕ ਜਿਵੇਂ ਤੁਸੀਂ ਜਪਜੀ ਚ ਵੀ ਲਿਆ ਤੇ ਆਫ ਕੋਰਸ ਸਾਰੀ ਸਿਚੁਏਸ਼ਨ ਔਰ ਸਭ ਗੱਲ ਬੜੀ ਸਬਜੈਕਟਿਵ ਹੁੰਦੀ ਹੈ, ਬਟ ਆਈ ਥਿੰਕ ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਵੀ ਭਾਖਿਆ ਪਾਓ ਅਪਾਰ, ਮੀਨਸ ਵੈਨ ਹੀ ਇਜ਼ ਨਾਟ ਨਾਓ ਇਟ ਇਜ਼ ਮਾਈ ਕੈਪੈਸਿਟੀ, ਇਟ ਇਜ਼ ਮਾਈ ਕੈਲੀਬਰ ਕਿ ਮੈਂ ਉਸ ਅਪਾਰ ਦੀ ਕਿੰਨੇ ਕੋਲ ਤੱਕ ਜਾ ਸਕਦਾ ਐਂਡ ਵਾਟ ਆਈ ਐਮ ਵਿਲਿੰਗ ਟੂ ਡੂ ਫॉर दैट। ਜੀ ਥੈਂਕ ਯੂ ਜੀ। ਹਾਂਜੀ ਸੋ ਅਸੀਂ ਹੁਣ ਰਿਕੁਐਸਟ ਕਰਾਂਗੇ ਕਿ ਜੇ ਕਿਸੇ ਦੇ ਸਵਾਲ ਹੋਣ ਤਾਂ ਅਸੀਂ ਉਹ ਲੈ ਸਕਦੇ ਹਾਂ। ਕੈਨੇਡਾ ਤੋਂ, ਨਿਊਯਾਰਕ ਤੋਂ, ਆਸਟ੍ਰੇਲੀਆ ਤੋਂ ਕੋਈ ਹੈ ਜਾਂ ਇੰਡੀਆ ਤੋਂ? ਜੀ ਸਾਡੇ ਨਾਲ ਹੈਗੇ ਨੇ। ਯੋਗੀ ਵੀਰ ਜੀ ਨੂੰ ਰਿਕੁਐਸਟ ਕਰਾਂਗੇ ਕਿ ਪਲੀਜ਼ ਸਾਡੇ ਨਾਲ ਉਹ ਹਰ ਵਾਰੀ ਉਹ ਇੱਕ ਬੁਲਟ ਪੁਆਇੰਟ ਸ਼ੇਅਰ ਕਰਦੇ ਨੇ ਔਰ ਬਹੁਤ ਹੀ ਇੰਪੋਰਟੈਂਟ ਹੁੰਦਾ ਸਾਡੇ ਵਾਸਤੇ, ਸੋ ਪਲੀਜ਼ ਯੋਗੀ ਵੀਰ ਜੀ। वाहिगुरु जी खालसा वाहिगुरु जी की फतेह जी। हाँ जी फतेह जी। आवाज आ रही ठीक? हाँ जी। सबने काफी अच्छा एक्सप्लेन किया, भूपिंदर होरा ने, जसमीत होरा ने, पर जिस दिन मैनू समझ आनी कि सारी गल मेरे वास्ते हो रही है ना कि किसी होर वास्ते हो रही है, उस दिन एक मैजिक हो जाता। भावें गुरबानी मैजिक नूं मनदी है कि नहीं मनदी है, पर यह मैजिक जरूर है कि जिस दिन मैनू समझ आ गया, समझो मेरा जेड़ा जर्नी है वो इतनी सुखाली, इतनी सोहनी हो जाती है, भावें मेरी वाइफ नाल है, भावें मेरे परिवार नाल है, भावें कम्मां कारां ते, भावें बिजनेस ते है, जो लोकां दी बिरती है वो करते रहेंगे, पर मैनू जो समझ आ गई है, मेरी जर्नी ठीक हो गई है और मैं एक बड़ी ही ब्यूटीफुल मेंटल स्टेट विच रहना 24 आवर्स रिगार्डलैस व्हाट पीपल आर। मैं कंट्रोल ही नहीं कर सकता उन्होंने, ना ही मैं कंट्रोल करना चाहता, तो ना ही मैं ट्रिक सीख रहा कि मैं किस तरह कंट्रोल करा। मैं ये ट्रिक सीख रहा कि मैं ना शिफ्ट हो जावा किधरे, जो मसे मैजिक होया है एक किधरे मैनू जेड़ा अच्छी दात मिली है ये डिलूट ना हो जाए किधरे, वो ट्रिक सीखनी है। बल्कि मैं वो ट्रिक सीखता रहना कि मैं लोगों को कैसे ठीक करना, दोस्तों नू, मित्रां नू, परिवार नू, बिजनेस नू। तो मैजिक जिस हो गया, वो जिहदे नाल मैजिक हो जाता है उन्होंने ही पता होंदा, पर असी सारे नाल हो सकता मैजिक, ये नहीं कि किसी नाल होना है। मैनू फिक्र होना चाहिए मेरे नाल मैजिक क्यों नहीं हो रहा है, मैं इस गल का फिक्र होना चाहिए। मैं वो ट्रिक सीखनी है कि मैजिक मेरे नाल होवे, सो दैट कि मेरी जिंदगी सुखावी होवे। जिहदे मेरी जिंदगी सुखावी हो जाएगी तो मेरे परिवार दी, मेरे कम्मां कारां दी, मेरे बिजनेस दी, मेरे दोस्तां मित्रां दी, उन्हां दी जिंदगी सुखावी आपे ही हो जाएगी, क्योंकि मेरी जो हो गई है। मैनू अपनी फिक्र करनी है और मैनू हमेशा यही ट्रिकां सीखनी है, या ट्रिक वर्ड में यूज कर रहे हैं बार बार, कि मेरे को अगर जो समझ नहीं आई तो किस तरह आवे, तो जे आ गई है तो छुट ना जावे।
ਇਹ ਬੜੀ ਜ਼ਰੂਰੀ ਗੱਲ ਹੈ। ਨਹੀਂ ਤੇ ਜੇ ਲੋਕਾਂ ਨੇ ਤਾਂ ਮੈਨੂੰ ਮਿਲਦੇ ਰਹਿਣਾ, ਕੋਈ ਲੈਫਟ ਜਾਏਗਾ ਕੋਈ ਰਾਈਟ ਜਾਏਗਾ, ਤੇ ਮੈਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਾਂਗਾ। ਮੈਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਹੈ ਸੋ ਦੈਟ ਕਿ ਮੈਂ ਠੀਕ ਚੱਲਦਾ ਰਹਾਂ। ਮੈਨੂੰ ਇਹੀ ਸਮਝ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਤੁਸੀਂ ਸਾਡੇ ਨਾਲ ਸਾਂਝ ਕੀਤੀ ਹੈ। ਔਰ ਆਈ ਥਿੰਕ ਇਹ ਜਿਹੜਾ ਤੁਸੀਂ ਛੋਟਾ ਜਿਹਾ ਇੱਕ ਵਰਡ ਦਿੱਤਾ ਨਾ, ਕੰਟਰੋਲ, ਆਈ ਥਿੰਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਮੈਂ ਆਪਣੇ ਬਾਰੇ ਵੀ ਸੋਚਾਂ ਤਾਂ ਅਕਸਰ ਸਾਡੀ ਕੋਸ਼ਿਸ਼ ਹੀ ਰਹਿੰਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਵੀ ਹਾਊ ਟੂ, ਭਾਵੇਂ ਉਹ ਫਿਜ਼ੀਕਲ ਹੋਏ ਮੈਂਟਲ ਹੋਏ, ਤਾਂ ਅਸੀਂ ਕਬਜ਼ੇ ਦੀ ਜਿਹੜੀ ਸਾਡੀ ਭਾਵਨਾ ਹੈਗੀ ਹੈ ਨਾ, ਪਰ ਤੁਸੀਂ ਠੀਕ ਕਹਿ ਰਹੇ ਹੋ, ਜੇ ਉਹ ਮੈਜਿਕ ਦੀ ਜਾਂਚ ਸਾਡੇ ਕੋਲ ਆ ਜਾਏ ਤੇ ਸਾਡਾ ਬਹੁਤ ਬੈਨੀਫਿਟ ਹੋ ਸਕਦਾ। ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ 3-4 ਮਿੰਟ ਵਿੱਚ ਹੀ ਇਤਨਾ ਇੰਪੋਰਟੈਂਟ ਔਰ ਕ੍ਰੂਸ਼ੀਅਲ ਪੁਆਇੰਟ ਸਾਨੂੰ ਸਾਡੇ ਨਾਲ ਸਭ ਨਾਲ ਸਾਂਝ ਕੀਤਾ ਹੈ। ਔਰ ਆਈ ਥਿੰਕ ਵਰਲਡ ਵਾਈਡ ਵੀ ਜਿੱਥੇ ਜਿੱਥੇ ਆਡੀਓ ਚੱਲੇਗੀ ਉਹਨਾਂ ਨੂੰ ਵੀ ਇਸ ਪੁਆਇੰਟ ਬਾਰੇ ਪਤਾ ਚੱਲੇਗਾ। ਅਸੀਂ ਮਾਲਾ ਭਾਬੀ ਜੀ ਨੂੰ ਵੀ ਰਿਕੁਐਸਟ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਤੇ ਸਾਰਾ ਕੁਝ ਇੰਨਾ ਅੱਛਾ ਬੋਲ ਦਿੱਤਾ। ਹੁਣ ਮੈਂ ਇਹੀ ਹੈ ਕਿ ਮੈਂ ਹਰ ਪਲ ਕਿਸ ਤਰ੍ਹਾਂ ਆਪਣੀ ਸੈਲਫ ਇੰਟਰੋਸਪੈਕਸ਼ਨ ਕਰਕੇ ਸਿੱਖਣ ਦਾ, ਕੋਈ ਵੀ ਚੀਜ਼ ਨਵੀਂ ਚੀਜ਼ ਸਿੱਖਣ ਦੀ ਕਿਸ ਤਰ੍ਹਾਂ ਮੈਂ ਆਪਣੀ ਆਦਤ ਬਣਾਵਾਂ, ਨਾ ਕਿ ਸਿਖਾਉਣ ਦੀ। ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਚੇਂਜ ਕਰਨਾ ਹੈ, ਤੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਕਰਦੇ ਹਾਂ, ਪਰ ਦਿਲੋਂ ਅਸੀਂ ਕੀ ਸਰਬੱਤ ਦਾ ਭਲਾ ਐਕਸ਼ਨ ਵਿੱਚ ਕਿਸ ਤਰ੍ਹਾਂ ਲਿਆ ਸਕੀਏ ਤੇ ਸਾਰਿਆਂ ਵਿੱਚ ਰੱਬ ਕਿਸ ਤਰ੍ਹਾਂ ਵੇਖ ਸਕੀਏ, ਇਹਦੀ ਜਿਹੜੀ ਹਰ ਪਲ ਹੀ ਅਸੀਂ 24 ਘੰਟਿਆਂ ਵਿੱਚ ਆਪਣੇ ਆਪ ਨੂੰ ਆਪਣੇ ਉੱਤੇ ਕਿਸ ਤਰ੍ਹਾਂ ਮਿਹਨਤ ਕਰਨੀ ਹੈ ਕਿ ਮੈਂ ਠੀਕ ਆਪਣੇ ਠੀਕ ਜੋ ਟੀਚਿੰਗ ਸਾਨੂੰ ਗੁਰੂ ਜੀ ਨੇ ਦਿੱਤੀ ਹੈ ਉਹਦੇ ਉੱਤੇ ਅਸੀਂ ਚੱਲ ਸਕੀਏ। ਖਾਲੀ ਪੜ੍ਹਨ ਤੱਕ ਜਾਂ ਸੁਣਨ ਤੱਕ ਹੀ ਪੜ੍ਹਨਾ ਵੀ ਸੁਣਨਾ ਵੀ ਜ਼ਰੂਰੀ ਹੈ, ਪਰ ਉਹਨੂੰ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਦਲਣਾ ਹੈ, ਐਡੀ ਮਿਹਨਤ ਕਰਨ ਦੀ ਲੋੜ ਹੈ। ਤੇ ਬਹੁਤ ਅੱਛਾ ਲੱਗਿਆ ਅੱਜ ਦਾ ਸੁਣ ਕੇ। ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਹਰ ਹਫਤੇ ਸਾਡੇ ਨਾਲ ਜੁੜਦੇ ਹੋ। ਪਲੱਸ ਤੁਸੀਂ ਇਸ ਪੁਆਇੰਟ ਨਾਲ ਅਗੇਨ ਸਾਨੂੰ ਸਾਡੇ ਮੇਨ ਟੌਪਿਕ ਸਿਮਰਨ ਨਾਲ ਜੋੜਿਆ ਹੈ ਕਿ ਜਦੋਂ ਮੈਂ ਸਵੇਰ ਤੋਂ ਸ਼ਾਮ 24/7 ਆਪਣੀ ਇੰਟਰੋਸੈਕਸ਼ਨ ਔਰ ਆਪਣੇ ਇੰਪਰੂਵਮੈਂਟ ਵਾਸਤੇ ਲੱਗਾ ਰਵਾਂਗਾ, ਤੇ ਆਈ ਥਿੰਕ ਇਸ ਤੋਂ ਵੱਡਾ ਕੋਈ ਸਿਮਰਨ ਦਾ ਜ਼ਰੀਆ ਹੀ ਨਹੀਂ ਹੈ। ਥੈਂਕ ਯੂ। That magic will happen. I wish ਕਿ ਸਾਡੇ ਸਾਰਿਆਂ ਨਾਲ ਉਹ ਮੈਜਿਕ ਹੋਏ ਤੇ ਟ੍ਰਿਕ ਸਾਨੂੰ ਸਾਡੇ ਉੱਤੇ ਯੂਜ਼ ਕਰਨੀ ਆ ਸਕੇ। ਥੈਂਕ ਯੂ। ਫਤਿਹ। ਵਾਹਿਗੁਰੂ ਜੀ ਖਾਲਸਾ। ਸਤਵਿੰਦਰ ਕੌਰ ਜੀ ਸਾਡੇ ਨਾਲ ਅਵੇਲੇਬਲ ਹੈਗੇ ਨੇ। ਮੈਂ ਰਿਕੁਐਸਟ ਕਰਾਂਗਾ ਸਤਵਿੰਦਰ ਜੀ ਨੂੰ ਕਿ ਪਲੀਜ਼ ਮੈਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇੱਕ ਛੋਟੀ ਜਿਹੀ ਸਟੋਰੀ ਯਾਦ ਆ ਰਹੀ ਹੈ ਇੱਥੇ ਅਬਾਊਟ ਦ ਈਗਲ ਐਂਡ ਦ ਰੇਵਨ. Raven is a bird that's the only bird that dares to attack the eagle. It's like a crow. So raven ਕੀ ਕਰਦਾ, ਉਹ eagle ਦੇ back ਉੱਤੇ ਬੈਠ ਕੇ it keeps pecking the eagle's neck and keeps harming it, and it keeps doing that, and the eagle what the eagle does is the eagle doesn't attack the raven back. ਉਹ ਕੁਝ ਨਹੀਂ ਕਰਦਾ, ਉਹ ਸਿਰਫ ਆਪਣੇ ਪੰਖ ਫੈਲਾ ਕੇ ਹੋਰ ਉੱਚਾ ਉੜੀ ਜਾਂਦਾ ਹੈ, ਉੜੀ ਜਾਂਦਾ ਹੈ, ਉੜੀ ਜਾਂਦਾ ਹੈ। So what happens eventually, raven ਨੂੰ breathing problem ਹੁੰਦੀ ਹੈ, oxygen ਘੱਟ ਜਾਂਦੀ ਹੈ, and raven eventually falls off and dies away. So ਸਾਨੂੰ ਕੀ ਸਿੱਖ ਲੈਣੀ ਇਸ ਨੂੰ ਕਿ when people attack us or criticize us ਜਾਂ ਜੋ ਵੀ ਸਾਡੇ ਨਾਲ ਕਰਦੇ ਨੇ ਬੁਰਾ, instead of wasting our time and energy on them, we have to raise our standard. ਆਪਣਾ level ਸਾਨੂੰ ਉੱਪਰ ਕਰਨਾ ਹੈ, how the eagle does. It just flies higher and higher. ਤੇ ਸਾਨੂੰ ਵੀ ਆਪਣਾ ਲੈਵਲ ਉੱਚਾ ਕਰਨਾ ਹੈ, ਆਪਣਾ ਆਚਰਣ ਉੱਚਾ ਕਰਨਾ ਹੈ, work on ourselves and raise our standard, our level up, instead of wasting time and energy on the opposite person and trying to change that person ਕਿ ਉਹ ਸੁਧਰ ਜਾਏ, ਉਹ improve ਹੋ ਜਾਏ, and ਸਾਰੀ ਜ਼ਿੰਦਗੀ ਅਸੀਂ ਉਸੇ ਵਿੱਚ ਉਲਝੇ ਰਹਿੰਦੇ ਹਾਂ ਅਗਲੇ ਨੂੰ change ਕਰਨ ਵਾਸਤੇ, ਬਜਾਏ ਕਿ ਅਸੀਂ ਆਪਣੇ ਉੱਤੇ focus ਕਰੀਏ, ਆਪਣੇ ਉੱਤੇ work ਕਰੀਏ ਔਰ ਆਪਣਾ level ਉੱਚਾ ਕਰੀਏ, ਆਪਣਾ ਆਚਰਣ ਉੱਚਾ ਕਰੀਏ, and then all these things will automatically start fading away from our life. Very nice. Thank you ਜੀ। ਬਹੁਤ ਵਧੀਆ ਜੀ ਤੁਸੀਂ ਸਾਡੇ ਨਾਲ। ਆਈ ਥਿੰਕ ਇਹ ਸਾਡੀ ਕਲਾਸ ਦਾ ਹੀ ਬੈਨੀਫਿਟ ਹੈ ਕਿ ਸਾਡੇ ਕੋਲ ਆਲ ਅਕ੍ਰੋਸ ਦਾ ਵਰਲਡ ਤੋਂ, ਇੰਡੀਆ ਤੋਂ ਇੰਨੇ ਵਧੀਆ ਵਧੀਆ ਲੋਕ ਸਾਡੇ ਨਾਲ ਜੁਆਇਨ ਕਰਦੇ ਨੇ, ਔਰ ਵਿਦਿਨ 4 or 5 minutes ਦੇ ਸ਼ੇਅਰ ਅ ਪੁਆਇੰਟ ਵਿਚ ਆਰ ਲਾਈਕ ਅ ਲਾਈਫ ਚੇਂਜਿੰਗ ਪੁਆਇੰਟ ਫॉर एवरीवन। ਤੇ ਜਿਵੇਂ ਕਿ ਅਸੀਂ ਕਲਾਸ ਦੀ ਸ਼ੁਰੂਆਤ ਵਿੱਚ ਵੀ ਇਹ ਡਿਸਕਸ਼ਨ ਕੀਤੀ ਸੀ ਕਿ ਦਿਸ ਕਲਾਸ ਇਜ਼ ਆਲ ਅਬਾਊਟ ਕਿ ਅਸੀਂ ਆਪਣੇ ਆਪ ਨੂੰ ਇੰਪਰੂਵ ਔਰ ਇੰਪਰੋਵਾਈਜ਼ ਕਿਵੇਂ ਕਰ ਸਕਦੇ ਹਾਂ।
So we are thankful to Satwinder ji. ਤੇ now I would request Satish ji ਕਿ ਪਲੀਜ਼ ਉਹਨਾਂ ਨੇ ਹੱਥ ਰੇਜ਼ ਕੀਤਾ ਹੈ, ਉਹ ਆਪਣਾ ਪੁਆਇੰਟ ਸ਼ੇਅਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਹੈ ਕਲੀਅਰ ਵੀਰ ਜੀ? अच्छा ਵੀਰ ਜੀ, ਮੈਂ शेयर कर रहा सारे ने बहुत अच्छे पॉइंट्स शेयर किए। लवली वीर जी ने भी, वीर जी ने भी, आपने सब ने, योगी वीर साहब ने बहुत अच्छे पॉइंट शेयर किए। एक मेरे दिमाग में आ रही है गल है कि 50% प्रॉब्लम्स अपने जबान नाल ही दूर हो जाती हैं। कभी ऐसी सिचुएशन में तुसी आ जाते हो और नहीं भी आते, तुसी घर जो तुहाडे सब जिस टाइम तुसी संबोधन कर रहे हो, किसी ने कॉल कर, अगर तुहाडी छोटा है चाहे मेल है चाहे फीमेल है, उन्होंने अगर बेटा काल के कॉल करो, तुहाडा कोई एक्सीडेंट हो जाता है, बच्चे ही ऐसा मत कर, गलती हो गई कोई बात नहीं, कोई बात नहीं। अगर तुहाडा कोई बड़े नाल किसी डील कर रहे हो, उन्होंने उस रिस्पेक्ट नाल अंकल या फिर कुछ ऐसे 50% प्रॉब्लम तो फिर दूर हो जाएगी मिठास नाल ही। राइट, जिन्हें तेजवीर जी ने कि अगर पोलाइटली अंकल अंकल अगर थोड़े में बड़ा है, अंकल ये मेरे से गलती हो गई है, अब आप जो जैसे कहोगे वैसे कर ली। अगर छोटा है, कई बार इसी मैं कुछ दिनों की पहले गल छोटी 1-2 मिनट की मैं शेयर करना चाह रहा। मेरे नाल आप बीती हुई है जी, मैं गड्डी अपनी इतने आगरे की पार्किंग पे गड्डी लाई, पार्किंग नहीं सी, इसमें अपने सीए को लिया तो गड्डी लाई, बिल्डिंग के सामने गड्डी लाती। जो मैं गड्डी तो आया तो मैं बिल्डिंग के लोग 1-2-4 लोग आए कि मैं अपने गाड़ी से गुस्सा हो रही, बहुत जोर की गुस्सा हो रही थी। मैं क्या भाई साहब वॉचमैन भी है तो चाहे तो रिक्शा वाला पुलर भी है, उनसे बेटा गलती हो गई है, आई एम सॉरी। मैं उन्होंने कहा कि भाई बच्चे गलती मेरे को छोटे है जी, बेटा गलती हो गई मेरे से, आइंदा नहीं करूंगा। अरे अंकल नहीं, कोई बात नहीं, कोई बात नहीं, कोई बात नहीं, आप जाइए। आपकी सिर्फ प्रॉब्लम्स अपनी जबान की है। एक जबान, वही जबान हाथापाई कराए, वही जबान हाथी पे चढ़ाए, बस नहीं शेयर करना। थैंक यू जी। आई थिंक सतीश जी ने भी ਸਾਡੇ ਨਾਲ ਬੜਾ ਇੰਪੋਰਟੈਂਟ ਪੁਆਇੰਟ ਸ਼ੇਅਰ ਕੀਤਾ ਹੈ ਕਿ ਜਦੋਂ ਅਸੀਂ ਮਿੱਠਾ ਬੋਲਦੇ ਹਾਂ ਔਰ ਸਾਡੀ ਮਿੱਠੀ ਨਿਗਾਹ ਔਰ ਮਿੱਠੀ ਸੋਚ ਹੁੰਦੀ ਹੈ ਤਾਂ ਵੀ ਅਸੀਂ ਇਸ ਜੁਗਤ ਦੇ ਰਾਹੀਂ ਵੀ ਸਿਮਰਨ ਦੇ ਹੀ ਵਿੱਚ ਰਹਿੰਦੇ ਹਾਂ ਕਿ ਉਹਦੇ ਵਾਸਤੇ ਵੀ, ਕਿਉਂਕਿ ਸਾਨੂੰ ਆਪਣੇ ਅੰਦਰ ਇੰਟਰੋਸਪੈਕਟ ਕਰਨਾ ਪਏਗਾ ਔਰ ਉਹਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਪਏਗਾ। ਕਿਉਂਕਿ ਮੈਨੂੰ ਇੱਕ ਜੋਕ ਯਾਦ ਆ ਰਿਹਾ, ਵੀਰ ਜੀ ਨੇ ਉਹ ਸੁਣਾਇਆ ਹੋਇਆ ਕਿ ਇੱਕ ਬੰਦਾ ਇੱਕ ਮੰਦਿਰ ਦੇ ਵਿੱਚ ਉੱਥੇ ਬੈਠਾ ਹੁੰਦਾ ਹੈ ਤੇ ਕੋਈ ਬੰਦਾ ਉੱਥੇ डिस्कशन कर रहा ਹੁੰਦਾ, ਉਹਨੂੰ ਪੁੱਛਦਾ ਹੈ ਕਿ भाई साहब आपका क्या नाम है? तो वो कहता है शीतल दास। तो कह रहा है भाई साहब आपका क्या नाम है? कह रहा है शीतल दास। तो कह रहा है भाई साहब सुना नहीं, क्या नाम है? कह रहा तेन सुनता नहीं, शीतल दास है मेरा नाम। तो जेकर असी ਇਹਦੇ ਵਿੱਚ ਆਇਰਨੀ ਇਹੀ ਹੈ ਕਿ ਕੁਝ ਟਾਈਮ ਤੱਕ ਤੇ ਅਸੀਂ ਉਹਦੀ ਸ਼ੈਲ ਪਾ ਕੇ ਔਰ ਆਪਣੇ ਆਪ ਨੂੰ ਮੈਨੀਪੂਲੇਟ ਕਰ ਸਕਦੇ ਹਾਂ, ਪਰ ਜੇ ਅਸੀਂ ਕੋਈ ਚੀਜ਼ ਕਮਾਉਂਦੇ ਨਹੀਂ ਆ ਔਰ ਸਾਡੀ ਪਰਸਨੈਲਿਟੀ ਦਾ ਹਿੱਸਾ ਨਹੀਂ ਹੈ ਤਾਂ ਉਹ ਛੇਤੀ ਸਾਡੇ ਉੱਤਰੋਂ ਸਾਡਾ ਜਿਹੜਾ ਪਰਦਾ ਹੈਗਾ ਨਾ ਉਹ ਉਤਰ ਜਾਂਦਾ ਹੈਗਾ ਸਾਡੇ ਸਭ ਦੇ ਉੱਤੋਂ, ਜੇ ਮੈਂ ਵੀ ਹਾਂ, ਕੋਈ ਵੀ ਦੁਨੀਆ ਦਾ ਇਨਸਾਨ ਹੈ। ਸੋ ਜੋ ਕਿ ਜੋਗੀ ਵੀ ਜੀ ਨੇ ਵੀ ਕਿਹਾ ਕਿ ਉਹ ਮੈਜਿਕ ਤਾਂ ਹੀ ਕੰਮ ਕਰੇਗਾ ਜੇ ਉਹ ਮੈਜਿਕ ਸਾਡੇ ਉੱਤੇ ਪਰਮਾਨੈਂਟ ਸਾਡੀ ਪਰਸਨੈਲਿਟੀ ਦਾ ਹਿੱਸਾ ਹੈ। ਪਰ ਉਹਦੇ ਵਾਸਤੇ ਐਂਡ ਅਗੇਨ ਆਈ ਥਿੰਕ ਦ ਬੈਸਟ ਪਾਰਟ ਵਾਜ਼ ਹੀ ਸੈਡ ਕਿ ਸਾਡੇ ਸਭ ਵਿੱਚ ਉਹ ਪੋਸੀਬਿਲਿਟੀ ਹੈ ਜਿਸ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਸਭਨਾ ਸੌਰੇ ਵੰਜਣਾ ਸਭ ਮੁਕਲਾਵਣ ਹਾਰ। ਸੋ ਦ ਪੋਸੀਬਿਲਿਟੀ ਇਜ਼ ਵਿਦ all of us. The requirement is, am I ready? Am I prepared? कि मैं ਉਹਦੇ ਵਾਸਤੇ ਤਿਆਰ ਹਾਂ। So now I would request ਭੁਪਿੰਦਰ ਵੀਰ ਜੀ ਕਿ ਪਲੀਜ਼ ਸਾਡੇ ਨਾਲ ਇਸ ਟੌਪਿਕ ਬਾਰੇ ਹੋਰ ਅੱਗੇ ਉਹ ਸਾਂਝ ਕਰਨ। ਹਾਂਜੀ ਅਮਨ ਜੀ, ਤੁਹਾਡੇ ਕੋਲ YouTube ਤੇ ਔਰ Facebook ਤੇ ਜਿਹੜੀ क्वेश्चंस आते ने वो देख लो, नहीं तो जुझार जी नु पूछ लो। अमन जी एक छोटी जी गल, मैं संगत कोलों ते वीर जी कोलों इन्ना बई मैं कहना नहीं चाह रहा, फिर भी मैंने कहना पै रहा हैगा, इन्ना आगे इन्ना 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 वीर जी ने सिखा दिता हैगा कि कोई वड्डा भी कभी मिल जाता है ना, कोई वड्डा भी, बल्कि मेरी वाइफ कहती है तुसी हर आदमी बेटा करके बुला लेंदे हो, कोई रिक्शा वाला ने उन्होंने बेटा करके बुला लेंदे हो, कोई ਤੁਹਾਨੂੰ ਵੱਡਾ ਆ ਰਿਹਾ ਉਹਨੂੰ ਵੀ ਬੇਟਾ ਕਰਕੇ ਬੁਲਾ ਲੈਂਦੇ ਹੋ, ਸਾਰੇ ਤੁਹਾਡੇ ਬੇਟੇ ਹੀ ਹੋ ਗਏ।
मैं कोई गल नहीं, की हो गया? वेरी नाइस। बच्चा है कोई, मैं कोई लेडी आंदी कि बेटा ये कर देना, कोई मैं मेड आंदी है बेटा ये कर दे, हुण गड्डी साफ करने वाले साडे घर अंदर मैं बच्चे ये कर दे, बेटा ये कर दे। कई बार जाके मेरे को 2-4 दिन पहले आया, रोड को थे गए, मैं अंकल जी वो सरदार जी घर जाते हैं, हम सरदार जी घर बड़े प्यार से बोलते हैं। ये सब संगत का वीर जी का मैं सिखाया ये गल्लां, सिर्फ नम्रता चाहिए, सब काम हो जाएंगे। Thank you. Jujari, do we have questions from the Facebook? No, we are not live on Facebook because Zoom has made it paid, so ਉੱਥੇ ਲਿੰਕ ਨਹੀਂ ਹੋ ਪਾਇਆ। ਮੈਂ ਉੱਥੇ ਪਾਇਆ ਸੀਗਾ ਕਿ ਸਾਰੇ Zoom ਤੇ ਕਨੈਕਟ ਕਰਨ, so next time we'll see ਕਿ what we can do about it। ਉੱਥੇ ਹਲੇ ਕਨੈਕਟ ਨਹੀਂ ਹੋਇਆ ਕੁਝ, so there is no question there। ਠੀਕ ਹੈ, ਜੇ ਕਿਸੇ ਦੀ ਸਾਂਝ ਹੋਏ ਤਾਂ ਪਲੀਜ਼ you can raise your hand and ਹਾਂਜੀ sorry ਵਾਹਿ ਖਾਲਸਾ ਫਤਿਹ ਜੀ। Am I audible? ਜੀ 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 ਓਕੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਛੋਟਾ ਜਿਹਾ ਕੁਐਸਚਨ ਮੇਰਾ ਪਰਸਨਲ ਹੈ, ਪਤਾ ਨਹੀਂ ਮੈਂ ਇਸ ਪਲੇਟਫਾਰਮ ਤੇ ਰੱਖਣਾ ਚਾਹੀਦਾ ਜਾਂ ਨਹੀਂ, ਆਈ ਡੋਂਟ ਨੋ। ਮੈਂ ਅਗਰ ਤੁਹਾਡੀ ਪਰਮਿਸ਼ਨ ਹੋਏ ਤਾਂ ਮੈਂ ਆਪਣਾ ਪਰਸਨਲ ਕੁਐਸਚਨ ਹੀ ਕਰਨਾ ਚਾਹੁੰਦਾ। ਜੀ ਪਲੀਜ਼ ਗੋ ਅਹੈਡ। ਓਕੇ, ਥੈਂਕ ਯੂ ਵੈਰੀ ਮਚ। ਦੇਖੋ, ਮੇਰਾ ਨਾਮ ਜਗਜੀਤ ਸਿੰਘ ਹੈ ਤੇ ਮੈਂ ਦਿੱਲੀ ਤੋਂ ਹਾਂ। ਵੀਰ ਜੀ ਨਾਲ ਕਾਫੀ ਸਾਲਾਂ ਤੋਂ ਵੀਰ ਜੀ ਦੇ ਮਤਲਬ ਜੁੜਿਆ, ਇਸ ਪਲੇਟਫਾਰਮ ਤੋਂ ਵੀ ਕਾਫੀ ਦਿਨ ਤੱਕ ਜੁੜਿਆ ਹਾਂ। ਹਾਲਾਂਕਿ ਮੈਂ ਕਦੇ ਐਕਟਿਵ ਨਹੀਂ ਹੁੰਦਾ, ਲੇਕਿਨ ਮੈਂ ਅੱਜ ਸੁਣ ਰਿਹਾ ਸੀ, ਮੈਨੂੰ ਅੱਛਾ ਲੱਗ ਰਿਹਾ ਸੀ ਤੇ ਮੈਨੂੰ ਲੱਗ ਰਿਹਾ ਸੀ ਮੈਂ ਆਪਣੀ ਵੀ ਗੱਲ ਸਾਂਝ ਕਰਾਂ। ਜੀ ਪਹਿਲੀ ਗੱਲ ਤੇ ਇਹ ਕਿ ਮੈਂ ਬਹੁਤ ਜਲਦੀ ਥੋੜੀ ਦੇਰ ਤੱਕ ਤੇ ਮੈਂ ਬੀਅਰ ਕਰਦਾ, ਬੜੀ ਜਲਦੀ ਫਿਰ ਫਾਇਰ ਹੋਣ ਲੱਗ ਜਾਂਦਾ, ਬਹੁਤ ਜਲਦੀ ਇਨਐਕਟਿਵ ਹੋ ਜਾਂਦਾ, ਬਹੁਤ ਜਲਦੀ ਗੁੱਸਾ ਆ ਜਾਂਦਾ ਮੈਨੂੰ, ਹੈ ਨਾ। ਇਹ ਮੇਰੇ ਨਾਲ ਸਭ ਤੋਂ ਵੱਡੀ ਪ੍ਰੋਬਲਮ ਹੈ। ਤੇ ਦੂਸਰੀ ਗੱਲ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਮੈਂ ਆਪਣੇ ਪਰਸਨਲ ਬੱਚੇ ਦੀ ਗੱਲ ਕਰਾਂ, ਬੇਟੇ ਦੀ, ਉਹ ਹਮੇਸ਼ਾ ਮੋਬਾਈਲ ਤੇ ਹੀ ਮਤਲਬ ਰਹਿੰਦਾ ਹੈ ਤੇ ਮੈਂ ਉਹਨੂੰ ਕਾਫੀ ਮਨਾ ਕਰਦਾ ਵੀ ਜਿਵੇਂ ਵੀ ਕਰਨਾ, ਲੇਕਿਨ ਉਹ ਸਾਡੇ ਅੰਦਰ ਬਹੁਤ ਡਿਸਟਰਬੈਂਸ ਰਹਿੰਦੀ ਹੈ। ਫਿਰ ਉਹ ਮੈਨੂੰ ਉਹ ਲਾਈਕ ਨਹੀਂ ਕਰਦਾ ਨਾ, ਮੈਨੂੰ ਕੋਸ਼ਿਸ਼ ਕਰਦਾ, ਉਹ ਮੈਨੂੰ ਕੋਸ਼ਿਸ਼ ਕਰਦਾ ਕਿ ਮੈਂ ਉਹਨੂੰ ਸਮਝਾਵਾਂ, ਲੇਕਿਨ ਮੈਂ ਫੇਲ ਹੋ ਰਿਹਾ। ਇਹਦੇ 'ਚ ਮੇਰੀ ਮਦਦ ਕਰੋ ਪਲੀਜ਼। ਹਾਂਜੀ ਜੀ ਪਲੀਜ਼। ਹਾਂਜੀ, ਤੁਸੀਂ ਨਾਂ ਆਪਣਾ ਕੀ ਦੱਸਿਆ ਜੀ? ਜਗਜੀਤ ਸਿੰਘ। ਹਾਂ, ਜਗਜੀਤ ਸਿੰਘ ਜੀ, ਮੈਂ ਤੁਹਾਡੀ ਇਸ ਡੇਅਰਨੈਸ ਜਾਂ ਤੁਹਾਡੀ ਹੈ ਬਰੇਵਨੈਸ ਨੂੰ ਐਪਰੀਸ਼ੀਏਟ ਕਰਦਾ ਕਿ ਤੁਸੀਂ ਸਭ ਦੇ ਸਾਹਮਣੇ ਸਾਂਝ ਕਰ ਰਹੇ ਹੋ ਕਿ ਵੀ ਮੈਨੂੰ ਇੱਕਦਮ ਗੁੱਸਾ ਚੜ ਜਾਂਦਾ ਤੇ ਜਿਹੜਾ ਸਾਨੂੰ ਸਭ ਨੂੰ ਚੜ ਜਾਂਦਾ, ਹਰ ਕਿਸੇ ਦਾ ਆਪਣਾ ਐਕਸਪ੍ਰੈਸ ਕਰਨ ਦਾ ਢੰਗ ਅਲੱਗ ਹੈ, ਪਰ ਫਿਰ ਵੀ ਤੁਸੀਂ ਸਾਂਝ ਕੀਤੀ। ਜਿਹੜਾ ਜਦੋਂ ਅਸੀਂ ਫਰਜ਼ ਕਰੋ ਮੇਰੇ ਬੱਚੇ ਨੇ ਗਲਤੀ ਕੀਤੀ ਹੈ ਜਾਂ ਨੌਕਰ ਨੇ ਕੀਤੀ ਹੈ, ਤਾਂ ਅਸੀਂ ਇੱਕਦਮ ਕਹਿੰਦੇ ਤੈਨੂੰ ਲਾਵਾਂ, ਇੱਕ ਦੱਸਾਂ ਤੈਨੂੰ ਪਗੜੇ ਬਾਹਰ ਕੱਢ ਦਾਂਗਾ, ਜ਼ਿਆਦਾ ਨਾ ਬੋਲ, ਉੱਚਾ ਨਾ ਬੋਲ, ਅੱਗੋਂ ਬੋਲਦਾ ਬਹਿਸ ਕਰਦਾ। ਇਹ ਜਦੋਂ ਅਸੀਂ ਇਹ ਸਾਰਾ ਕਰਦੇ ਆ ਨਾ, ਤਾਂ ਇਹਦਾ ਮਤਲਬ ਅਸੀਂ ਉਸ ਨੂੰ ਨਾ ਮਾਫ ਕੀਤਾ ਹੀ ਨਹੀਂ ਹੈ। ਸਾਨੂੰ ਨਾ, ਮੈਂ ਇੱਕ ਸੈਂਟੈਂਸ ਪੜ੍ਹਿਆ ਸੀ ਕਿ ਰੱਬ ਜੀ ਮੈਨੂੰ ਸੁਮਤ ਬਖਸ਼ੋ ਕਿ ਮੈਂ ਜੋ ਚੇਂਜ ਕਰ ਸਕਦਾ ਉਹਨੂੰ ਗ੍ਰੇਸਫੁਲੀ ਢੰਗ ਦੇ ਨਾਲ, ਵਿਵੇਕ ਬੁੱਧੀ ਦੇ ਨਾਲ ਮੈਂ ਚੇਂਜ ਕਰ ਸਕਾਂ। ਤੇ ਦੂਜਾ ਸੈਂਟੈਂਸ ਇਹ ਸੀ ਕਿ ਰੱਬ ਜੀ ਮੈਨੂੰ ਸੁਮਤ ਬਖਸ਼ੋ ਕਿ ਜੋ ਮੈਂ ਚੇਂਜ ਨਹੀਂ ਕਰ ਸਕਦਾ ਉਹਦੇ ਵਾਸਤੇ ਮੈਨੂੰ ਬਲ ਔਰ ਤਾਕਤ ਬਖਸ਼ੋ ਕਿ ਮੈਂ ਉਹਨੂੰ ਦੇਖ ਕੇ ਬਰਦਾਸ਼ਤ ਕਰ ਸਕਾਂ। ਜੀ ਠੀਕ ਹੈ ਨਾ। ਤਾਂ ਇੰਜ ਅਸੀਂ ਨਾ ਕ੍ਰੋਧ ਉੱਤੇ ਪੂਰਾ ਸੈਮੀਨਾਰ ਕੀਤਾ ਹੈ, ਉਹਦੀ ਪੂਰੇ 3-4 ਘੰਟੇ ਦੀ ਵੀਡੀਓ ਬਣੀ ਹੋਈ ਹੈ, ਔਰ ਇੱਕ ਅਸੀਂ ਟੀ ਸੀਰੀਜ਼ ਤੇ ਸ਼ੁਰੂ 'ਚ ਕ੍ਰੋਧ ਹਿੰਦੀ ਵਿੱਚ ਕੀਤਾ ਸੀ ਸੈਮੀਨਾਰ, ਉਹਦੇ ਪੁਆਇੰਟਸ ਅਲੱਗ-ਅਲੱਗ ਨੇ। ਉਸ ਤਰੀਕੇ ਦੇ ਨਾਲ ਅਸੀਂ ਆਪਣੇ ਬਾਰੇ ਸੋਚਾਂਗੇ ਵੀ ਮੈਨੂੰ ਕ੍ਰੋਧ ਚੜਦਾ ਕਿਉਂ ਹੈ, ਆਪਣੇ ਬਾਰੇ ਵਿਚਾਰ ਸ਼ੁਰੂ ਕਰਾਂਗੇ ਨਾ। ਆਤਮ ਚੀਨ ਜਦੋਂ ਅਸੀਂ ਕਰਾਂਗੇ, ਆਪਣੀ ਇੰਟਰੋਸਪੈਕਸ਼ਨ ਕਰਾਂਗੇ ਵੀ ਮੈਨੂੰ ਚੜਦਾ ਕਿਉਂ ਹੈ। ਇੱਕ ਤਾਂ ਚੜਦਾ ਹੈ ਕਿ ਮੈਂ ਆਪਣੀ ਕਾਰ ਠੀਕ ਪਾਰਕ ਕਰਦਾ, ਲੋਕੀ ਠੀਕ ਪਾਰਕ ਨਹੀਂ ਕਰਦੇ। ਇਹ ਗਲੀ ਵਿੱਚ ਇੱਥੇ ਮੇਰੀ ਕਾਰ ਖੜੀ ਕਰਨੀ ਸੀ, ਉਹ ਟੇਢੀ ਖੜੀ ਕਰ ਗਿਆ, ਮੇਰੀ ਫਸ ਨਹੀਂ ਰਹੀ, ਉਸ ਵੇਲੇ ਮੈਂ ਗਾਲ ਵੀ ਕੱਢਦਾ, ਵਾਸਤੇ ਬੁਰਾ ਕਹਿੰਦਾ। ਫਿਰ ਸੜਕ ਉੱਤੇ ਕੋਈ ਕਾਰ ਗਲਤ ਚਲਾ ਜਾਂਦਾ ਹੈ, ਕੋਈ ਕੁਝ ਕਰ ਦਿੰਦਾ ਹੈ, ਤਾਂ ਵੀ ਮੈਨੂੰ ਗੁੱਸਾ ਚੜਦਾ ਹੈ। ਇਹਦਾ ਮਤਲਬ ਮੈਂ ਹਰ ਵੇਲੇ ਦੂਜਿਆਂ ਦੀਆਂ ਗਲਤੀਆਂ ਨੋਟ ਕਰਨ ਵਾਸਤੇ ਮੈਂ ਆਪਣੇ ਨੱਕ ਤੇ ਗੁੱਸਾ ਰੱਖੀ ਰੱਖਦਾ, ਤਾਂ ਫਿਰ ਤਾਂ ਗੁੱਸਾ ਸਾਨੂੰ ਚੜਦਾ ਹੀ ਹੈ ਨਾ। ਕਰੈਕਟ। तो अपनी इंट्रोस्पेक्शन करनी है,
ਤਾਂ ਅੱਜ ਦਾ ਟੌਪਿਕ ਹੈ ਸੀ ਕਿ ਗੁਰਬਾਣੀ ਸਾਨੂੰ ਬਾਰ-ਬਾਰ ਸਿਖਾ ਰਹੀ ਹੈ ਵੀ ਮੈਂ ਹਰ ਵੇਲੇ ਸਿਮਰਨ ਦੀ ਅਵਸਥਾ 'ਚ ਕਿਵੇਂ ਰਵਾਂ। ਬਾਣੀ ਸਾਨੂੰ ਸਿਮਰਨ ਕਰਨਾ ਸਿਖਾ ਰਹੀ ਹੈ। ਤਾਂ ਅੱਜ ਦਾ ਪੁਆਇੰਟ ਇਹ ਸੀ, ਮਨ ਆਪਣੇ ਤੇ ਬੁਰਾ ਮਿਟਾਣਾ ਜੀ, ਹੈ ਨਾ, ਕਿਸੇ ਦੇ ਬਾਰੇ ਬੁਰਾ ਨਾ ਚਿਤਵਨਾ ਜੀ। ਤਾਂ ਮੈਂ ਤੇ ਬੁਰਾ ਪਹਿਲਾਂ ਹੀ ਚਿਤਵ ਲਿਆ ਨਾ, ਤੈਨੂੰ ਦੋ ਲਾਵਾਂ ਦੱਸਾਂ ਮੈਂ ਘਰੋਂ ਬਾਹਰ ਕੱਢ ਦਾਂ, ਰੋਟੀ ਨਹੀਂ ਮਿਲੇਗੀ, ਇਸੇ ਬਾਤ ਕੋਈ ਮਤ ਕਰੋ, ਇਹ ਭੈੜਾ ਹੈ। ਨਿੱਕੇ ਬੱਚੇ ਤੋਂ ਅਸੀਂ ਇੰਝ ਹੀ ਸ਼ੁਰੂ ਕਰਦੇ ਆ ਨਾ, ਤਾਂ ਅਸੀਂ ਤੇ ਬੁਰਾ ਚਿਤਵ ਲਿਆ ਨਾ ਜੀ। ਤਾਂ ਮੈਂ ਜਦੋਂ ਗਲਤੀ ਕਰਦਾ, ਟੀਚਰ ਜਦੋਂ ਗਲਤੀ ਕਰਦੀ ਹੈ, ਬਜ਼ੁਰਗ ਜਦੋਂ ਗਲਤੀ ਕਰਦੇ ਨੇ, ਰੱਬ ਉਹਨਾਂ ਨੂੰ ਕੋਈ ਸਜ਼ਾ ਨਹੀਂ ਦੇ ਰਿਹਾ। ਰੱਬ ਉਹਨਾਂ ਨੂੰ ਕਹਿ, ਮੈਂ ਮਾਰਾ ਤੈਨੂੰ, ਪੁੱਠਾ ਟੰਗ ਦਿਆ, ਅੱਜ ਰਾਤੀ ਤੈਨੂੰ ਆਕਸੀਜਨ ਨਹੀਂ ਮਿਲੇਗੀ, ਅੱਜ ਰਾਤੀ ਕੋਈ ਸੂਰਜ ਨਹੀਂ ਚੜੇਗਾ, ਤੈਨੂੰ ਨੀਂਦ ਨਹੀਂ ਆਏਗੀ, ਅੱਜ ਰਾਤੀ ਮੈਂ ਤੈਨੂੰ ਸਜ਼ਾ ਦੇਵਾਂਗਾ। ਇੰਝ ਰੱਬ ਨਹੀਂ ਕਰਦਾ, ਹੈ ਨਾ ਜੀ। ਜੇ ਰੱਬ ਨਹੀਂ ਕਰਦਾ ਤਾਂ ਅਸੀਂ ਰੱਬੀ ਗੁਣ ਸਿੱਖ ਰਹੇ ਹਾਂ ਕਿ ਕਿਸੇ ਦਾ ਬੁਰਾ ਨਾ ਚਿਤਵਨਾ। ਤਾਂ ਫਿਰ ਜਿੰਨੇ ਮੇਰੇ ਸਾਹਮਣੇ ਕੁਝ ਗਲਤ ਕੀਤਾ ਹੈ ਨਾ, ਉਹਦੇ ਬਾਰੇ ਪਹਿਲਾਂ ਮੈਂ ਆਪਣੀ ਸਿਰਫ ਇੱਕ ਫ੍ਰੈਕਸ਼ਨ ਆਫ ਸਕਿੰਟ ਦੀ ਨਾ ਬੜੀ ਵੱਡੀ ਖਾਈ ਖੋਦਣੀ ਹੈ, ਤਾਂ ਕਿ ਮੈਂ ਖਾਈ ਨੂੰ ਟੱਪ ਹੀ ਨਾ ਸਕਾਂ, ਮੈਂ ਉਹਦੇ ਨਾਲ ਬੁਰਾ ਐਕਸ਼ਨ ਨਾ ਕਰਾਂ। ਠੀਕ ਹੈ, ਅਸੀਂ ਇਹਦੀ ਪ੍ਰੈਕਟਿਸ ਕਰਾਂਗੇ। ਹੁਣ ਇਹ ਛੋਟੀ ਛੋਟੀ ਪ੍ਰੈਕਟਿਸ ਕਰਦੇ ਆ ਨਾ, ਤਾਂ ਫਿਰ ਵੱਡਾ ਕੁਝ ਵੀ ਨਹੀਂ ਹੈ। ਫਿਰ ਵੱਡੇ ਵੇਲੇ ਵੀ ਸਾਨੂੰ ਅੰਦਰੋਂ ਜਾਚ ਆ ਜਾਂਦੀ ਹੈ ਕਿ ਮੈਂ ਹਾਊ ਟੂ ਹੈਂਡਲ ਦਿਸ ਜੀ। ਫਿਰ ਕਈ ਆਪਣੇ ਬੱਚੇ ਤੇ ਨੌਕਰ ਤੇ ਇੰਝ ਹੱਥ ਚੁੱਕਦੇ ਆਪਣੀ ਵਾਈਫ ਤੇ ਵੀ ਚੁੱਕ ਦਿੰਦੇ ਨੇ, ਉਹ ਤੇ ਡੋਮੈਸਟਿਕ ਵਾਇਲੈਂਸ ਹੀ ਹੋ ਜਾਏਗੀ ਨਾ, ਉਹ ਤੇ ਫਿਰ ਤੇ ਬਹੁਤ ਹੀ ਵੱਡਾ ਐਕਸ਼ਨ ਹੋ ਗਿਆ ਨਾ। ਅਸੀਂ ਉਹਦੀ ਇੱਜ਼ਤ ਹੀ ਨਹੀਂ ਕੀਤੀ। ਜੇ ਮੈਂ ਆਪਣੀ ਵਾਈਫ ਉੱਤੇ ਹੱਥ ਨਾ ਚੁੱਕਾਂ ਤਾਂ ਮਾਨੋ ਮੈਂ ਉਹਦੀ ਗਲਤੀ ਨੂੰ ਮਾਫ ਕੀਤਾ, ਪਰ ਮੈਂ ਨਿੱਕੇ ਬੱਚੇ ਦੀ ਤਾਂ ਗਲਤੀ ਮਾਫ ਨਹੀਂ ਕਰਦਾ। ਵਾਈਫ ਤੇ ਬਹੁਤ ਵੱਡੀ ਚੀਜ਼ ਹੈ। ਕਈਆਂ ਦਾ ਹਸਬੈਂਡ, ਕਈ ਲੋਕਾਂ ਨੇ ਪਤੀ ਪਤਨੀ ਨੇ ਰਲ ਕੇ ਮਾਂ ਨੂੰ ਬੰਨ ਦਿੱਤਾ, ਘਰੋਂ ਬਾਹਰ ਕੱਢ ਦਿੱਤਾ। ਇਸ ਤਾਂ ਵੱਡੀਆਂ ਗੱਲਾਂ ਹੀ ਵਾਪਰ ਜਾਂਦੀਆਂ। ਸੋ ਅਸੀਂ ਪਹਿਲਾਂ ਨਿੱਕੀ ਗੱਲ ਤੇ ਆਪਣੀ ਇੰਟਰੋਸਪੈਕਸ਼ਨ ਕਰਾਂਗੇ। ਗਲਾਸ ਟੁੱਟ ਗਿਆ, ਮੇਰਾ ਕਹਿਣਾ ਨਹੀਂ ਮੰਨਿਆ, ਮੈਂ ਕਿਹਾ ਸੀ ਜਾਂਦੇ ਜਾਂਦੇ ਬੂਹਾ ਬੰਦ ਕਰ ਜਾਈ, ਮੈਂ ਕਿਹਾ ਸੀ ਕਾਰ ਇਹ ਨਹੀਂ ਕੀਤਾ, वो नहीं ਕੀਤਾ। ਕਾਰ ਬੇਟਾ ਚਲਾਓਗੇ ਨਾ, ਬੈਲਟ ਲਗਾ ਲੈਣਾ, ਪੁਲਿਸ ਟਿਕਟ ਦੇਗੀ। ਪਰ ਪੁਲਿਸ ਨੂੰ ਟਿਕਟ ਦਿੱਤੇ, ਉਹਨੇ ਕਾਰ ਤੇ ਬੈਲਟ ਨਹੀਂ ਸੀ ਬੰਨੀ, ਅਸੀਂ ਉਹਨੂੰ ਗਾਲਾਂ ਕੱਢੀਆਂ, ਉਸਨੂੰ ਬੁਰਾ ਭਲਾ ਕਿਹਾ। ਇੰਜ ਸਾਡਾ ਨਾ ਨਿੱਕੀ ਗੱਲ ਤੇ ਕ੍ਰੋਧ ਚੜ ਜਾਂਦਾ ਹੈ। ਜਦੋਂ ਕ੍ਰੋਧ ਚੜ ਜਾਂਦਾ ਤਾਂ ਅਸੀਂ ਫਿਰ ਉਹਨੂੰ ਮਾਫ ਨਹੀਂ ਕਰ ਪਾਉਂਦੇ, ਉਹਦੇ ਤੇ ਬੈਡ ਐਕਸ਼ਨ ਲੈ ਹੀ ਲੈਂਦੇ ਹਾਂ। ਸੋ ਅੱਜ ਸਿਮਰਨ ਦੀ ਗੱਲ ਵਿੱਚ ਅਸੀਂ ਸਿੱਖ ਰਹੇ ਕਿਸੇ ਦਾ ਬੁਰਾ ਨਾ ਚਿਤਵਨਾ ਜੀ, ਕਿਸੇ ਨੇ ਵੀ ਮੇਰੇ ਨਾਲ ਕੀਤਾ। ਤੁਹਾਡਾ ਦੂਜਾ ਕੁਐਸਚਨ ਹੈ, ਪਹਿਲੇ ਕੁਐਸਚਨ ਦਾ ਆਨਸਰ ਕੁਝ ਪ੍ਰੈਕਟਿਸ ਕਰਨ ਵਾਸਤੇ ਲੱਗ ਰਿਹਾ ਤੁਹਾਡੇ ਮਨ ਨੂੰ? ਜੀ, ਆਈ ਵਿਲ ਟਰਾਈ, ਮੈਂ ਕੋਸ਼ਿਸ਼ ਕਰਾਂਗਾ ਸਰ। ਹਾਂਜੀ ਵੀਰ ਜੀ, ਮੈਂ ਤੁਹਾਡੇ ਕੋਲੋਂ ਬਿਲਕੁਲ ਵੀ ਉਹ ਕੋਈ ਸਟੈਂਪ ਪੇਪਰ ਤੇ ਉਹ ਨਹੀਂ ਲੈ ਰਿਹਾ, ਹੁਣੇ ਤਾਂ ਮੈਂ ਵੀ ਪ੍ਰੈਕਟਿਸ ਰਿਹਾ ਸੀ ਸਾਰੇ ਸੀ। ਮੇਰੇ ਆਸੇ ਤੁਸੀਂ ਦੱਸਿਆ ਹੈ, ਮੈਂ ਇਹਨੂੰ ਗੱਠ ਬੰਨ ਕੇ ਕੋਸ਼ਿਸ਼ ਕਰਾਂਗਾ। ਮੈਂ ਇੱਕ ਸਟੈਪ ਲਾਂਗਾ, ਕੋਸ਼ਿਸ਼ ਕਰਾਂਗਾ ਕਿ ਉਹਨੂੰ ਹਰ ਗੱਲ ਨੂੰ ਥੋੜਾ ਅਵੋਇਡ ਕਰਾਂ। ਹਾਂਜੀ, ਦੇਖੋ ਸਾਡੇ ਘਰ ਸਤੀਸ਼ ਜੀ ਆਗਰਾ ਤੋਂ ਆਏ ਸੀ ਜੀ। ਅਸੀਂ ਜਿੱਥੇ ਰਹਿ ਰਹੇ ਹਾਂ ਨਾ ਇਸ ਵੇਲੇ, ਸਾਡਾ ਮਕਾਨ ਜਿਹੜਾ ਬਣ ਰਿਹਾ ਗੁਣਵੰਤ ਕੌਰ ਮੰਮੀ ਜੀ ਦਾ, ਉਹ ਮਕਾਨ ਬਣਨ ਦੇ ਕਾਰਨ ਅਸੀਂ ਇੱਥੇ ਨਾ ਟੈਨੈਂਟ ਆ, ਅਸੀਂ 4th ਫਲੋਰ ਤੇ ਆ। ਤਾਂ ਸਾਡੇ ਘਰ ਸਤੀਸ਼ ਜੀ ਆਏ ਤਾਂ ਇਹਨਾਂ ਨੇ ਸਾਹਮਣੇ ਵਾਲਿਆਂ ਦੇ ਘਰ ਕਾਰ ਖੜੀ ਕਰ ਦਿੱਤੀ। ਉਹਨਾਂ ਨੇ ਮੈਨੂੰ ਕਾਫੀ ਗੁੱਸਾ ਕੀਤਾ, ਬੜਾ ਬੁਰਾ ਭਲਾ ਕਿਹਾ, ਤੇ ਮੈਂ ਉਹਨਾਂ ਕੋਲ ਸਿਰਫ ਮਾਫੀ ਮੰਗੀ ਕਿਉਂਕਿ ਗਲਤੀ ਸਾਡੀ ਸੀ, ਅਸੀਂ ਕਾਰ ਖੜੀ ਕਰ ਲਈ ਸੀ। ਉਹ ਵਿਚਾਰੇ ਕਾਫੀ ਬੌਦਰ ਹੁੰਦੇ ਰਹੇ। ਲੇਕਿਨ ਜਦੋਂ ਮੈਂ ਉਹਨਾਂ ਕੋਲ ਮਾਫੀ ਮੰਗੀ ਨਾ, ਉਸ ਤੋਂ ਬਾਅਦ ਪਤਾ ਕੀ ਹੋਇਆ, ਅਗਲੀ ਸਵੇਰ ਤੋਂ ਨਾ ਉਹ ਮੈਨੂੰ ਵਿਸ਼ ਕਰਦੇ ਨੇ ਔਰ ਮੈਨੂੰ ਇਹ ਕਹਿੰਦੇ ਨੇ ਕਿ ਵੀਰ ਜੀ ਅਸੀਂ ਉਸ ਦਿਨ ਰਾਤੀ ਬੜੇ ਪਰੇਸ਼ਾਨ ਸੀ, ਸਾਡੇ ਕੋਲੋਂ ਨਾ ਬੈਡ ਐਕਸ਼ਨ ਹੋ ਗਿਆ, ਸਾਨੂੰ ਤੁਸੀਂ ਮਾਫ ਕਰ ਦਿਓ। ਹੁਣ ਇਹਦੇ ਨਾਲ ਪਤਾ ਕੀ ਹੋਏਗਾ, ਉਹ ਫਿਊਚਰ ਵਿੱਚ ਨਾ ਕਿਸੇ ਦੀ ਵੀ ਕਾਰ ਖੜੀ ਹੋਏਗੀ ਨਾ, ਤਾਂ ਉਹ ਥੋੜਾ ਨਾ ਆਪਣੀ ਇੰਟਰੋਸਪੈਕਸ਼ਨ ਦੇ ਨਾਲ ਉਹ ਆਪਣੇ ਆਪ ਨੂੰ ਨਾ ਫਿਕਸ ਅਪ ਕਰਦੇ ਜਾਣਗੇ ਜੀ। ਇੰਜ ਅਸੀਂ ਕਾਰ ਚਲਾਉਂਦੇ ਆ ਦੂਸਰਿਆਂ ਨੂੰ ਮਾਫ ਕਰਦੇ ਜਾਵਾਂਗੇ, ਨਿੱਕੀ ਗੱਲ ਸਿੱਖਦੇ ਜਾਵਾਂਗੇ ਨਾ। ਮੇਰੀ ਵੋਟੀ ਨੇ ਰੋਟੀ ਠੀਕ ਨਹੀਂ ਪਕਾਈ, ਕੱਪੜੇ ਠੀਕ ਨਹੀਂ ਧੋਤੇ, ਪ੍ਰੈਸ ਠੀਕ ਨਹੀਂ ਕੀਤੇ, ਕਮੀਜ਼ ਮੇਰੀ ਕੀਮਤੀ, ਕੋਟ ਮੇਰਾ ਕੀਮਤੀ ਸਾੜ ਦਿੱਤਾ। ਇਹ ਸਾਰੀਆਂ ਗੱਲਾਂ ਰੋਜ਼ ਵਾਪਰਦੀਆਂ, ਛੋਟੀਆਂ ਵੱਡੀਆਂ। ਪਰ ਮੈਂ ਸਿਮਰਨ ਵਿੱਚ ਰਹਿਣਾ, ਉਠ ਬੈਠ ਸੋਵਤ ਧਿਆਈਏ ਵਾਲੀ ਅਵਸਥਾ 'ਚ ਰਹਿਣਾ। ਮੈਂ ਸਿਮਰਨ ਦੀਆਂ ਬਰਕਤਾਂ ਦਾ ਪੂਰਾ ਲਾਹਾ ਲੈਣਾ ਤੇ ਫਿਰ ਮੈਂ ਬੁਰਾ ਨਹੀਂ ਚਿਤਵਨਾ, ਮੀਨਸ ਮੈਂ ਬੁਰਾ ਐਕਸ਼ਨ ਕਰਨਾ ਹੀ ਨਹੀਂ ਹੈ। ਮੇਰੇ ਮਨ ਅੰਦਰ ਬੁਰਾ ਕਿਉਂ ਆਉਂਦਾ ਹੈ, ਇਹਦੇ ਬਾਰੇ ਮੈਂ ਇੰਟਰੋਸਪੈਕਸ਼ਨ ਆਪ ਨਹੀਂ ਕਰਨੀ।
मैं एकदम आई नहीं आज इसने ग्लास तोड़ दिया, कल तो ऐसे टीवी मार देगा, परसों ऐसे कार की टक्कर मार देगा। ये अगर इनको नहीं समझाएंगे तो ये ऐसे कर देगा, नौकर ऐसे कर देगा, पड़ोसी ऐसे कर देगा। ਅਸੀਂ ਹਾਈਪੋਥੀਸਿਸ ਤਿਆਰ ਕਰਦੇ ਹਾਂ, एकदम ਗੁੱਸਾ ਚੜ ਜਾਂਦਾ, ਫਿਰ ਅਸੀਂ ਜ਼ਬਾਨ ਵੀ ਗਲਤ ਚਲਾਉਣ ਲੱਗ ਪੈਂਦੇ ਹਾਂ। ਹੁਣ ਤੁਹਾਡੇ ਬੱਚੇ ਦਾ ਜਿਹੜਾ ਕੁਐਸਚਨ ਆਇਆ ਨਾ, ਸਾਰਿਆਂ ਦੀ ਪ੍ਰੋਬਲਮ ਹੈ, ਅਸੀਂ ਸਾਰੇ ਇਹਦੇ ਵਿਕਟਿਮ ਹਾਂ। ਇਹਦੇ ਵਾਸਤੇ ਅਸੀਂ ਲਿਵਿੰਗ ਟ੍ਰੈਜਰ ਦਾ ਜਿਹੜਾ ਬੰਗਲਾ ਸਾਹਿਬ ਸਟਾਲ ਲੱਗਾ ਸੀ, ਉੱਥੇ ਅਸੀਂ 1 ਪੇਜ ਆਰਟੀਕਲ ਸਾਂਝ ਕੀਤਾ ਕਿ ਹੁਣ ਅਸੀਂ ਕੀ ਕਰੀਏ। ਅਸੀਂ ਹੁਣ ਬੱਚੇ ਨੂੰ ਸਮਝਾਉਣ ਵਾਸਤੇ ਨਾ ਬਸ ਉਹਦੇ ਨਾਲ ਪਿਆਰ ਕਰ ਸਕਦੇ ਹਾਂ, ਪਰ ਉਹਦੇ ਨਾਲ ਪਿਆਰ ਕਰਦੇ ਨਾ ਅਸੀਂ ਉਹਦੇ ਵਾਸਤੇ ਇੰਪੋਰਟੈਂਟ ਕੰਮ ਦੀ ਸਾਂਝ ਕਰ ਸਕਦੇ ਹਾਂ। ਇੰਪੋਰਟੈਂਟ ਕੰਮ ਕਿਸ ਤਰ੍ਹਾਂ ਹੋ ਸਕਦਾ ਹੈ? ਮੈਂ ਐਗਜ਼ਾਮਪਲ ਬਣਾਉਂਦਾ। ਫਰਜ਼ ਕਰੋ ਤੁਸੀਂ ਜਾਂ ਤੁਹਾਡੀ ਵਾਈਫ ਜਾਂ ਤੁਹਾਡੀ ਮਦਰ ਘਰ ਹੈ, ਬੱਚਾ ਫੋਨ ਤੇ ਆਪਣਾ ਕੰਮ ਕਰ ਰਿਹਾ, ਬੱਚੇ ਨੂੰ ਰਿਕੁਐਸਟ ਕਰਨੀ ਹੈ, ਬੇਟਾ ਮੈਨੂੰ ਨਾ ਥੋੜਾ ਬਾਹਰ ਜਾਣਾ ਪੈ ਰਿਹਾ, ਇਹ ਨਾ ਗੈਸ ਉੱਤੇ ਦੁੱਧ ਰੱਖਿਆ, ਤੁਸੀਂ ਬੱਚੇ से दूध उबल जाएगा बंद कर दोगे, गैस बंद कर दोगे, है ना? उन्हें ਤੁਹਾਡਾ ਕਹਿਣਾ ਮੰਨ ਲਿਆ। ਹੁਣ ਜਦੋਂ ਉਹ ਦੁੱਧ ਉਬਲੇਗਾ और ਉਹ ਗੈਸ ਬੰਦ ਕਰ ਦੇਗਾ, ਇਤਨੀ ਦੇਰ ਤਾਂ ਉਹ ਫੋਨ ਤੋਂ ਛੁੱਟ ਗਿਆ ਨਾ ਜੀ। ਇਹਦਾ ਨਾ ਤੁਸੀਂ 5 ਮਿੰਟ ਰੱਖ ਲਓ ਜੀ, 5 ਮਿੰਟ ਉਹਨੂੰ ਦੁੱਧ ਉਬਲਣ ਦਾ ਧਿਆਨ ਰੱਖਣਾ ਪਿਆ ਜੀ। ਤੁਸੀਂ 5 ਮਿੰਟ ਉਹਦੇ ਕੋਲ ਕ੍ਰੀਏਟਿਵ ਕੰਮ ਕਰਾ ਲਿਆ ਜੀ। ਇੰਜ ਹੀ ਹੋਰ ਐਗਜ਼ਾਮਪਲ ਬਣਾਈ ਜਾਓ। ਬੱਚੇ ਮੇਰੇ ਨਾਲ ਥੋੜਾ ਇਹ ਹੱਥ ਤੋਂ ਦਰਦ ਕਰ ਰਿਹਾ ਹੈ, ਤੁਸੀਂ ਮੇਰੇ ਵਾਸਤੇ ਸਲਾਦ ਕੱਟ ਸਕਦੇ ਹੋ। ਬੱਚੇ ਮੰਮੀ ਨਾ ਥੋੜਾ ਉਹ ਦਾਦੀ ਨੂੰ ਚਾਹ ਦੇ ਰਹੀ ਹੈ, ਤਾਂ ਤੁਸੀਂ ਕੱਦੂਕਸ ਕਰ ਸਕਦੇ ਹੋ। ਜੇ ਬੱਚਾ ਕਿਚਨ ਦਾ ਕੰਮ ਨਹੀਂ ਕਰਨਾ ਚਾਹੁੰਦਾ, ਉਹਨੂੰ ਕਹਿ ਸਕਦੇ ਹੋ ਵੀ ਮੈਂ ਨਾ ਮੰਮੀ ਦੇ ਨਾਲ ਕਿਚਨ ਵਿੱਚ ਹੱਥ ਵੰਡਾ ਰਿਹਾ। ਜਾਂ ਸਾਡੇ ਘਰਾਂ ਨੌਕਰ ਚਾਕਰ ਦੀ ਸਾਨੂੰ ਇੰਡੀਆ ਵਿੱਚ ਆਦਤ ਪਈ ਹੋਈ ਹੈ, ਬਾਹਰ ਤੇ ਇੰਜ ਨਹੀਂ ਨਾ ਹੁੰਦਾ। ਤਾਂ ਮੈਂ ਦੇਖਦਾ ਕਿ ਮੇਰੀ ਭਰਜਾਈ ਮਾਲਾ ਜਿਹੜੀ ਉਹਨੇ ਬੋਲ ਰਹੀ ਸੀ, ਮਾਲਾ ਜਾਂ ਮੇਰੀ ਵਾਈਫ ਸੁਖਵੰਤ ਕੌਰ ਜਾਂ ਮੇਰੇ ਬੀਜੀ, ਇਹ ਕੰਮ ਕਰ ਰਹੇ ਹੁੰਦੇ ਸੀ। ਮੇਰਾ ਬ੍ਰਦਰ ਬਾਹਰ ਨਾ ਸਾਰੇ ਸੋਫਿਆਂ ਦੀ ਗੱਦੀਆਂ ਠੀਕ ਕਰ ਦਿੰਦਾ ਹੈ, ਸਾਰਾ ਵੈਕਿਊਮ ਕਰ ਦਿੰਦਾ ਹੈ, ਉਹਦਾ ਬੇਟਾ ਸਾਹਿਬ ਸਿੰਘ ਵੈਕਿਊਮ ਕਰ ਦਿੰਦਾ ਹੈ। ਇਸ ਤਰੀਕੇ ਦੇ ਨਾਲ ਅਸੀਂ ਆਪਣਾ ਕੰਮ ਸ਼ੁਰੂ ਕਰਦੇ। ਤੁਸੀਂ ਬੱਚੇ ਨੂੰ ਕਹਿੰਦੇ ਬੇਟਾ ਥੋੜਾ ਸੋਫਾ ਫਿਕਸਅਪ ਕਰ ਸਕਦੇ ਹੋ ਕਹਿਣਾ है, इसको फिक्सअप कर, हटा फोन पे लगा रहता है, इंज नहीं बोलेंगे प्यार। तो मैं वो एग्जांपल दिता ना दुध दा, हुन क्वेश्चन उठ सकता है कि उन्हें वो फोन ते ही लगा रहा और दुध उबल गया, है ना? फिर असी उसनू माफ करांगे, क्योंकि मैं सिमरन दी अवस्था च रहना है ना। मैं गुस्सा मानना हंडाए नहीं करना। दूध उबल गया कोई गल नहीं, बच्चे दे नाल रिलेशनशिप नहीं उबलनी चाहिए। ए मैं छोटी जी एक एग्जांपल बनाई है, कुछ भी तुसी एग्जांपल्स बना सकते हो और अपने घर अंदर लिव कर सकते हो। ठीक है जी। ਅਸੀਂ ਤੇ ਆਪਣੇ ਆਪ ਨੂੰ ਫਿਕਸ ਅਪ ਕਰਨ ਦੀ ਛੋਟੀ ਪੁਆਇੰਟਸ ਦੇ ਨਾਲ ਜਾਚ ਸਿੱਖ ਰਹੇ ਹਾਂ ਨਾ, ਕਿ ਮੈਂ ਹਰ ਵੇਲੇ ਸਿਮਰਨ ਦੀ ਅਵਸਥਾ 'ਚ ਕਿਵੇਂ ਰਵਾਂ। ਸੋ ਅੱਜ ਦਾ ਪੁਆਇੰਟ ਹੈ, ਮਨ ਆਪਣੇ ਤੇ ਬੁਰਾ ਮਿਟਾਣਾ, ਬੰਧਨ ਤੋੜ ਪਏ ਨਿਰਵੈਰ। ਮੈਂ ਹੁਣ ਵੈਰ ਪਾਲਣਾ ਨਹੀਂ ਹੈ ਇਸ ਗੱਲ ਤੇ ਕਿਸੇ ਵੀ ਬੰਦੇ ਦੇ ਨਾਲ, ਭਾਵੇਂ ਉਹ ਕੋਈ ਵੀ ਹੋਵੇ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜਗਜੀਤ ਜੀ। ਮੈਨੂੰ ਲੱਗਦਾ ਵੀ ਜੀ ਅਸੀਂ ਤੁਸੀਂ ਇੱਕ ਐਗਜ਼ਾਮਪਲ ਪਹਿਲੇ ਵੀ ਸਾਂਝ ਪਾਈ ਹੋਈ ਹੈ ਕਿ ਜਿਵੇਂ ਹੈਪੀਨੈਸ ਇਜ਼ ਲਾਈਕ ਅ ਬਟਰਫਲਾਈ, ਜਿੰਨਾ ਉਹਦੇ ਪਿੱਛੇ ਅਸੀਂ ਭੱਜਦੇ ਆ ਨਾ, ਉਹ ਹੋਰ ਦੌੜਦੀ ਹੈ। ਸੋ ਵੀ ਸ਼ੁਡ be busy doing something creative, अपने आप किसी ने आके अपने साढ़े शोल्डर पे बैठ जाए। तो बच्चे के पीछे बहुत भजना, ਉਹਨੂੰ ਹਰ ਟਾਈਮ ਮੈਂ ਕਹਿਣਾ। ਸੋ ਇੱਕ ਲਿਮਿਟ ਤੱਕ ਅਸੀਂ ਕਹਿ ਸਕਦੇ ਹਾਂ, ਉਸ ਤੋਂ ਬਾਅਦ ਉਹ ਬੱਚੇ ਵੀ ਅੱਜ ਕੱਲ੍ਹ ਨਹੀਂ ਸੁਣਦੇ ਹੈਗੇ। ਐਂਡ ਸਾਰਾ ਟਾਈਮ ਅਸੀਂ ਆਪਣਾ ਵੀ ਖੂਨ ਛੜਾਉਂਦੇ ਹਾਂ ਉਹਨਾਂ ਪਿੱਛੇ। ਵੀ ਕ੍ਰੀਏਟ ਅ ਗੈਪ। ਆਈ ਥਿੰਕ ਵੀ ਸ਼ੁਡ ਗਿਵ them a space, ਕਿਉਂਕਿ ਬੱਚੇ ਬੜੇ ਸਿਆਣੇ ਨੇ। ਹਾਂ ਉਹਨਾਂ ਤੇ ਵਾਚ ਜ਼ਰੂਰ ਰੱਖੀਏ, ਬਟ ਉਹਨਾਂ ਨੂੰ ਜ਼ਿਆਦਾ ਫੋਰਸ ਕਰਾਂਗੇ ਤੇ ਉਹ ਅਗਰੈਸਿਵ ਹੋ ਜਾਂਦੇ ਨੇ ਜ਼ਿਆਦਾ। ਹਾਂ, ਪਰ ਬੱਚਾ ਸਾਡੇ ਵੱਡਿਆਂ ਦੀਆਂ ਗਲਤੀਆਂ ਨੋਟ ਕਰਦਾ ਰਹਿੰਦਾ ਨਾ, ਤਾਂ ਫਿਰ ਉਹ ਮਿਸਯੂਜ਼ ਵੀ ਕਰ ਲੈਂਦਾ। ਇਸ ਕਰਕੇ ਸਾਨੂੰ ਫਿਕਸ ਅਪ ਹੋਣਾ है ना। जिस बच्चे ਨੂੰ ਉਹਦਾ बेटा कहे पापा आप मेरे को तो फोन मना करते हो, आप तो हर टाइम फोन करते रहते हो, आप तो हर टाइम कंप्यूटर पे लगे रहते हो, आप तो हर टाइम फोन पे फिल्में देखते रहते हो, आप तो कार चलाते भी ऐसे करते हो। तो ਅਸੀਂ बच्चा चुप कर, बड़ा आया ਮੈਨੂੰ ਸਮਝਾਉਣ ਵਾਲਾ, है ना। ਅੱਛਾ, ਜਿਹਦੇ ਇਸ ਤੋਂ ਬਾਅਦ ਵੀ ਉਹ ਬੋਲਦਾ ਤੇ ਮੈਨੂੰ ਫਿਰ ਸਿਮਰਨ ਯਾਦ ਰੱਖਣਾ ਹੈ, मैं ਤੇ ਰੱਬੀ ਗੁਣ ਨਾਲ रहना है ना। पर जब मैं रब्बी गुण डाल लिया तो मैंने कहा चल घर से बाहर निकल, तेरे को बाहर निकाल दूंगा, आगे से बात करने की जरूरत नहीं है मेरे को, मेरे साथ, है ना।
तूने निकलना निकल यहाँ से, दफा हो, मैंने तेरे को घर से निकाला, मैं तेरे साथ, मेरे को तेरी जरूरत नहीं है। इस तरीके दे ਇਹ ਬੁਰਾ ਚਿਤਵਨਾ ਹੋ ਗਿਆ। ਰਾਈਟ। ਅਸੀਂ ਬੱਚੇ ਦੇ ਨਾਲ ਪਿਆਰ ਨਹੀਂ ਟੁੱਟਣ ਦੇਣਾ, ਸਾਡੀ ਗਲਤੀ ਹੈ ਜਾਂ ਬੱਚੇ ਦੀ ਗਲਤੀ ਹੈ, ਪਰ ਫਿਕਸ ਅਪ ਆਪਣੇ ਆਪ ਨੂੰ ਕਰਨਾ ਹੈ। ਠੀਕ ਹੈ, ਥੈਂਕ ਯੂ ਜੀ। ਜੀ ਆਈ ਹੋਪ ਤੁਹਾਡਾ ਜਵਾਬ ਮਿਲ ਗਿਆ ਹੋਣਾ। I will try, sir. Thank you very much, sir. ਤੁਸੀਂ ਸਾਡੀ ਬੇਨਤੀ ਪ੍ਰਵਾਨ ਕੀਤੀ ਵੀ ਜੀ। How nice of you. Thank you very much, sir. I will try my best. ਵੈਲਕਮ ਸਰ, ਥੈਂਕਸ ਜੀ ਸਾਨੂੰ ਬੰਗਲਾ ਸਾਹਿਬ ਸਟਾਲ ਤੇ ਮਿਲੇ ਸੀ। ਆਈ ਰਿਮੈਂਬਰ ਕਿ ਮੈਂ ਉਹਨੂੰ ਰਿਕੁਐਸਟ ਕੀਤੀ ਸੀ ਜ਼ੂਮ ਜੁਆਇਨ ਕਰਨਾ ਐਂਡ ਹੀ ਜੁਆਇਨਡ ਇਟ। ਥੈਂਕ ਯੂ ਜੀ। ਸਾਡੇ ਨਾਲ ਰਵਨੀਤ ਜੀ ਹੈਗੇ ਨੇ। ਉਸ ਤੋਂ ਪਹਿਲੇ ਰਵਨੀਤ ਜੀ ਤੁਹਾਡਾ ਹੈਂਡ ਰੇਜ਼ ਹੈ। ਮੈਂ ਉਸ ਤੋਂ ਪਹਿਲੇ ਸੁਖਵੰਤ ਭਰਜਾਈ ਜੀ ਨੂੰ ਬਿਕਾਜ਼ ਸ਼ੀ ਰੇਜ਼ਡ ਹਰ ਹੈਂਡ ਅਰਲੀਅਰ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਉਹ ਸਾਡੇ ਨਾਲ। ਜੁਝਾਰ ਜੀ, ਜਿਹੜਾ ਇਹਨਾਂ ਨੇ ਕਰੋਧ ਦਾ ਕੁਐਸਚਨ ਕੀਤਾ ਹੈ, ਬੱਚੇ ਦਾ ਸੈੱਲ ਫੋਨ ਤੇ ਦਾ ਕੁਐਸਚਨ ਕੀਤਾ ਹੈ, ਔਰ ਜਿਹੜਾ ਪਹਿਲੇ ਵਾਲਿਆਂ ਨੇ ਵੀ ਲੋਕੀ ਸਾਡਾ ਮਿਸਯੂਜ਼ ਕਰਦੇ ਨੇ, ਇਹ ਦੋਨੋਂ ਕੁਐਸਚਨ ਦਾ ਜਿਹੜਾ ਪੰਜਾਬੀ ਔਰ ਇੰਗਲਿਸ਼ ਦਾ ਆਰਟੀਕਲ ਸਟਾਲ ਤੇ ਅਸੀਂ ਸ਼ੇਅਰ ਕੀਤਾ ਸੀ। ਬੈਕ ਸਾਈਡ ਤੇ ਗੁਣਵੰਤ ਮੰਮੀ ਦਾ ਡੈਡ ਬੋਡੀ ਦੇਣ ਵਾਲਾ ਜਿਹੜਾ ਅਸੀਂ ਸਾਰਾ ਸਿਸਟਮ ਸ਼ੇਅਰ ਕੀਤਾ ਸੀ, ਉਹ ਉਸ ਨੂੰ WhatsApp ਤੇ ਵੀ ਲਗਾ ਦਿਓ, ਉਹਦਾ YouTube ਤੇ ਵੀ ਲਗਾ ਦਿਓ, ਸਾਡੀ ਵੈਬਸਾਈਟ ਤੇ ਲਗਾ ਦਿਓ, ਤਾਂ ਕਿ ਲੋਕੀ ਇਹ ਦੋਨੋਂ ਕੁਐਸਚਨਸ it is one page article answer। ਮੈਂ ਪੁਸ਼ਪਿੰਦਰ ਜੀ ਨੂੰ ਰਿਕੁਐਸਟ ਕਰਤੀ ਹੈ। ਬਾਕੀ ਇਸ ਤੋਂ ਇਲਾਵਾ ਮੈਂ YouTube ਦੇ 2 ਲਿੰਕ ਪਾਏ ਨੇ ਐਂਗਰ ਮੈਨੇਜਮੈਂਟ ਦੇ ਉੱਤੇ। ਸਾਡੇ ਕੋਲ ਕਾਫੀ ਸਾਰੇ ਸ਼ਾਰਟ ਵੀਡੀਓਜ਼ ਨੇ। ਜਗਜੀਤ ਜੀ, you can listen it on YouTube। ਮੈਂ ਸੁਖਵੰਤ ਕੌਰ ਜੀ। ਹਾਂਜੀ ਸੁਖਵੰਤ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਆਵਾਜ਼ ਠੀਕ ਆ ਰਹੀ ਹੈ? ਹਾਂਜੀ, फोटो नहीं ठीक दिख रही, आवाज ठीक आ रही है। ਠੀਕ ਹੈ ਜੀ। ਸਿਮਰਨ ਦੀਆਂ ਬਰਕਤਾਂ ਬਹੁਤ ਅੱਛਾ ਟੌਪਿਕ ਹੈ ਐਂਡ ਇਟ ਇਜ਼ ਟਰੂ ਕਿ ਅਸੀਂ ਰੱਬ ਦੀਆਂ ਜੋ ਵਡਿਆਈਆਂ ਨੇ ਉਹਨਾਂ ਦੀ ਵਿਚਾਰ ਤੇ ਹਰ ਪਲ ਕਰਨੀ ਹੈ, ਪਰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਆਪਣੀਆਂ ਕਮੀਆਂ ਦੀ ਵੀ ਹਰ ਪਲ ਸਿਮਰਨ ਕਰਕੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਹੈਗੀ ਹੈ। ਐਂਡ ਬਹੁਤ ਕੁਛ ਸਾਰਿਆਂ ਨੇ ਬਹੁਤ ਅੱਛਾ ਬੋਲਿਆ। ਐਂਡ ਸਾਡੀ ਜ਼ਿੰਦਗੀ ਇੱਕ ਵਾਕਈ ਬਹੁਤ ਵੱਡੀ ਟੈਸਟ ਹੈਗਾ, ਤੇ ਉਹਦੇ ਤੇ ਹੀ ਕਹਿੰਦੇ ਨੇ ਜ਼ਿੰਦਗੀ की परीक्षा में कोई नंबर नहीं मिलते साहब, लोग आपको दिल में जगह दे दे तो समझ लेना आप पास हो गए। सो ਅਸੀਂ ਹਰ ਰੋਜ਼ ਹਰ ਪਲ ਇਹੀ ਕੋਸ਼ਿਸ਼ ਕਰੀਏ ਕਿ ਅਸੀਂ ਕਿਸੇ ਦੇ ਕੰਮ ਆ ਸਕੀਏ, ਕਿਸੇ ਦੇ ਦਿਲ ਨੂੰ ਟੱਚ ਕਰ ਸਕੀਏ, ਔਰ ਆਪਣੀ ਜੋ ਲਾਈਫ ਮਿਲੀ ਹੈ ਨੂੰ ਵਰਥਵਾਈਲ ਕਿਸੇ ਹੋਰ ਵਾਸਤੇ ਬਣਾ ਸਕੀਏ। ਬਸ ਇਹੀ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ। ਐਂਡ ਭੁਪਿੰਦਰ ਨੇ ਉਹ ਵੀਰ ਜੀ ਨੂੰ ਬੱਚਿਆਂ ਬਾਰੇ ਸਾਰਾ ਜੋ ਦੱਸਿਆ ਹੈ ਕਿ ਇਟ ਇਜ਼ ਟਰੂ ਕਿ ਬੱਚਾ ਸੈੱਲ ਫੋਨ ਲੈ ਕੇ ਬੈਠਾ ਰਹਿੰਦਾ, ਪਰ ਉਹਦੇ ਕੋਲੋਂ ਛੁਡਾਉਣ ਵਾਸਤੇ ਸਾਨੂੰ ਕੋਈ ਨਵਾਂ ਟਾਸਕ ਸ਼ੁਰੂ ਕਰਨਾ ਪਏਗਾ ਕਿ ਉਹਦਾ ਧਿਆਨ ਉੱਥੋਂ ਹਟ ਕੇ ਦੂਸਰੀ ਚੀਜ਼ ਉਹਨੂੰ ਵੈਲਿਊਏਬਲ ਲੱਗ ਸਕੇ ਕਿ ਇਹਦਾ ਜ਼ਿਆਦਾ ਮੈਨੂੰ ਕਰਨਾ ਚਾਹੀਦਾ, ਉਹਦਾ ਬੈਨੀਫਿਟ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕਸ ਫॉर ਸ਼ੇਅਰਿੰਗ। ਥੈਂਕ ਯੂ ਜੀ। ਹਾਂਜੀ ਰਵਨੀਤ ਜੀ, ਪਲੀਜ਼ ਅਨਮਿਊਟ ਯੋਰਸੈਲਫ। Please unmute yourself. ਤੁਸੀਂ mute ਹੈਗੇ ਹੋ। Yes, so you have given an example कि जैसे कोई गाड़ी गलत चला रहा है या किसी ने पार्किंग गलत करी है, so from this मुझे ये समझ आया कि मुझे उनको नहीं बोलना है, लेकिन अगर मुझे हमेशा मेरी गाड़ी सही रखना है और मुझे कभी भी गलत नहीं करना है कि no one can tell me like this, or if I'm working on myself doing that, then maybe gradually everyone will do this. So is it your message to convey? Very good, thanks for sharing, so nice. So sir, is it the only message you have to convey कि आपको आपकी साइड से गाड़ी कभी नहीं आपको नहीं करना चाहिए? जैसे मैंने एक्सपीरियंस किया कि उन्होंने गाड़ी गलत खड़ी करी, मैं ऑफिस मेरी गाड़ी के सामने खड़ी कर दी, मैं ऑफिस जाने के लिए लेट हो गई, तो मैं कभी किसी के साथ ना करूं। हाँ, वाह, वेरी गुड। ओके। और सर आई एम 22 ईयर ओल्ड, और जब मैं कुछ गलती करती थी तो आई हैव माई ब्रदर ऑल्सो, तो मम्मा पापा मुझे समझाते थे, वो मुझे छोड़ देते थे। दे नेवर से कि तुम फोन मत चलाओ, तुम ये मत करो, लेकिन वो मुझे बोलते थे कि अगर तुम बुक पढ़ोगे ना बेटा तो तुम्हें नॉलेज मिलेगा या तुम्हें ऐसा हो जाएगा, कोई भी अच्छी चीज। और लेकिन मैंने उस फोन का मिसयूज नहीं करा, मैंने जो वो बोल रहे थे वो सुना। लेकिन मेरा भाई था, उसने मिसयूज किया कि ठीक है आप बोलते रहो, और लेकिन मैं फोन चलाऊंगा।
तो sometimes I think it's depend on children itself कि अंदर से कि what you have to do, क्योंकि मैंने माना कि हाँ, और जब मैंने बुक पढ़ी मैंने सीखा कि सीरियसली बुक से और एनी अदर थिंग उससे ज़्यादा मुझे मिल रहा है फ़ोन चलाने से, तो आई वेंट टू दैट डायरेक्शन और मैंने उसको चूज़ किया. सो यू कैन ऑल्सो, मतलब मैंने खुद एक्सपीरियंस किया इसलिए आई वांट टू शेयर दिस विद मिस्टर सिंह. आई थिंक ही इज नॉट हियर, तो मुझे ये उनको बोलना था. नो, समवन आस्क्ड द क्वेश्चन ना, उनको कर रहे हैं. हाँ, उनको बोला था कि मैंने भी खुद एक्सपीरियंस किया अंदर से, क्योंकि आई एम 22 और अभी जस्ट मैं निकली हूँ इससे, तो मुझे मतलब मेरा एक्सपीरियंस शेयर करना था कि मुझे ये सिखाया कि ये ज्यादा बेटर है. तुम्हारी मर्जी, अगर तुम नहीं करोगे तो इट्स योर लॉस. तो वो अपने आप दे विल बी कि हाँ यार फोन नहीं चलाना है. एंड सो I just wanted to share this. Thanks for sharing, And Ravneet this ji. is my first Zoom class. आप कहाँ Thank you. रहते? I'm from Indore. Oh, nice. Thanks for sharing. पर आपके पेरेंट्स भी ब्लेस्ड हैं जो उन्होंने आपको अच्छी राय दी, तो उनको भी हम अप्रिशिएट करते हैं. और वैसे अगर सारे पेरेंट्स करें तो अब आपके ऊपर ना एक पॉइंट और आ जाएगा कि आप अपने ब्रदर के साथ, नॉट एज ए पेरेंट्स का कई बार हमको कहा अच्छा नहीं लगता, आप उस ब्रदर के साथ प्यार की जो वो है ना, उसमें उसके साथ अपनी शेयरिंग एज ए सिस्टर, उसको बोलो कि मैं तेरी बड़ी बहन नहीं हूँ, मैं सिर्फ तेरी बहन है ना. तो मैं तेरे लेवल पे आके तेरे साथ शेयर कर रही हूँ कि देख, जब मैं कंपेयर करके देख, जब मेरे को उन्होंने कहा तो मैंने उस टाइम पढ़ा तो मेरे को एक पॉइंट मेरे पल्ले पड़ गया, लेकिन अगर मैं उस टाइम तो फोन पे लगी रहती तो मैं सिर्फ बड़े सारे वीडियोस आते हैं उनको लगा लूँ के सुन के मेरा टाइम वेस्ट हो जाता है. इसका मतलब अगर हम ऐसे करें तो हमें ऐसे भी बेनिफिट हो सकता है. तो आप उसे बस प्यार करते जाओ और उसके साथ शेयरिंग करते जाओ. बट आई अप्रिशिएट कि आपने जैसे मैसेज को लिया है कि सारी बात मेरी चल, मुझे चाहिए. ग्रेट, थैंक्स. थैंक्स अ लॉट रवनीत जी, एंड आई होप ਤੁਸੀਂ ਹਰ ਵਾਰੀ ਸਾਡੇ ਨਾਲ ਜੁੜੋਗੇ. एंड ਜਿਹੜੀ ਗੱਲ ਤੁਸੀਂ ਕੀਤੀ ਹੈ, ਸਭ ਨੇ ਆਪਣੇ ਕਰਮ ਆਪ ਕਰਕੇ ਆਪ ਹੀ ਆਪਣੀ ਲਾਈਫ ਬਣਾਣੀ ਹੈ. ਸੋ ਯੂ ਟੁਕ ਅ ਰਾਈਟ ਡਿਸੀਜਨ ਐਂਡ ਆਈ ਥਿੰਕ ਇਟ ਵਿਲ ਹੈਲਪ ਯੂ ਇਨ ਫਿਊਚਰ ਆਲਸੋ. ਥੈਂਕ ਯੂ ਸੋ ਮਚ ਫॉर ਜੁਆਇਨਿੰਗ. ਹਾਂਜੀ ਵੀਰ ਜੀ, ਸਾਡਾ ਸਮਾਂ ਹੋ ਗਿਆ. ਟਾਈਮ ਹੋ ਗਿਆ ਜੀ. ਹਾਂਜੀ, ਸੋ ਅਸੀਂ ਸੰਗਤਾਂ ਨਾਲ ਫਤਿਹ ਦੀ ਸਾਂਝ ਕਰੀਏ ਐਂਡ ਵਿਲ ਮੀਟ ਨੈਕਸਟ ਵੀਕ ਔਰ ਨੈਕਸਟ ਟੌਪਿਕ ਆਫ ਸਿਮਰਨ ਦੀਆਂ ਬਰਕਤਾਂ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਨਮਸਕਾਰ, ਖੁਦਾ ਹਾਫਿਜ਼, ਗੁੱਡ ਈਵਨਿੰਗ. ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਕਿ ਤੁਸੀਂ ਇਸ ਜ਼ੂਮ ਦੇ ਰਾਹੀਂ ਸਾਡੇ ਨਾਲ ਇਹ ਸਾਂਝ ਪਾਈ ਹੈ. ਪਲੱਸ ਜਿਵੇਂ ਕਿ ਅਸੀਂ ਲਾਸਟ ਵੀਕ ਵੀ ਸ਼ੇਅਰ ਕੀਤਾ ਸੀ ਕਿ ਅਸੀਂ ਟੀਵੀ ਪ੍ਰੋਗਰਾਮ ਵਾਸਤੇ ਦੁਬਾਰਾ ਟਰਾਈ ਕਰ ਰਹੇ ਹਾਂ, ਜੋ ਕਿ ਜਦੋਂ ਤੱਕ ਗੁਣਵੰਤ ਮੰਮੀ ਸੀਗੇ ਤਾਂ ਉਹ ਇਸ ਕੰਮ ਵਾਸਤੇ ਬਹੁਤ ਪੁਰਜ਼ੋਰ ਐਫਰਟ ਮਾਰਦੇ ਸੀ. ਸੋ ਸਾਡੀ ਤੁਹਾਨੂੰ ਨਾਲ ਵੀ ਇਹੀ ਸਾਂਝ ਹੈ ਕਿ ਪਲੀਜ਼ ਸਾਨੂੰ ਜਿਸ ਐਂਗਲ ਤੋਂ ਵੀ ਤੁਸੀਂ ਇਹਦੇ ਵਾਸਤੇ ਹੈਲਪ ਕਰ ਸਕਦੇ ਹੋ, please come forward and help us. plus इस क्लास वास्ते जिन्हों लोगों को भी ज़्यादा एजुकेट करोगे और ask them to come online. and सिमरन चार्ट साढ़े सारे कोल है, तो आई थिंक सिर्फ वीर जी की ही कली ड्यूटी नहीं है. असी भी नैक्सट वीक का जोड़ा टॉपिक है वो वास्ते अपने पॉइंट्स बनाइए और वो वास्ते अपनी शेयरिंग भी इत्थे आके शेयर करिए, तां ही साडा सब दा सांझा बेनीफिट हो सकता है. और मैं ਜਿਹੜੇ ਵੀ ਲੋਕਾਂ ਨੇ ਇਸ ਵਾਰੀ ਪਹਿਲੀ ਵਾਰੀ ਸਾਡਾ ਸੈਸ਼ਨ ਜੁਆਇਨ ਕੀਤਾ ਹੈ, ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ. ਵਿਦ ਇਨ ਇੰਡੀਆ, ਆਊਟਸਾਈਡ ਇੰਡੀਆ, ਪਾਕਿਸਤਾਨ, ਲੰਡਨ, ਜਿੱਥੋਂ ਵੀ ਸੰਗਤ ਸਾਡੇ ਨਾਲ ਜੁੜੀ ਹੈ, ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ. ਤੇ ਉਮੀਦ ਕਰਦੇ ਹਾਂ ਕਿ ਅਗਲੇ ਸੈਚਰਡੇ ਅਸੀਂ ਇਸੇ ਤਰ੍ਹਾਂ ਇਸ ਜ਼ੂਮ ਦੇ ਜ਼ਰੀਏ ਫਿਰ ਮਿਲਾਂਗੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਅਮਨ ਜੀ ਇੱਕ ਛੋਟੀ ਜਿਹੀ ਗੱਲ. ਅਮਨ ਜੀ जी 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 अमन जी, हर बारी मैं सुखवंत, हर बारी सुखवंत बरजाई जी कोई ना कोई इहो जो शेयर मार देंदी है तो दिल मैं मन जहन कर मैं जहन मैं वस जाता है. पिछली बारी सुखवंत बरजाई जी ने शेयर किया कि हवाओं से फिजाओं से खुशबू आती है, अब वो मैंने पूरा याद नहीं लगा. एक अज सुखवंत बरजाई जी ने शेयर मार दिता कि जिंदगी की परीक्षा में नंबर नहीं मिलते.
आपको कोई दिल में बसा ले, यही आप समझो पास हो गए। और वही जो दिल जिंदगी पर भूलन के नहीं करता। राइट। मैं सपन बंदिया जी ने कॉन्ग्रेचुलेट करना चाहता। वाहिगुरु जी का खालसा, वाहिगुरु जी का खालसा, वाहिगुरु जी की फतेह। फतेह जी। थैंक यू। बोले सोने हाथ सत श्री अकाल।